ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਮ ਲਿੰਕਨ ਬਾਰੇ ਵਿਸ਼ਾਲ ਜਾਣਕਾਰੀ ਸਾਂਝਾ ਕਰਾਂਗੀ। ਉਹ 12 ਫਰਵਰੀ 1809 ਨੂੰ ਪੈਦਾ ਹੋਇਆ, ਮਿਹਨਤ ਕਰਕੇ ਚੰਗਾ ਵਕੀਲ ਬਣਿਆ ਤੇ ਫਿਰ ਸੂਝਵਾਨ ਰਾਜਨੀਤਿਕ ਨੇਤਾ ਬਣਿਆ। ਉਸ ਦਾ ਪਿਤਾ ਅਬਰਾਹਮ ਲਿੰਕਨ ਪੇਸ਼ੇ ਵਜੋਂ ਇੱਕ ਸਧਾਰਨ ਕਿਸਾਨ ਸੀ। ਇਸ ਤੋਂ ਪਹਿਲਾਂ ਕਿ ਅਸੀਂ ਅਬਰਾਹਮ ਲਿੰਕਨ ਦੇ ਜਨਮ, ਜਵਾਨੀ, ਰਾਜਨੀਤੀ ਤੇ ਉਹਦੀ ਮੌਤ ਬਾਰੇ ਚੰਗੀ ਤਰ੍ਹਾਂ ਜਾਣੀਏ, ਲਿੰਕਨ ਦੇ ਕੁਝ ਵਿਚਾਰ ਸਾਂਝੇ ਕਰਨੇ ਵੀ ਮੈਂ ਜ਼ਰੂਰੀ ਸਮਝਦੀ ਹਾਂ, ਕਿਉਂਕਿ ਉਸਦੇ ਵਿਚਾਰ ਬੜੇ ਡੂੰਘਾਈ ਵਾਲੇ ਤੇ ਉਸਦੇ ਤਜਰਬੇ ਵਿੱਚੋਂ ਨਿਕਲੇ ਹੋਏ ਹਨ, ਜਿਹੜੇ ਅੱਜ ਵੀ ਓਨੇ ਹੀ ਮਹੱਤਵਪੂਰਨ ਸਨ ਜਿੰਨੇ ਕਿ ਉਸਦੇ ਸਮੇਂ। ਲਿੰਕਨ ਦੇ ਕੁਝ ਮਹੱਤਵਪੂਰਨ ਵਿਚਾਰ ਇਸ ਤਰ੍ਹਾਂ ਹਨ। ਜਿਸ ਵੇਲੇ ਮੈਂ ਤਾਰਿਆਂ ਨਾਲ ਜਗਮਗਾਉਂਦੇ ਆਕਾਸ਼ ਵੱਲ ਤੱਕਦਾ ਹਾਂ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਪਰਮਾਤਮਾ ਦੇ ਚਿਹਰੇ ਵੱਲ ਤੱਕ ਰਿਹਾ ਹਾਂ। ਸਾਨੂੰ ਵਿਰੋਧੀਆਂ ਨੂੰ ਪਿਆਰ ਨਾਲ ਜਿੱਤਣਾ ਚਾਹੀਦਾ ਹੈ। ਨਫ਼ਰਤ ਦਾ ਜਜ਼ਬਾ ਮਨ ਵਿੱਚੋਂ ਕੱਢ ਕੇ ਸਾਨੂੰ ਸਭ ਦਾ ਭਲਾ ਸੋਚਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੇ ਗੁਨਾਹ ਮਾਫ਼ ਕਰ ਦੇਣੇ ਚਾਹੀਦੇ ਹਨ ਤੇ ਇਹ ਸੋਚਣਾ ਚਾਹੀਦਾ ਹੈ ਕਿ ਜੇ ਅਸੀਂ ਉਹਨਾਂ ਦੀ ਥਾਂ ਹੁੰਦੇ ਤਾਂ ਸ਼ਾਇਦ ਵੀ ਅਸੀਂ ਉਹਨਾਂ ਵਾਂਗ ਹੀ ਕਰਦੇ। ਪਰਮਾਤਮਾ ਦੀ ਮਿਹਰ ਤੋਂ ਬਿਨਾਂ ਮੈਂ ਸਫਲ ਨਹੀਂ ਹੋ ਸਕਦਾ। ਜੇ ਉਹਦੀ ਮਿਹਰ ਹੋਈ ਤਾਂ ਮੈਂ ਅਸਫਲ ਨਹੀਂ ਰਹਾਂਗਾ। ਅਮਰੀਕਾ ਇੱਕ ਵਿਸ਼ਾਲ ਦੇਸ਼ ਹੈ। ਕੁਦਰਤ ਨੇ ਇਹਨੂੰ ਦਿਲ ਖੋਲ੍ਹ ਕੇ ਦੌਲਤ ਬਖਸ਼ੀ ਹੈ। ਇਸ ਦੌਲਤ ਨੂੰ ਪ੍ਰਾਪਤ ਕਰਨ ਲਈ ਇੱਥੋਂ ਦੇ ਵਸਨੀਕਾਂ ਨੇ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਦੇ ਵਸਨੀਕਾਂ ਦੀ ਮਿਹਨਤ ਦੇ ਬਦੌਲਤ ਹੀ ਅੱਜ ਇਹ ਦੁਨੀਆ ਦੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹਨਾਂ ਵਿਅਕਤੀਆਂ ਵਿੱਚੋਂ ਸਭ ਤੋਂ ਮਹਾਨ ਅਬਰਾਹਮ ਲਿੰਕਨ ਹੈ। ਗਾਂਧੀ ਜੀ ਵਾਂਗ ਇਹਨੇ ਵੀ ਦੇਸ਼ ਦੇ ਸੰਕਟ ਸਮੇਂ, ਜਦ ਘਰੋਗੀ ਜੰਗ ਦੇ ਕਾਰਨ ਦੇਸ਼ ਦੇ ਟੁਕੜੇ ਟੁਕੜੇ ਹੋਣ ਦਾ ਖਤਰਾ ਸੀ, ਆਪਣੀ ਬਲੀ ਦੇ ਕੇ ਏਕਤਾ ਕਾਇਮ ਕੀਤੀ। ਇਸੇ ਕਾਰਨ ਹੀ ਇਹਨੂੰ ਗਾਂਧੀ ਜੀ ਵਾਂਗ ਇਹਦੇ ਦੇਸ਼ ਵਾਸੀਆਂ ਨੇ ਦੇਸ਼ ਪਿਤਾ ਹੋਣ ਦਾ ਮਾਣ ਦਿੱਤਾ ਹੈ। ਅਬਰਾਹਮ ਲਿੰਕਨ ਦੇ ਪਿਤਾ ਦਾ ਨਾਂ ਥਾਮਸ ਲਿੰਕਨ ਸੀ। ਇਹ ਕੈਂਟਕੀ ਵਿੱਚ ਰਹਿੰਦਾ ਸੀ। ਇਹਨੂੰ ਪੜ੍ਹਨ ਲਿਖਣ ਦਾ ਕੋਈ ਅਵਸਰ ਨਾ ਮਿਲਿਆ। ਇਹਨੂੰ ਨਾ ਤਾਂ ਇੱਕ ਥਾਂ ਤੇ ਬੱਝ ਕੇ ਬੈਠਣ ਦੀ ਤੇ ਨਾ ਹੀ ਕਮਾਈ ਦੇ ਕਿਸੇ ਇੱਕ ਸਾਧਨ ਨੂੰ ਬਹੁਤ ਚਿਰ ਤੱਕ ਅਪਣਾਉਣ ਦੀ ਆਦਤ ਸੀ। ਜਦ ਕਦੀ ਇਹ ਭੁੱਖ ਨੰਗ ਤੋਂ ਤੰਗ ਹੁੰਦਾ ਸੀ ਤਾਂ ਇਹ ਕਦੀ ਝੌਂਪੜੀਆਂ ਬਣਾਉਣ ਦਾ ਤੇ ਕਦੀ ਝਾੜੀਆਂ ਕੱਟ ਕੇ ਜ਼ਮੀਨ ਨੂੰ ਸਾਫ਼ ਕਰਕੇ ਤੇ ਪੱਧਰਿਆਂ ਕਰਨ ਦਾ ਕੰਮ ਕਰ ਲੈਂਦਾ ਸੀ। ਪੈਸੇ ਦੀ ਇਹਨੂੰ ਬਿਲਕੁਲ ਕਦਰ ਨਹੀਂ ਸੀ ਤੇ ਨਾ ਹੀ ਇਹ ਕਦੀ ਔਖੇ ਸਮੇਂ ਲਈ ਥੋੜ੍ਹਾ ਬਹੁਤ ਪੈਸਾ ਜੋੜਦਾ ਸੀ। ਆਓ ਲਿੰਕਨ ਦੇ ਪਰਿਵਾਰ ਬਾਰੇ ਜਾਣਕਾਰੀ ਹਾਸਲ ਕਰੀਏ। ਸ਼ੁਭ ਇਛਾਵਾਂ ਸਹਿਤ। ਧੰਨਵਾਦ। ਹਰਜੀਤ ਬਾਂਗਰਾ। ਲਿੰਕਨ ਦੀ ਮਾਤਾ ਦਾ ਨਾਂ ਨੈਂਸੀ ਹੈਂਕਸ ਸੀ। ਇਹ ਇੱਕ ਅਮੀਰ ਕਿਸਾਨ ਦੀ ਲੜਕੀ ਸੀ। ਇਹ ਬਿਲਕੁਲ ਅਨਪੜ੍ਹ ਸੀ। ਇਹਦਾ 22 ਸਾਲ ਦੀ ਉਮਰ ਵਿੱਚ ਲਿੰਕਨ ਦੇ ਪਿਤਾ ਨਾਲ ਵਿਆਹ ਹੋ ਗਿਆ। ਕਿਉਂਕਿ ਘਰ ਵਿੱਚ ਸਦਾ ਭੁੱਖ ਨੰਗ ਦਾ ਬੋਲਬਾਲਾ ਰਹਿੰਦਾ ਸੀ, ਇਸ ਲਈ ਕਈ ਵਾਰ ਨੈਂਸੀ ਨੂੰ ਕੱਪੜੇ ਸਿਉਣ ਲਈ ਸੂਈ ਦੀ ਥਾਂ ਜੰਗਲੀ ਝਾੜੀਆਂ ਨਾਲ ਲੱਗੇ ਕੰਡੇ ਵਰਤਣੇ ਪੈਂਦੇ ਸਨ। ਕੁਝ ਚਿਰ ਤਾਂ ਲਿੰਕਨ ਐਲਿਜ਼ਬਥ ਟਾਊਨ ਵਿੱਚ ਗੁਜ਼ਾਰਾ ਚਲਾਉਣ ਲਈ ਤਰਖਾਣਾ ਕੰਮ ਕਰਦਾ ਰਿਹਾ, ਪਰ ਇਸ ਕੰਮ ਵਿੱਚ ਉਸਨੂੰ ਕੋਈ ਸਫਲਤਾ ਪ੍ਰਾਪਤ ਨਾ ਹੋਈ। ਅਸਲ ਵਿੱਚ ਇਹ ਇੱਕ ਆਜ਼ਾਦ ਪੰਛੀ ਸੀ। ਖੁੱਲ੍ਹੇ ਜੰਗਲ ਬਿਆਬਾਨਾਂ ਦਾ ਵਿਸ਼ਾਲ ਵਾਤਾਵਰਨ ਹੀ ਇਹਦੀ ਆਤਮਾ ਨੂੰ ਸੰਤੁਸ਼ਟ ਕਰ ਸਕਦਾ ਸੀ। ਐਲਿਜ਼ਾਬਥ ਟਾਊਨ ਦੇ ਬਾਹਰ ਇੱਕ ਬੜਾ ਵੱਡਾ ਸਾਰਾ ਮੀਲਾਂ ਮੀਲ ਫੈਲਿਆ ਖੁੱਲ੍ਹਾ ਮੈਦਾਨ ਸੀ। ਲਿੰਕਨ ਨੇ ਮਜਬੂਰ ਹੋ ਕੇ ਇੱਥੇ 3-4 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਵੱਡੀ ਸਾਰੀ ਫਾਰਮ ਖਰੀਦ ਲਈ। ਇਸ ਵਿੱਚ ਇਕੱਲੀ ਇੱਕ ਸ਼ਤੀਰੀਆਂ ਦੀ ਬਣੀ ਹੋਈ ਟੁੱਟੀ ਭੱਜੀ ਚੌਂਪੜੀ ਸੀ, ਜਿਸ ਦੇ ਵਿੱਚ ਜੰਗਲੀ ਜਾਨਵਰ ਵੀ ਰਹਿਣੋਂ ਸੰਕੋਚ ਕਰਦੇ ਸਨ। ਇਸ ਬੇਰੌਣਕੇ ਭਾਂ ਕਰਦੇ ਇਕਾਂਤਵਾਸ ਵਿੱਚ ਫਰਵਰੀ 1809 ਈਸਵੀ ਦੇ ਇੱਕ ਐਤਵਾਰ ਦੀ ਸਵੇਰ ਨੂੰ ਅਬਰਾਹਮ ਲਿੰਕਨ ਦਾ ਜਨਮ ਹੋਇਆ। ਉਹਦੇ ਥੱਲੇ ਗਧੇਲੇ ਦੇ ਥਾਂ ਤੂੜੀ ਦੀ ਇੱਕ ਤਹਿ ਸੀ ਤੇ ਰਜ਼ਾਈ ਦੀ ਥਾਂ ਰਿੱਛ ਦੀ ਖੱਲ ਸੀ। ਬਾਹਰ ਬਰਫ਼ ਦਾ ਤੂਫਾਨ ਚੱਲ ਰਿਹਾ ਸੀ ਤੇ ਸ਼ਤੀਰੀਆਂ ਦੀਆਂ ਵਿੱਥਾਂ ਵਿੱਚੋਂ ਬਰਫ਼ ਨਵੇਂ ਜਨਮੇ ਬਾਲਕ ਅਤੇ ਉਹਦੀ ਮਾਂ ਨੂੰ ਨਿੱਘੀ ਕਰ ਰਹੀ ਰਿੱਛ ਦੀ ਖੱਲ ਤੇ ਪੈ ਰਹੀ ਸੀ। 7 ਸਾਲ ਉਹ ਇੱਥੇ ਗਰੀਬੀ ਤੇ ਭੁੱਖ ਨੰਗ ਦਾ ਟਾਕਰਾ ਕਰਦੇ ਰਹੇ। ਉਨੀ ਦਿਨੀ ਅਮਰੀਕਾ ਵਿੱਚ ਪੈਸਾ ਆਮ ਵਰਤੋਂ ਵਿੱਚ ਨਹੀਂ ਸੀ। ਲੈਣ ਦੇਣ ਲਈ ਚੀਜ਼ਾਂ ਦਾ ਵਟਾਂਦਰਾ ਕਰ ਲਿਆ ਜਾਂਦਾ ਸੀ। 1816 ਵਿੱਚ ਜਦ ਅਬਰਾਹਮ 7 ਸਾਲ ਦਾ ਸੀ ਤਾਂ ਉਸਦੇ ਪਿਤਾ ਨੇ ਆਪਣੀ ਜ਼ਮੀਨ ਦਾ 400 ਗੈਲਨ ਸ਼ਰਾਬ ਨਾਲ ਵਟਾਂਦਰਾ ਕਰ ਲਿਆ ਤੇ ਆਪਣੇ ਟੱਬਰ ਸਮੇਤ ਇੰਡੀਆਨਾ ਦੇ ਬੇਰੌਣਕੇ ਬਿਆਮਾਨ ਜੰਗਲਾਂ ਵਿੱਚ ਰਹਿਣ ਲਈ ਚਲਾ ਗਿਆ। ਆਲੇ ਦੁਆਲੇ ਰੁੱਖਾਂ ਦੇ ਸੰਘਣੇ ਝੁੰਡਾਂ ਤੇ ਜੰਗਲੀ ਝਾੜੀਆਂ ਤੋਂ ਸਿਵਾ ਹੋਰ ਕੁਝ ਨਹੀਂ ਸੀ। ਉਹਨਾਂ ਦੇ ਸਭ ਤੋਂ ਨੇੜੇ ਅੱਧੀ ਕੁ ਮੀਲ ਦੀ ਵਿੱਥ 'ਤੇ ਇੱਕ ਰਿੱਛਾਂ ਦਾ ਸ਼ਿਕਾਰੀ ਰਹਿੰਦਾ ਸੀ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਬੂਟੀਆਂ ਨੂੰ ਕੁਹਾੜੀ ਨਾਲ ਕੱਟਣਾ ਪੈਂਦਾ ਸੀ। ਇਸ ਬੇਰੌਣਕੀ ਥਾਂ ਅਬਰਾਹਮ ਨੂੰ ਆਪਣੇ ਜੀਵਨ ਦੇ ਅਗਲੇ 14 ਸਾਲ ਕੱਟਣੇ ਪਏ। ਜਦੋਂ ਲਿੰਕਨ ਦਾ ਪਿਤਾ ਇੱਥੇ ਪਹੁੰਚਿਆ ਤਾਂ ਸਰਦੀਆਂ ਦੀ ਰੁੱਤ ਖੂਬ ਜ਼ੋਰਾਂ ਨਾਲ ਤੇ ਸੀ। ਉਹਨੇ ਜਲਦੀ ਇੱਕ ਟੱਪਰੀ ਜਿਹੀ ਬਣਾਈ ਤੇ ਜਿਸ ਦੇ 3 ਪਾਸੇ ਸ਼ਤੀਰੀਆਂ ਦੀਆਂ ਬਿਨਾਂ ਬੂਹਿਆਂ
ਜਦੋਂ ਲਿੰਕਨ ਦਾ ਪਿਤਾ ਇੱਥੇ ਪਹੁੰਚਿਆ ਤਾਂ ਸਰਦੀਆਂ ਦੀ ਰੁੱਤ ਖੂਬ ਜ਼ੋਰਾਂ 'ਤੇ ਸੀ। ਉਹਨੇ ਜਲਦੀ ਇੱਕ ਟੱਪਰੀ ਜਿਹੀ ਬਣਾਈ ਜਿਸ ਦੇ 3 ਪਾਸੇ ਛਤੀਰੀਆਂ ਦੀਆਂ ਬਿਨਾਂ ਬੂਹਿਆਂ ਜਾਂ ਬਾਰੀਆਂ ਦੇ ਕੰਧਾਂ ਸਨ ਅਤੇ ਚੌਥਾ ਪਾਸਾ ਬਿਲਕੁਲ ਖੁੱਲ੍ਹਾ ਸੀ। ਇਹੋ ਜਿਹੀ ਟੱਪਰੀ ਵਿੱਚ ਅੱਜ ਕੱਲ੍ਹ ਕੋਈ ਆਪਣੇ ਡੰਗਰਾਂ ਨੂੰ ਵੀ ਬੰਨ੍ਹਣ ਲਈ ਸ਼ਾਇਦ ਤਿਆਰ ਨਾ ਹੋਵੇ। ਇਸ ਜੰਗਲ ਵਿੱਚ ਸ਼ਿਕਾਰ ਤੋਂ ਸਿਵਾ ਖਾਣ ਨੂੰ ਹੋਰ ਕੋਈ ਵੀ ਚੀਜ਼ ਨਹੀਂ ਸੀ ਮਿਲਦੀ। ਉਹਨਾਂ ਨੂੰ ਕਈ ਦਿਨ ਤਾਂ ਸ਼ਿਕਾਰ ਤੋਂ ਬਿਨਾਂ ਭੁੱਖੇ ਹੀ ਰਹਿਣਾ ਪੈਂਦਾ ਸੀ। ਇਸ ਇਲਾਕੇ ਵਿੱਚ ਇੱਕ ਖਤਰਨਾਕ ਬਿਮਾਰੀ ਵਬਾ ਵਾਂਗ ਫੈਲੀ ਹੋਈ ਸੀ। ਇਹ ਆਮ ਤੌਰ 'ਤੇ ਪਸ਼ੂਆਂ ਨੂੰ ਹੁੰਦੀ ਸੀ। ਇਹਨੂੰ ਦੁੱਧ ਦੀ ਬਿਮਾਰੀ ਕਹਿੰਦੇ ਸਨ। ਇਹ ਬਿਮਾਰ ਪਸ਼ੂਆਂ ਦੇ ਦੁੱਧ ਰਾਹੀਂ ਮਨੁੱਖਾਂ ਤੱਕ ਵੀ ਫੈਲ ਜਾਂਦੀ ਸੀ। ਲਿੰਕਨ ਦੀ ਮਾਤਾ ਨੈਂਸੀ ਨੂੰ ਵੀ ਇਹ ਬਿਮਾਰੀ ਲੱਗ ਗਈ। 2 ਦਿਨਾਂ ਵਿੱਚ ਉਹ ਇਤਨੀ ਕਮਜ਼ੋਰ ਹੋ ਗਈ ਕਿ ਤੁਰਨਾ ਫਿਰਨਾ ਤਾਂ ਇੱਕ ਪਾਸੇ ਰਿਹਾ, ਉਹਦੀ ਜ਼ੁਬਾਨ ਵੀ ਕੰਮ ਕਰਨੋਂ ਰਹਿ ਗਈ। ਉਹਨੂੰ ਪਤਾ ਲੱਗ ਗਿਆ ਕਿ ਉਹਦਾ ਅੰਤਲਾ ਵੇਲਾ ਨੇੜੇ ਆ ਗਿਆ ਹੈ। ਉਹਨੇ ਆਪਣੇ ਲੜਕੇ ਇਬਰਾਹਿਮ ਅਤੇ ਲੜਕੀ ਸਾਰਾ ਨੂੰ ਲਾਗੇ ਜਦ ਸੱਦ ਕੇ ਹੌਲੀ ਜਿਹੀ ਦੁਰਬਲ ਜਿਹੀ ਆਵਾਜ਼ ਵਿੱਚ ਕਿਹਾ ਕਿ ਉਹਦੇ ਪਿੱਛੋਂ ਉਹ ਇੱਕ ਦੂਜੇ ਦਾ ਖਿਆਲ ਰੱਖਣ ਅਤੇ ਪਰਮਾਤਮਾ ਨੂੰ ਕਦੀ ਨਾ ਭੁਲਾਉਣ। ਇਹ ਉਸਦੇ ਆਖਰੀ ਸ਼ਬਦ ਸਨ। ਇਸ ਤੋਂ ਪਿੱਛੋਂ ਬੇਹੋਸ਼ ਹੋ ਗਈ ਅਤੇ ਇਸੇ ਬੇਹੋਸ਼ੀ ਵਿੱਚ ਹੀ 7ਵੇਂ ਦਿਨ 5 ਅਕਤੂਬਰ 1818 ਨੂੰ ਉਹਨੇ ਪ੍ਰਾਣ ਤਿਆਗ ਦਿੱਤੇ। ਲਿੰਕਨ ਦੀ ਮਾਤਾ ਦੇ ਚਰਿੱਤਰ ਬਾਰੇ ਬਹੁਤ ਕੁਝ ਤਾਂ ਪਤਾ ਨਹੀਂ ਲੱਗ ਸਕਿਆ। ਕੇਵਲ ਇਤਨਾ ਕੁਝ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਇੱਕ ਸਿੱਧੀ ਸਾਦੀ ਇਸਤਰੀ ਸੀ। ਸਾਰੀ ਉਮਰ ਨੂੰ ਸੁੱਖ ਦਾ ਇੱਕ ਦਿਨ ਵੀ ਵੇਖਣਾ ਨਸੀਬ ਨਹੀਂ ਸੀ ਹੋਇਆ, ਪਰ ਫਿਰ ਵੀ ਉਹ ਆਪਣਾ ਦੁੱਖ ਸੁੱਖ ਖਿੜੇ ਮੱਥੇ ਸਹਾਰਦੀ ਰਹੀ। ਉਹ ਬੜੀ ਧਰਮਾਤਮਾ ਸੀ ਅਤੇ ਮਰਨ ਵੇਲੇ ਵੀ ਉਹਨੇ ਆਪਣੇ ਬੱਚਿਆਂ ਨੂੰ ਪਰਮਾਤਮਾ ਨੂੰ ਸਦਾ ਯਾਦ ਰੱਖਣ ਦੀ ਪ੍ਰੇਰਨਾ ਦਿੱਤੀ। ਟਾਮਸ ਲਿੰਕਨ ਆਪਣਾ ਬਹੁਤ ਸਮਾਂ ਸ਼ਿਕਾਰ ਮਾਰਨ ਵਿੱਚ ਲਾਉਂਦਾ ਸੀ। ਦੋਵੇਂ ਭੈਣ ਭਰਾ ਸਾਰਾ ਅਤੇ ਇਬਰਾਹਿਮ ਘਰ ਦਾ ਕੰਮ ਤੋਰਦੇ ਸਨ। ਖਾਣਾ ਪਕਾਉਣ ਦਾ ਕੰਮ ਸਾਰਾ ਕਰਦੀ ਸੀ ਅਤੇ ਬਾਲਣ ਅਤੇ ਲੱਕੜੀਆਂ ਕੱਟ ਕੇ ਲਿਆਉਣ ਦਾ ਕੰਮ, ਦੂਰ ਚਿਸ਼ਮੇ 'ਚ ਪਾਣੀ ਢੋਣ ਦਾ ਕੰਮ ਇਬਰਾਹਿਮ ਕਰਦਾ ਸੀ। ਨਹਾਉਣ ਧੋਣ ਲਈ ਸਾਬਣ ਦਾ ਕੋਈ ਪ੍ਰਬੰਧ ਨਹੀਂ ਸੀ। ਸਰਦੀ ਬਹੁਤ ਪੈਂਦੀ ਸੀ, ਇਸ ਲਈ ਕਈ ਮਹੀਨੇ ਉਹ ਨਾ ਹੀ ਇਸ਼ਨਾਨ ਕਰਦੇ ਸਨ ਅਤੇ ਨਾ ਹੀ ਉਹਨਾਂ ਨੂੰ ਆਪਣੇ ਕੱਪੜੇ ਧੋਣ ਦਾ ਮੌਕਾ ਮਿਲਦਾ ਸੀ। ਟੱਪਰੀ ਵਿੱਚੋਂ ਹਵਾ ਦੀ ਆਵਾਜਾਈ ਦਾ ਪ੍ਰਬੰਧ ਨਾ ਹੋਣ ਕਰਕੇ ਉੱਥੋਂ ਸਦਾ ਸੜੇਹਾਨ ਆਉਂਦੀ ਰਹਿੰਦੀ ਸੀ। ਫਰਸ਼ 'ਤੇ ਕੀੜੇ ਮਕੌੜੇ ਕੁਰਬਲ ਕਰਦੇ ਸਨ। ਨੈਂਸੀ ਦੀ ਮੌਤ ਪਿੱਛੋਂ 1 ਸਾਲ ਸਾਰੇ ਟੱਬਰ ਨੂੰ ਇਸ ਗੰਦੇ ਅਤੇ ਗਲੀਜ਼ ਵਾਤਾਵਰਨ ਵਿੱਚ ਰਹਿਣਾ ਪਿਆ। ਇੱਥੋਂ ਤੱਕ ਕਿ ਟਾਮਸ ਲਿੰਕਨ ਵੀ ਇਸ ਜੀਵਨ ਤੋਂ ਤੰਗ ਆ ਗਿਆ ਅਤੇ ਉਹਨੇ ਦੂਜਾ ਵਿਆਹ ਕਰਾਉਣ ਦਾ ਨਿਸ਼ਚਾ ਕਰ ਲਿਆ। 13 ਸਾਲ ਪਹਿਲਾਂ ਉਹਨੇ ਆਪਣੀ ਇੱਕ ਜਾਣੂ ਲੜਕੀ ਸਾਰਾ ਬੁਸ਼ ਨੂੰ ਵਿਆਹ ਲਈ ਕਿਹਾ ਸੀ, ਪਰ ਉਹਨੇ ਲਿੰਕਨ ਦੀ ਥਾਂ ਕਿਸੇ ਹੋਰ ਆਦਮੀ ਨਾਲ ਵਿਆਹ ਕਰਾ ਲਿਆ ਸੀ। ਕੁਝ ਸਾਲਾਂ ਪਿੱਛੋਂ ਉਸਦਾ ਪਤੀ ਮਰ ਗਿਆ ਅਤੇ ਉਹ ਵਿਧਵਾ ਹੋ ਗਈ। ਹੁਣ ਇਸ ਵਿਧਵਾ ਨੇ ਟਾਮਸ ਲਿੰਕਨ ਨਾਲ ਵਿਆਹ ਕਰਾਉਣਾ ਮੰਨ ਲਿਆ। ਲਿੰਕਨ ਦੀ ਮਤਰੇਈ ਮਾਂ ਸਾਰਾ ਬੁਸ਼ ਸੁਭਾਅ ਦੀ ਬੜੀ ਨੇਕ ਅਤੇ ਪਿਆਰ ਵਾਲੀ ਇਸਤਰੀ ਸੀ। ਇਹਨੇ ਲਿੰਕਨ ਨੂੰ ਬੜੇ ਪਿਆਰ ਨਾਲ ਪਾਲਿਆ ਅਤੇ ਉਹਨੂੰ ਮਹਿਸੂਸ ਨਾ ਹੋਣ ਦਿੱਤਾ ਕਿ ਉਹ ਉਹਦੀ ਮਤਰੇਈ ਮਾਂ ਹੈ। ਜਵਾਨੀ ਜਦ ਲਿੰਕਨ 15 ਸਾਲ ਦਾ ਸੀ ਤਾਂ ਉਹ ਅਤੇ ਉਹਦੀ ਭੈਣ ਦੋਵੇਂ ਉੱਥੋਂ 4 ਮੀਲ ਦੂਰ ਇੱਕ ਸਕੂਲ ਵਿੱਚ ਜਾਣ ਲੱਗ ਪਏ। ਅਧਿਆਪਕ ਦੇ ਪੜ੍ਹਾਉਣ ਦਾ ਢੰਗ ਅਨੋਖਾ ਸੀ। ਉਹ ਬੱਚਿਆਂ ਨੂੰ ਕਹਿੰਦਾ ਸੀ ਕਿ ਆਪਣਾ ਸਬਕ ਉੱਚੀ ਚੰਗਰਾ ਮਾਰ ਕੇ ਪੜ੍ਹਨ। ਆਪ ਡੰਡਾ ਹੱਥ ਵਿੱਚ ਲਈ ਉਹ ਉਹਨਾਂ ਵਿੱਚ ਫਿਰਦਾ ਰਹਿੰਦਾ ਸੀ। ਜਿਹੜਾ ਬੱਚਾ ਬਾਕੀਆਂ ਨਾਲੋਂ ਉੱਚੀ ਨਹੀਂ ਸੀ ਬੋਲਦਾ, ਉਸ 'ਤੇ ਅਧਿਆਪਕ ਦਾ ਡੰਡਾ ਖੂਬ ਵਰਦਾ ਸੀ। ਇਸ ਤਰ੍ਹਾਂ ਬੱਚਿਆਂ ਨੂੰ ਸੰਗ ਪਾੜ ਕੇ ਸਬਕ ਬੋਲਣਾ ਪੈਂਦਾ ਸੀ ਅਤੇ ਇਸ ਰੋਲੇ ਦੀ ਆਵਾਜ਼ ਅੱਧਾ ਪੌਣਾ ਮੀਲ ਦੂਰ ਤੱਕ ਸੁਣਾਈ ਦਿੰਦੀ ਸੀ। ਲਿੰਕਨ ਨੂੰ ਪੜ੍ਹਾਈ ਦਾ ਬੜਾ ਸ਼ੌਂਕ ਹੋ ਗਿਆ। ਲਿਖਣ ਲਈ ਕਾਗਜ਼ ਨਾ ਮਿਲਣ ਕਰਕੇ ਉਹ ਆਪਣੀ ਟੱਪਰੀ ਦੀਆਂ ਕੰਧਾਂ 'ਤੇ ਕੋਲਿਆਂ ਨਾਲ ਲਿਖਦਾ ਰਹਿੰਦਾ ਸੀ। ਜਦ ਸਾਰੀ ਕੰਧ ਭਰ ਜਾਂਦੀ ਸੀ ਤਾਂ ਲੱਕੜੀ ਨੂੰ ਉੱਪਰੋਂ ਚਾਕੂ ਨਾਲ ਛਿੱਲ ਕੇ ਸਾਫ਼ ਕਰ ਲੈਂਦਾ ਸੀ। ਉਹਦੇ ਪਾਸ ਇਤਨੇ ਪੈਸੇ ਨਹੀਂ ਸਨ ਕਿ ਉਹ ਹਿਸਾਬ ਦੀ ਪੁਸਤਕ ਮੁੱਲ ਲੈ ਲਵੇ, ਸੋ ਉਸਨੇ ਆਪਣੇ ਇੱਕ ਸਾਥੀ ਦੀ ਕਿਤਾਬ ਲੈ ਕੇ ਸਾਰੀ ਦੀ ਸਾਰੀ ਨਕਲ ਕਰ ਲਈ। ਅਨਪੜ੍ਹ ਪੇਂਡੂ ਕਈ ਮੀਲ ਦੂਰੋਂ ਖੱਤ ਲਿਖਵਾਉਣ ਲਈ ਉਹਦੇ ਪਾਸ ਆਉਂਦੇ ਹੁੰਦੇ ਸਨ। ਉਹਨੂੰ ਹੌਲੀ ਨਾ ਕੇਵਲ ਪੜ੍ਹਾਈ ਵਿੱਚ ਹੋਰ ਜ਼ਿਆਦਾ ਸ਼ੌਂਕ ਹੋ ਗਿਆ, ਬਲਕਿ ਉਸ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਸਤਾਵ ਦੇ ਰੂਪ ਵਿੱਚ ਲਿਖਣ ਦੀ ਵੀ ਰੁਚੀ ਪੈਦਾ ਹੋ ਗਈ। ਉਹਨੇ ਆਪਣੇ ਸਭ ਤੋਂ ਪਹਿਲੇ ਪ੍ਰਸਤਾਵ ਵਿੱਚ ਦੱਸਿਆ ਕਿ ਮਨੁੱਖ ਨੂੰ ਪਸ਼ੂਆਂ 'ਤੇ ਦਇਆ ਕਰਨੀ ਚਾਹੀਦੀ ਹੈ। 5 ਸਾਲ ਪਿੱਛੋਂ ਉਹ ਇੱਕ ਹੋਰ ਸਕੂਲ ਵਿੱਚ ਪੜ੍ਹਨੇ ਪੈ ਗਿਆ। ਜੇ ਉਸ ਸਾਰੇ ਸਮੇਂ ਦਾ ਅੰਦਾਜ਼ਾ ਲਾਇਆ ਜਾਏ ਜਿਹੜਾ ਉਹਨੇ ਸਕੂਲਾਂ ਵਿੱਚ ਵਿੱਦਿਆ ਪ੍ਰਾਪਤ ਕਰਨ 'ਤੇ ਲਾਇਆ ਤਾਂ ਉਹ ਕੇਵਲ 12 ਮਹੀਨੇ ਬਣਦਾ ਹੈ। ਪੜ੍ਹਨਾ ਸਿੱਖਣ ਨਾਲ ਉਹਦੇ ਸਾਹਮਣੇ ਇੱਕ ਜਾਦੂ ਦੀ ਦੁਨੀਆ ਦਾ ਰਾਹ ਖੁੱਲ੍ਹ ਗਿਆ। ਇਸ ਨਾਲ ਉਹਦੇ ਮਨ ਦੀ ਦੁਨੀਆ ਵਿਸ਼ਾਲ ਹੁੰਦੀ ਗਈ। ਕਿਤਾਬਾਂ ਉਹਦੇ ਲਈ ਆਤਮਿਕ ਉਚਾਨ 'ਤੇ ਪਹੁੰਚਣ ਦਾ ਜ਼ਰੀਆ ਬਣ ਗਈਆਂ। ਉਹਦੀ ਮਤਰੇਈ ਮਾਂ ਆਪਣੇ ਨਾਲ ਕੁਝ ਪ੍ਰਸਿੱਧ ਪੁਸਤਕਾਂ ਲਿਆਈ ਸੀ, ਜਿਨ੍ਹਾਂ ਵਿੱਚੋਂ ਈਸਪ ਦੀਆਂ ਕਹਾਣੀਆਂ, ਰੋਬਿਨਸਨ ਕਰੂਸੋ, ਸਿੰਦਬਾਦ ਦਾ ਸਫ਼ਰ ਅਤੇ ਬਾਈਬਲ ਖਾਸ ਵਰਣਨਯੋਗ ਹਨ। ਇਹ ਕਿਤਾਬਾਂ ਉਹਨੇ ਹਾਬੜਿਆਂ ਵਾਂਗ ਪੜ੍ਹੀਆਂ। ਉਹਨੇ ਬਾਈਬਲ ਨੂੰ ਖਾਸ ਕਰਕੇ ਇਤਨੀ ਵਾਰ ਪੜ੍ਹਿਆ ਕਿ ਇਸ ਪੁਸਤਕ ਦਾ ਉਹਦੇ ਲਿਖਣ ਦੇ ਢੰਗ 'ਤੇ ਡੂੰਘਾ ਪ੍ਰਭਾਵ ਪਿਆ। ਉਹਨੇ ਇੱਧਰੋਂ ਉੱਧਰੋਂ ਕੁਝ ਕਾਗਜ਼ ਇਕੱਠੇ ਕਰਕੇ ਇੱਕ ਕਾਪੀ ਬਣਾਈ। ਕਿਤਾਬਾਂ ਪੜ੍ਹਦਿਆਂ ਉਹਨੂੰ ਜਦ ਕੋਈ ਗੱਲ ਬਹੁਤ ਚੰਗੀ ਲੱਗਦੀ ਸੀ ਤਾਂ ਉਹ ਉਸਨੂੰ ਆਪਣੀ ਕਾਪੀ ਵਿੱਚ ਉਤਾਰ ਲੈਂਦਾ ਸੀ ਅਤੇ ਵੇਲੇ ਉਸਨੂੰ ਉੱਚੀ ਪੜ੍ਹ ਕੇ ਯਾਦ ਕਰਦਾ ਸੀ। ਖੇਤਾਂ ਵਿੱਚ ਕੰਮ ਕਰਦਿਆਂ ਜਦ ਵੀ ਦੁਪਹਿਰ ਵੇਲੇ ਉਹਨੂੰ ਆਰਾਮ ਕਰਨ ਦਾ ਵਕਤ ਮਿਲਦਾ ਤਾਂ ਉਹ ਇੱਕ ਰੁੱਖ ਲਾਗੇ ਲੇਟ ਜਾਂਦਾ ਅਤੇ ਲੱਤਾਂ ਤਣੇ ਨਾਲ ਉੱਪਰ ਵੱਲ ਟਿਕਾ ਕੇ ਆਪਣੀ ਕਿਤਾਬ ਪੜ੍ਹਨ ਵਿੱਚ ਰੁੱਝ ਜਾਂਦਾ। ਕਈ ਵਾਰ ਉਹ ਕਚਹਿਰੀ ਵਿੱਚ ਵਕੀਲਾਂ ਦੀ ਬਹਿਸ ਸੁਣਨ ਲਈ 15 ਮੀਲ ਪੈਦਲ ਤੁਰ ਕੇ ਜਾਂਦਾ।
ਹਾਸੇ ਮਖੌਲ ਦੀਆਂ ਗੱਲਾਂ ਉਹਨੂੰ ਬਹੁਤ ਹੀ ਚੰਗੀਆਂ ਲੱਗਦੀਆਂ ਸਨ ਅਤੇ ਕਹਾਣੀਆਂ ਸੁਣਾ ਕੇ ਉਹ ਲੋਕਾਂ ਦੇ ਢਿੱਡੀ ਪੀੜਾਂ ਪਾ ਦਿੰਦਾ ਸੀ। ਇੱਕ ਦਿਨ ਵਿੱਚ ਬਕਰਹਾਰਨ ਦੀ ਘਾਟੀ ਵਿੱਚ ਜਿੱਥੇ ਲਿੰਕਨ ਰਹਿੰਦਾ ਸੀ, ਫਿਰ ਉਹ ਹੀ ਬਿਮਾਰੀ ਫੈਲ ਗਈ ਜਿਸ ਨਾਲ ਉਹਦੀ ਮਾਤਾ ਗੁਜ਼ਰੀ ਸੀ। ਇਸ ਤੋਂ ਡਰਦਿਆਂ ਮਾਰਿਆ ਲਿੰਕਨ ਦਾ ਪਿਤਾ ਆਪਣਾ ਸਾਰਾ ਸਮਾਨ ਬੈਲ ਗੱਡੀ ਵਿੱਚ ਪਾ ਕੇ ਆਪਣੇ ਟੱਬਰ ਸਮੇਤ ਸੈਂਗਮਨ ਦਰਿਆ ਦੀ ਘਾਟੀ ਵੱਲ ਤੁਰ ਪਿਆ ਅਤੇ ਨਿਊ ਸੈਲਿਮ ਦੇ ਛੋਟੇ ਜਿਹੇ ਕਸਬੇ ਵਿੱਚ ਜਾ ਵਸਿਆ। ਉੱਥੇ ਜਾ ਕੇ ਲਿੰਕਨ ਉਜਰਤ ਤੇ ਜ਼ਿਮੀਂਦਾਰਾਂ ਦੇ ਨਿੱਕੇ ਮੋਟੇ ਕੰਮ ਕਰਦਾ ਰਹਿੰਦਾ ਸੀ, ਪਰ ਉਹ ਜ਼ਿਆਦਾ ਉਸ ਥਾਂ ਕੰਮ ਕਰਨਾ ਪਸੰਦ ਕਰਦਾ ਸੀ ਜਿੱਥੇ ਖੂਬ ਰੌਣਕ ਹੋਵੇ ਅਤੇ ਲੋਕ ਉਹਦੇ ਗਿਰਦੇ ਇਕੱਠੇ ਹੋ ਕੇ ਉਹਦੀਆਂ ਹਾਸੇ ਮਖੌਲ ਵਾਲੀਆਂ ਕਹਾਣੀਆਂ ਸੁਣਦੇ ਰਹਿਣ। ਇੱਥੇ ਹੀ ਉਹਨੂੰ ਆਪਣੀ ਇੱਕ ਵਪਾਰੀ ਡੈਂਟਨ ਔਫੁੱਟ ਨੇ ਮਿਸਿਸਿਪੀ ਨਦੀ ਰਾਹੀਂ ਨਿਊ ਔਰਲੀਅਨਜ਼ ਦੇ ਸ਼ਹਿਰ ਵਿੱਚ ਵਪਾਰ ਦੀਆਂ ਚੀਜ਼ਾਂ, ਕਣਕ, ਸੂਰ ਦਾ ਮਾਸ ਆਦਿ ਲੈ ਜਾ ਕੇ ਵੇਚਣ ਦੇ ਕੰਮ ਲਈ ਨੌਕਰ ਰੱਖ ਲਿਆ। ਇਸ ਵਪਾਰੀ ਪਾਸ ਉਹ 6 ਸਾਲ ਕੰਮ ਕਰਦਾ ਰਿਹਾ। ਜਦੋਂ ਸਫ਼ਰ 'ਤੇ ਨਹੀਂ ਸੀ ਜਾਂਦਾ ਤਾਂ ਉਹ ਉਸ ਦੀ ਦੁਕਾਨ 'ਤੇ ਹਿਸਾਬ ਕਿਤਾਬ ਦੀ ਪੜਤਾਲ ਕਰਦਾ ਰਹਿੰਦਾ ਸੀ। ਇਸ ਪਿੰਡ ਵਿੱਚ ਸ਼ਰਾਰਤੀ ਮੁੰਡਿਆਂ ਦਾ ਇੱਕ ਟੋਲਾ ਰਹਿੰਦਾ ਸੀ। ਇਹ ਕਲੇਰੀਜ਼ ਗਰੋਵ ਬॉयਜ਼ ਦੇ ਨਾਂ ਨਾਲ ਪ੍ਰਸਿੱਧ ਸਨ। ਇਸ ਟੋਲੇ ਦਾ ਆਸ-ਪਾਸ ਦੇ ਇਲਾਕੇ 'ਤੇ ਬੜਾ ਦਬਦਬਾ ਸੀ। ਸ਼ਰੀਫ ਲੋਕ ਇਹਨਾਂ ਦੀ ਗੁੰਡਾਗਰਦੀ ਤੋਂ ਬੜਾ ਡਰਦੇ ਸਨ। ਲਿੰਕਨ ਦੇ ਮਾਲਕ ਡੈਂਟਨ ਨੇ ਇੱਕ ਵਾਰ ਪਰੇ ਬਾਜ਼ਾਰ ਵਿੱਚ ਵੰਗਾਰਿਆ ਕਿ ਕਲੇਰੀਜ਼ ਬॉयਜ਼ ਚਾਹਣ ਤਾਂ ਉਹਦੇ ਕਲਰਕ ਲਿੰਕਨ ਨਾਲ 2 ਹੱਥ ਕਰਕੇ ਵੇਖ ਲੈਣ। ਇਸ ਤੇ ਟੋਲੇ ਦੇ ਲੀਡਰ ਜੈਕ ਆਰਮਸਟਰੋਂਗ ਨੂੰ ਬੜਾ ਉਬਾਲ ਆਇਆ। ਉਹਨੇ ਟਾਕਰਾ ਕਰਨਾ ਮਨਜ਼ੂਰ ਕਰ ਲਿਆ। ਸ਼ਹਿਰ ਦੇ ਬਾਹਰ ਘੋਲ ਲਈ ਇੱਕ ਅਖਾੜਾ ਬਣਾਇਆ ਗਿਆ। ਉੱਥੇ ਸ਼ਹਿਰ ਦੇ ਸਭ ਲੋਕ ਤਮਾਸ਼ਾ ਵੇਖਣ ਲਈ ਇਕੱਠੇ ਹੋ ਗਏ। ਲਿੰਕਨ ਨੇ ਆਉਂਦਿਆਂ ਹੀ ਐਸੇ 2 ਦਾਅ ਮਾਰੇ ਕਿ ਜੈਕ ਨੂੰ ਨਿਸਲ ਕਰ ਦਿੱਤਾ। ਇਸ ਤੇ ਕਲੇਰੀ ਗਰੋਵ ਬॉयਜ਼ ਦਾ ਸਾਰਾ ਘੁਮੰਡ ਮਿੱਟੀ ਵਿੱਚ ਮਿਲ ਗਿਆ ਅਤੇ ਉਹ ਨਾ ਕੇਵਲ ਲਿੰਕਨ ਦੇ ਪੱਕੇ ਮਿੱਤਰ ਬਣ ਗਏ, ਬਲਕਿ ਉਹਨਾਂ ਨੇ ਲਿੰਕਨ ਨੂੰ ਅਗਾਂਹ ਲਈ ਆਪਣਾ ਲੀਡਰ ਵੀ ਮੰਨ ਲਿਆ। ਇੱਥੇ ਹੀ ਲਿੰਕਨ ਨੂੰ ਪਬਲਿਕ ਵਿੱਚ ਬੋਲਣਾ ਸਿੱਖਣ ਦਾ ਅਵਸਰ ਮਿਲਿਆ। ਕੁਝ ਸਾਹਿਤਕਾਰਾਂ ਨੇ ਇੱਕ ਸਾਹਿਤਕ ਸੰਸਥਾ ਬਣਾਈ ਹੋਈ ਸੀ। ਇਹ ਹਰ ਹਫ਼ਤੇ ਰਟਲਜ਼ ਇਨ ਵਿੱਚ ਇਕੱਠੇ ਹੁੰਦੇ ਸਨ ਅਤੇ ਆਪਣੇ ਤਜਰਬੇ, ਕਹਾਣੀਆਂ, ਕਵਿਤਾਵਾਂ ਆਦਿ ਇੱਕ ਦੂਜੇ ਨੂੰ ਸੁਣਾਉਂਦੇ ਹੁੰਦੇ ਸਨ। ਲਿੰਕਨ ਇਹਨਾਂ ਬੈਠਕਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਇਸ ਨਾਲ ਉਹਦੇ ਮਨ ਦੀ ਦੁਨੀਆ ਹੋਰ ਵੀ ਵਿਸ਼ਾਲ ਹੋ ਗਈ। ਉਹਨੂੰ ਇਹ ਵੀ ਵਿਸ਼ਵਾਸ ਹੋ ਗਿਆ ਕਿ ਉਹ ਗੱਲਬਾਤ ਅਤੇ ਤਕਰੀਰਾਂ ਦੁਆਰਾ ਲੋਕਾਂ ਦੇ ਵਿਚਾਰਾਂ 'ਤੇ ਡੂੰਘਾ ਪ੍ਰਭਾਵ ਪਾ ਸਕਦਾ ਹੈ। ਕੁਝ ਚਿਰ ਪਿੱਛੋਂ ਡੈਂਟਨ ਨੂੰ ਨੁਕਸਾਨ ਹੋ ਜਾਣ ਕਰਕੇ ਉਸ ਦਾ ਕਾਰੋਬਾਰ ਬੰਦ ਹੋ ਗਿਆ ਅਤੇ ਲਿੰਕਨ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ। ਇਹਨਾਂ ਦਿਨਾਂ ਵਿੱਚ ਇੱਕ ਰੈੱਡ ਇੰਡੀਅਨ ਸਰਦਾਰ ਨਾਲ ਲੜਾਈ ਛਿੜ ਪਈ। ਉਹਨੇ ਆਸ-ਪਾਸ ਦੇ ਇਲਾਕੇ ਵਿੱਚ ਸਾੜ ਫੂਕ ਅਤੇ ਕਤਲ ਦਾ ਬਾਜ਼ਾਰ ਗਰਮ ਕਰ ਦਿੱਤਾ। ਲੜਾਈ ਲਈ ਦਬਾ-ਦਬ ਭਰਤੀ ਸ਼ੁਰੂ ਹੋ ਗਈ। ਲਿੰਕਨ ਵਿਹਲਾ ਸੀ, ਇਸ ਲਈ ਉਹ ਵੀ ਫੌਜ ਵਿੱਚ ਭਰਤੀ ਹੋ ਗਿਆ। ਇਹ ਲੜਾਈ 30 ਦਿਨ ਰਹੀ। ਲਿੰਕਨ ਭਰਤੀ ਹੋਏ ਸਿਪਾਹੀਆਂ ਦੇ ਇੱਕ ਦਸਤੇ ਦਾ ਕਪਤਾਨ ਚੁਣਿਆ ਗਿਆ, ਜਿਸ ਵਿੱਚ ਕਲੇਰੀ ਗਰੋਵ ਬॉयਜ਼ ਵੀ ਸਨ। ਲਿੰਕਨ ਲਿਖਦਾ ਹੈ ਕਿ ਇਹ ਲੜਾਈ ਮੇਰੇ ਲਈ ਨਿਰਾ ਮੌਜ ਮੇਲਾ ਹੀ ਸੀ। ਸਾਡਾ ਰੈੱਡ ਇੰਡੀਅਨ ਵੈਰੀਏ ਨਾਲ ਤਾਂ ਕਿਤੇ ਵੀ ਟੱਕਰਾ ਨਾ ਹੋਇਆ। ਹਾਂ, ਮੱਛਰਾਂ ਨਾਲ ਸਾਡੀਆਂ ਬੜੀਆਂ ਘਾਤਕ ਲੜਾਈਆਂ ਹੁੰਦੀਆਂ ਰਹੀਆਂ। ਲੜਾਈ ਤੋਂ ਵਿਹਲਿਆਂ ਹੋ ਕੇ ਉਹ 1832 ਵਿੱਚ ਰਾਜ ਵਿਧਾਨ ਸਭਾ ਦੀ ਚੋਣ ਲਈ ਖੜਾ ਹੋ ਗਿਆ, ਪਰ ਉਹ 3 ਵੋਟਾਂ ਤੋਂ ਹਾਰ ਗਿਆ। 2 ਸਾਲਾਂ ਪਿੱਛੋਂ ਫਿਰ ਚੋਣ ਹੋਈ। ਇਸ ਵਾਰੀ ਉਹ ਪੂਰੀ ਤਰ੍ਹਾਂ ਸਫਲ ਹੋਇਆ ਅਤੇ ਇਸ ਤੋਂ ਪਿੱਛੋਂ 4 ਵਾਰੀ ਲਗਾਤਾਰ ਜਿੱਤਦਾ ਰਿਹਾ। ਨਿਊ ਸੈਲਿਮ ਵਿੱਚ ਜੈਕ ਕੈਲਸੋ ਨਾਮੀ ਇੱਕ ਮਸ਼ੇਰਾ ਉਹਦਾ ਮਿੱਤਰ ਬਣ ਗਿਆ। ਉਹ ਪ੍ਰਸਿੱਧ ਅੰਗਰੇਜ਼ੀ ਨਾਟਕਕਾਰ ਸ਼ੇਕਸਪੀਅਰ ਦਾ ਬੜਾ ਉਪਾਸ਼ਕ ਸੀ। ਉਸ ਦੁਆਰਾ ਲਿੰਕਨ ਤੇ ਸ਼ੇਕਸਪੀਅਰ ਦੇ ਨਾਟਕਾਂ ਅਤੇ ਕਵੀ ਬਰਨਸ ਦੀਆਂ ਕਵਿਤਾਵਾਂ ਦਾ ਬੜਾ ਪ੍ਰਭਾਵ ਪਿਆ। ਸ਼ੇਕਸਪੀਅਰ ਨਾਲ ਲਿੰਕਨ ਦਾ ਪਿਆਰ ਆਖਰੀ ਦਮ ਤੱਕ ਰਿਹਾ। ਉਹ ਉਹਦੇ ਨਾਟਕਾਂ ਨੂੰ ਬੜੇ ਚਾਅ ਤੇ ਉਤਸ਼ਾਹ ਨਾਲ ਪੜ੍ਹਦਾ ਹੁੰਦਾ ਸੀ। ਕਹਿੰਦੇ ਹਨ ਕਿ ਉਹ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਆਪਣੇ ਮਿੱਤਰਾਂ ਨੂੰ 2 ਘੰਟੇ ਲਗਾਤਾਰ ਮੈਕਬੈਥ ਨਾਟਕ ਪੜ੍ਹ ਕੇ ਸੁਣਾਉਂਦਾ ਰਿਹਾ। ਐਨ ਰਟਲਿਸ ਤੇ ਮੈਰੀ ਟੂਡ ਉਸ ਹੋਟਲ ਦੇ ਮਾਲਕ ਦੀ, ਜਿੱਥੇ ਹਰ ਹਫ਼ਤੇ ਸਾਰੇ ਸਾਹਿਤਕਾਰ ਇਕੱਠੇ ਹੁੰਦੇ ਸਨ, ਇੱਕ ਸਿੱਧੀ ਸਾਦੀ ਤੇ ਬੜੀ ਨੇਕ ਦਿਲ ਲੜਕੀ ਸੀ ਜਿਸ ਦਾ ਨਾਂ ਐਨ ਸੀ। ਲਿੰਕਨ ਨੂੰ ਉਹ ਬੜੀ ਚੰਗੀ ਲੱਗੀ। ਭਾਵੇਂ ਉਹ ਇੱਕ ਸਥਾਨਕ ਅਮੀਰ ਵਪਾਰੀ ਮੈਕਨੀਲ ਨਾਲ ਮੰਗੀ ਹੋਈ ਸੀ, ਫਿਰ ਵੀ ਲਿੰਕਨ ਨੂੰ ਉਹਦੇ ਨਾਲ ਪਿਆਰ ਹੋ ਗਿਆ। ਪਰ ਪਤਾ ਨਹੀਂ ਕਿਸ ਕਾਰਨ ਮੈਕਨੀਲ ਨੇ ਆਪਣੀ ਦੁਕਾਨ ਦਾ ਸਾਰਾ ਸਮਾਨ ਵੇਚ ਦਿੱਤਾ ਅਤੇ ਐਨ ਨੂੰ ਇਹ ਕਹਿ ਕੇ ਕਿ ਉਹ ਜਲਦੀ ਹੀ ਨਿਊਯਾਰਕ ਤੋਂ ਆਪਣੀ ਮਾਤਾ ਨੂੰ ਮਿਲ ਕੇ ਵਾਪਸ ਆ ਜਾਏਗਾ, ਉਹ ਉੱਥੋਂ ਚਲਾ ਗਿਆ। ਕਈ ਮਹੀਨੇ ਲੰਘ ਗਏ, ਪਰ ਉਹਨੇ ਐਨ ਨੂੰ ਖੱਤ ਪੱਤਰ ਦੁਆਰਾ ਕੋਈ ਪਤਾ ਥੋ ਨਾ ਦਿੱਤਾ। ਮੈਕਨੀਲ ਵੱਲੋਂ ਕੀਤੀ ਗਈ ਇਸ ਹੇਰਾਫੇਰੀ 'ਤੇ ਐਨ ਨੂੰ ਬੜਾ ਦੁੱਖ ਹੋਇਆ। ਲਿੰਕਨ 19 ਦਿਨੀ ਉਸ ਪਿੰਡ ਵਿੱਚ ਪੋਸਟਮਾਸਟਰ ਦਾ ਕੰਮ ਕਰਦਾ ਸੀ। ਐਨ ਨੇ ਉਸ ਪਾਸੋਂ 2-3 ਵਾਰ ਮੈਕਨੀਲ ਵੱਲੋਂ ਆਏ ਖੱਤ ਪੱਤਰ ਬਾਰੇ ਪੁੱਛਿਆ। ਲਿੰਕਨ ਨੂੰ ਐਨ 'ਤੇ ਬੜਾ ਤਰਸ ਆਇਆ ਅਤੇ ਉਹਨੇ ਐਨ ਨੂੰ ਕਿਹਾ ਕਿ ਜੇ ਉਹ ਕਹੇ ਤਾਂ ਉਹ ਮੈਕਨੀਲ ਬਾਰੇ ਪਤਾ ਕਰਨ ਲਈ ਨਿਊਯਾਰਕ ਜਾ ਸਕਦਾ ਹੈ। ਐਨ ਨੇ ਉੱਤਰ ਦਿੱਤਾ, ਜੋ ਮੇਰੀ ਐਨੀ ਵੀ ਪਰਵਾਹ ਨਹੀਂ ਕਰਦਾ ਕਿ 2 ਅੱਖਰ ਹੀ ਲਿਖ ਦੇਵੇ ਤਾਂ ਉਹਦੇ ਮਗਰ ਫਿਰਨ ਦਾ ਕੀ ਲਾਭ। ਹੁਣ ਲਿੰਕਨ ਨੂੰ ਆਸ ਹੋ ਗਈ ਕਿ ਸ਼ਾਇਦ ਐਨ ਉਹਦੇ ਨਾਲ ਵਿਆਹ ਕਰਾਉਣ 'ਤੇ ਰਾਜ਼ੀ ਹੋ ਜਾਏ।
ਹੁਣ ਤੋਂ ਐਨ ਉਹਦੇ ਦਿਲ ਦਿਮਾਗ ਵਿੱਚ ਛਾ ਗਈ। ਉਹ ਸਾਰਾ ਦਿਨ ਐਨ ਬਾਰੇ ਹੀ ਸੋਚਦਾ ਰਹਿੰਦਾ ਸੀ। ਉਹ ਕਈ ਵਾਰ ਐਨ ਨਾਲ ਸੈਂਗਮਨ ਨਦੀ ਦੇ ਕੰਢੇ 'ਤੇ ਫਿਰਨ ਲਈ ਜਾਂਦਾ ਅਤੇ ਇਸ ਲਈ ਉਹਦੀ ਖੁਸ਼ੀ ਦੀ ਕੋਈ ਹੱਦ ਨਾ ਰਹਿੰਦੀ। ਇਸ ਘਟਨਾ ਤੋਂ ਕੁਝ ਹੀ ਸਮੇਂ ਪਿਛਲੋਂ ਲਿੰਕਨ ਨੇ ਬੈਰੀ ਨਾਂ ਦੇ ਇੱਕ ਸ਼ਰਾਬੀ ਨਾਲ ਭਾਈਵਾਲੀ ਪਾ ਕੇ ਇੱਕ ਦੁਕਾਨ ਖੋਲ੍ਹੀ ਸੀ। ਇੱਕ ਦਿਨ ਉਹਦੀ ਦੁਕਾਨ ਸਾਹਮਣੇ ਇੱਕ ਘੋੜਾ ਗੱਡੀ ਲੰਘੀ। ਘੋੜੇ ਬੜੇ ਥੱਕੇ ਹੋਏ ਸਨ ਅਤੇ ਪੈਂਡਾ ਬੜਾ ਲੰਮਾ ਸੀ। ਘੋੜੇ ਵਾਲੇ ਨੇ ਗੱਡੀ ਦਾ ਭਾਰ ਹੌਲਾ ਕਰਨ ਲਈ ਇੱਕ ਵੱਡਾ ਸਾਰਾ ਨਿੱਕ-ਸੁੱਕ ਨਾਲ ਭਰਿਆ ਡੋਲ 50 ਸੈਂਟ ਬਦਲੇ ਲਿੰਕਨ ਦੇ ਹਵਾਲੇ ਕਰ ਦਿੱਤਾ। ਕੁਝ ਦਿਨਾਂ ਪਿੱਛੋਂ ਲਿੰਕਨ ਨੂੰ ਉਸ ਡੋਲ ਵਿੱਚ ਪਏ ਨਿੱਕ-ਸੁੱਕ ਵਿੱਚੋਂ ਇੱਕ ਵਕਾਲਤ ਦੀ ਕਿਤਾਬ ਲੱਭੀ। ਲਿੰਕਨ ਨੇ ਉਹ ਇਸ ਦਿਲਚਸਪੀ ਨਾਲ ਪੜ੍ਹੀ ਕਿ ਉਹਨੂੰ ਖਾਣ ਪੀਣ ਦੀ ਵੀ ਸੁੱਧ ਨਾ ਰਹੀ। ਇਸ ਪਿੱਛੋਂ ਉਸਨੇ ਪੱਕਾ ਫੈਸਲਾ ਕਰ ਲਿਆ ਕਿ ਉਹ ਵਕਾਲਤ ਦਾ ਕੰਮ ਹੀ ਕਰੇਗਾ, ਕਿਉਂਕਿ ਇੱਕ ਤਾਂ ਵਕਾਲਤ ਦੀ ਉਹਨਾਂ ਦਿਨਾਂ ਵਿੱਚ ਬੜੀ ਕਦਰ ਸੀ ਅਤੇ ਦੂਜੇ ਉਹਦੇ ਵਿਚਾਰ ਸੀ ਕਿ ਐਨ ਵੀ ਜਿਸ ਨਾਲ ਉਹ ਵਿਆਹ ਕਰਾਉਣਾ ਚਾਹੁੰਦਾ ਸੀ ਇਸ ਕੰਮ ਨੂੰ ਪਸੰਦ ਕਰੇਗੀ। ਉਹ ਪੁਰਾਣੀ ਆਦਤ ਅਨੁਸਾਰ ਆਪਣੀ ਦੁਕਾਨ ਸਾਹਮਣੇ ਇੱਕ ਰੁੱਖ ਦੀ ਛਾਂ ਹੇਠ ਲੇਟ ਜਾਂਦਾ ਅਤੇ ਲੱਤਾਂ ਰੁੱਖ ਨਾਲ ਟਿਕਾ ਕੇ ਘੰਟਿਆਂ ਬੱਧੀ ਪੜ੍ਹਦਾ ਰਹਿੰਦਾ ਸੀ। ਲਿੰਕਨ ਇਸ ਤਰ੍ਹਾਂ ਕਿਤਾਬਾਂ ਪੜ੍ਹਨ ਵਿੱਚ ਮਸਤ ਰਹਿੰਦਾ ਸੀ ਅਤੇ ਬੈਰੀ ਦੁਕਾਨ ਦੀ ਸਾਰੀ ਵਟਕ ਸ਼ਰਾਬ ਪੀਣ ਵਿੱਚ ਉਡਾਈ ਜਾਂਦਾ ਸੀ। ਇਸ ਲਈ ਦੁਕਾਨ ਦਾ ਜਲਦੀ ਹੀ ਪੱਠਾ ਬਹਿ ਗਿਆ। ਲਿੰਕਨ ਦੀ ਹਾਲਤ ਇਹ ਹੋ ਗਈ ਕਿ ਉਹਨੂੰ ਇੱਕ ਡੰਗ ਰੋਟੀ ਖਾਣ ਲਈ ਵੀ ਕੋਈ ਨਾ ਕੋਈ ਕੰਮ ਕਰਨਾ ਜ਼ਰੂਰੀ ਹੋ ਗਿਆ। ਉਧਰ ਐਨ ਦੇ ਪਿਤਾ ਦੇ ਹੋਟਲ ਦਾ ਵੀ ਦਿਵਾਲਾ ਨਿਕਲ ਗਿਆ ਅਤੇ ਐਨ ਨੂੰ ਵੀ ਮਜਬੂਰਨ ਕਿਸੇ ਅਮੀਰ ਜ਼ਮੀਂਦਾਰ ਦੇ ਘਰ ਜਾ ਕੇ ਰਸੋਈਨ ਦਾ ਕੰਮ ਕਰਨਾ ਪਿਆ। ਉਸੇ ਜ਼ਮੀਂਦਾਰ ਕੋਲ ਲਿੰਕਨ ਨੂੰ ਵੀ ਵਾਹੀ ਦਾ ਕੰਮ ਮਿਲ ਗਿਆ। ਐਨ ਦੇ ਨੇੜੇ ਰਹਿਣ ਦਾ ਅਵਸਰ ਮਿਲਣਾ ਉਹਦੇ ਲਈ ਇੱਕ ਰੱਬੀ ਦਾਤ ਸੀ। ਆਪਣੀ ਮੌਤ ਤੋਂ ਪਹਿਲਾਂ ਲਿੰਕਨ ਨੇ ਆਪਣੇ ਇੱਕ ਮਿੱਤਰ ਨੂੰ ਦੱਸਿਆ ਕਿ ਇਹ ਦਿਨ ਵੀ ਉਹਦੇ ਜੀਵਨ ਦੇ ਸੁਨਹਿਰੀ ਦਿਨ ਸਨ। ਪਰ ਇਹ ਖੁਸ਼ੀ ਗਿਣੇ ਮਿੱਥੇ ਦਿਨਾਂ ਦੀ ਪ੍ਰਾਹੁਣੀ ਸੀ। ਐਨ ਜਲਦੀ ਹੀ ਬਿਮਾਰ ਪੈ ਗਈ। ਦਿਨ ਬ ਦਿਨ ਉਹਦੀ ਹਾਲਤ ਵਿਗੜਦੀ ਗਈ। ਮੌਤ ਤੋਂ ਪਹਿਲਾਂ ਕਈ ਵਾਰੀ ਬੇਹੋਸ਼ੀ ਵਿੱਚ ਉਹ ਲਿੰਕਨ ਦਾ ਨਾਂ ਬੁੜਬੁੜਾਉਂਦੀ ਰਹਿੰਦੀ ਸੀ। ਇਸ 'ਤੇ ਡਾਕਟਰ ਨੇ ਲਿੰਕਨ ਨੂੰ ਐਨ ਨਾਲ ਮਿਲਣ ਦੀ ਆਗਿਆ ਦੇ ਦਿੱਤੀ। ਇਹ ਲਿੰਕਨ ਦੀ ਐਨ ਨਾਲ ਆਖਰੀ ਮੁਲਾਕਾਤ ਸੀ। ਇਸ ਪਿੱਛੋਂ ਐਨ ਬੇਸੁਰਤ ਹੋ ਗਈ ਅਤੇ ਬੇਸੁਰਤੀ ਵਿੱਚ ਹੀ ਉਹਨੇ ਸਵਾਸ ਤਿਆਗ ਦਿੱਤੇ। ਲਿੰਕਨ ਲਈ ਐਨ ਦੀ ਮੌਤ ਇੱਕ ਸਖਤ ਸੱਟ ਸੀ। ਉਹ ਪਾਗਲਾਂ ਵਾਂਗ ਇਕੱਲਾ ਇਕਾਂਤ ਵਿੱਚ ਫਿਰਦਾ ਰਹਿੰਦਾ ਅਤੇ ਬੁੜਬੁੜਾਉਂਦਾ ਰਹਿੰਦਾ ਸੀ ਅਤੇ ਐਨ ਦੀ ਕਬਰ 'ਤੇ ਜਾ ਕੇ ਰੋਂਦਾ। ਉਸਦੇ ਜੀਵਨ ਦੇ ਨੀਲੇ ਆਕਾਸ਼ ਵਿੱਚ ਗਮੀ ਦੇ ਬੱਦਲ ਸਦਾ ਲਈ ਆਪਣਾ ਪ੍ਰਭਾਵ ਛੱਡ ਗਏ। ਐਨ ਦੀ ਮੌਤ ਦੇ 2 ਸਾਲ ਪਿੱਛੋਂ ਲਿੰਕਨ ਨਿਊ ਸੈਲਮ ਨੂੰ ਛੱਡ ਕੇ ਸਪਰਿੰਗਫੀਲਡ ਵਿੱਚ ਜਾ ਕੇ ਰਹਿਣ ਲੱਗ ਪਿਆ, ਕਿਉਂਕਿ ਹੁਣ ਉਹਦੇ ਵਕੀਲ ਬਣਨ ਦਾ ਪੱਕਾ ਇਰਾਦਾ ਕਰ ਲਿਆ ਸੀ। ਸਪਰਿੰਗਫੀਲਡ ਵਿੱਚ ਉਸ ਸਮੇਂ 1,500 ਦੀ ਵਸੋਂ ਦਾ ਇੱਕ ਛੋਟਾ ਜਿਹਾ ਕਸਬਾ ਸੀ। ਲਿੰਕਨ ਦੇ ਸਿਰ 'ਤੇ $1100 ਦਾ ਕਰਜ਼ਾ ਚੜ੍ਹ ਗਿਆ ਸੀ। ਉਹਦਾ ਭਾਈਵਾਲ ਬੈਰੀ ਬਹੁਤ ਸ਼ਰਾਬ ਪੀਣ ਕਰਕੇ ਮਰ ਗਿਆ ਸੀ ਅਤੇ ਸਾਰਾ ਕਰਜ਼ਾ ਹੁਣ ਲਿੰਕਨ ਨੂੰ ਹੀ ਦੇਣਾ ਪੈਂਦਾ ਸੀ। ਲਿੰਕਨ ਵੈਸੇ ਆਪਣੇ ਭਾਈਵਾਲ ਦੀ ਮੌਤ ਦਾ ਅਤੇ ਆਪਣੇ ਕਾਰੋਬਾਰ ਨਾਲ ਚੱਲਣ ਦਾ ਬਹਾਨਾ ਬਣਾ ਕੇ ਕਾਨੂੰਨ ਦੀਆਂ ਅੱਖਾਂ ਵਿੱਚ ਕਰਜ਼ੇ ਦੀ ਜ਼ਿੰਮੇਵਾਰੀ ਤੋਂ ਛੁੱਟ ਸਕਦਾ ਸੀ, ਪਰ ਲਿੰਕਨ ਇੱਕ ਸੱਚਾ ਅਤੇ ਉੱਚੇ ਚਰਿੱਤਰ ਦਾ ਬੰਦਾ ਸੀ। ਉਹ ਇੱਕ ਪੈਸਾ ਬਚਾ ਕੇ ਪੂਰੇ 12 ਸਾਲ ਇਹ ਕਰਜ਼ਾ ਲਾਹੁੰਦਾ ਰਿਹਾ। ਸਪਰਿੰਗਫੀਲਡ ਵਿੱਚ ਉਹਦੀ ਕੋਈ ਵਾਕਫੀਅਤ ਨਹੀਂ ਸੀ। ਉੱਥੇ ਪਹੁੰਚ ਕੇ ਉਹ ਉੱਥੇ ਇੱਕ ਦੇ ਬਾਜ਼ਾਰ ਵਿੱਚ ਇੱਕ ਦੁਕਾਨ ਸਾਹਮਣੇ ਜਾ ਰੁਕਿਆ। ਇਸ ਦੁਕਾਨ ਦੇ ਮਾਲਕ ਦਾ ਨਾਂ ਜੋਸ਼ੂਆ ਸਪੀਡ ਸੀ। ਲਿੰਕਨ ਉਹਨੂੰ ਪੁੱਛਣ ਲੱਗਾ ਕਿ ਸੌਣ ਲਈ ਇੱਕ ਬਿਸਤਰੇ 'ਤੇ ਕਿੰਨਾ ਖਰਚ ਆਏਗਾ। ਜਦ ਸਪੀਡ ਨੇ ਹਿਸਾਬ ਕਰਕੇ ਦੱਸਿਆ ਕਿ $17 ਲੱਗਣਗੇ ਤਾਂ ਲਿੰਕਨ ਕਹਿਣ ਲੱਗਾ, ਇਹ ਰਕਮ ਜ਼ਿਆਦਾ ਤਾਂ ਨਹੀਂ, ਪਰ ਮੇਰੇ ਪਾਸ ਇਸ ਵੇਲੇ 1 ਸੈਂਟ ਵੀ ਨਹੀਂ, ਪਰ ਜੇ ਤੂੰ ਮੈਨੂੰ ਕ੍ਰਿਸਮਸ ਤੱਕ ਉਧਾਰ ਦੇ ਦੇਵੇਂ ਅਤੇ ਜੇ ਮੇਰਾ ਉਦੋਂ ਤੱਕ ਵਕਾਲਤ ਦਾ ਕੰਮ ਵੀ ਚੱਲ ਪਏ ਤਾਂ ਮੈਂ ਤੈਨੂੰ ਇਹ ਰਕਮ ਮੋੜ ਦਿਆਂਗਾ, ਪਰ ਜੇ ਮੈਂ ਵਕਾਲਤ ਵਿੱਚ ਸਫਲ ਨਾ ਹੋਇਆ ਤਾਂ ਰੱਬ ਰਾਖਾ। ਸਪੀਡ ਨੂੰ ਲਿੰਕਨ ਦੀ ਬੇਬਸੀ ਅਤੇ ਉਦਾਸੀ ਵੇਖ ਕੇ ਬੜਾ ਤਰਸ ਆਇਆ। ਉਹ ਕਹਿਣ ਲੱਗਾ, ਮੈਂ ਤੈਨੂੰ ਇੱਕ ਸਲਾਹ ਦਿੰਦਾ ਹਾਂ ਕਿ ਜਿਸ ਤਰ੍ਹਾਂ ਸ਼ਾਇਦ ਕਰਜ਼ੇ ਤੋਂ ਬਿਨਾਂ ਵੀ ਤੇਰਾ ਕੰਮ ਚੱਲ ਜਾਏ, ਮੇਰੇ ਕੋਲ ਦੁਕਾਨ ਦੇ ਉੱਪਰ ਇੱਕ ਵੱਡਾ ਸਾਰਾ ਚੁਬਾਰਾ ਹੈ ਜਿਸ ਵਿੱਚ ਇੱਕ ਵਿਹਲਾ ਬਿਸਤਰਾ ਵੀ ਪਿਆ ਹੈ। ਜੇ ਤੇਰਾ ਜੀਅ ਕਰੇ ਤਾਂ ਤੂੰ ਉੱਥੇ ਰਹਿ ਸਕਦਾ ਹੈ। ਲਿੰਕਨ ਦਬਾ ਦਬ ਉੱਪਰ ਗਿਆ ਅਤੇ ਆਪਣੀਆਂ ਚੀਜ਼ਾਂ ਫਰਸ਼ 'ਤੇ ਟਿਕਾ ਕੇ ਮੁੜਦੇ ਪੈਰੀ ਖੁਸ਼ੀ ਥੱਲੇ ਉੱਤਰ ਆਇਆ ਅਤੇ ਸਪੀਡ ਨੂੰ ਕਹਿਣ ਲੱਗਾ, ਸਪੀਡ, ਇਸ ਸਹਾਇਤਾ ਲਈ ਮੈਂ ਤੇਰਾ ਬੜਾ ਧੰਨਵਾਦੀ ਹਾਂ। ਇਸ ਤਰ੍ਹਾਂ ਲਿੰਕਨ ਨੇ ਸਪੀਡ ਪਾਸ ਉਸ ਚੁਬਾਰੇ ਵਿੱਚ 5.5 ਸਾਲ ਕੱਟੇ। ਇੱਥੇ ਹੀ 1839 ਵਿੱਚ ਲਿੰਕਨ ਦੀ ਇੱਕ ਲੜਕੀ ਨਾਲ ਮੁਲਾਕਾਤ ਹੋਈ ਜਿਸ ਨੂੰ ਬਾਅਦ ਵਿੱਚ ਉਹਦੀ ਜੀਵਨ ਸਾਥਣ ਬਣਨ ਦਾ ਮਾਣ ਪ੍ਰਾਪਤ ਹੋਇਆ। ਇਸ ਲੜਕੀ ਦਾ ਨਾਂ ਮੇਰੀ ਟੌਡ ਸੀ। ਉਹ ਬੜੀ ਆਪਹੁਦਰੀ, ਤਲਖ ਮਿਜ਼ਾਜ ਲੜਕੀ ਸੀ ਅਤੇ ਵਿਖਾਵੇ ਅਤੇ ਸ਼ਾਨ ਸ਼ੌਕਤ ਦੀ ਬੜੀ ਚਾਹਵਾਨ ਸੀ। ਉਹਦੇ ਦਿਮਾਗ ਵਿੱਚ ਇਹ ਖਿਆਲ ਕਰ ਗਿਆ ਸੀ ਕਿ ਉਹਦਾ ਵਿਆਹ ਉਸ ਮਨੁੱਖ ਨਾਲ ਹੋਏਗਾ ਜੋ ਕਿਸੇ ਦਿਨ ਅਮਰੀਕਾ ਦਾ ਪ੍ਰਧਾਨ ਬਣੇਗਾ। ਸਪਰਿੰਗਫੀਲਡ ਵਿੱਚ ਉਸ ਸਮੇਂ 2 ਆਦਮੀ ਸਨ, ਇੱਕ ਲਿੰਕਨ ਅਤੇ ਦੂਜਾ ਸਟੀਫਨ ਡਗਲਸ, ਜਿਨ੍ਹਾਂ ਨੂੰ ਕਿਸਮਤ ਨੇ 1860 ਦੀ ਪ੍ਰਧਾਨਗੀ ਦੀ ਚੋਣ ਲਈ ਉਮੀਦਵਾਰ ਚੁਣਿਆ। ਡਗਲਸ ਉਸ ਉੱਚ ਘਰਾਣੇ ਦਾ ਖਾਂਦਾ ਪੀਂਦਾ ਵਕੀਲ ਸੀ ਅਤੇ ਸਮਾਜ ਵਿੱਚ ਉਹਦੀ ਬੜੀ ਇੱਜ਼ਤ ਸੀ। ਉਹ ਸ਼ਕਲ ਸੂਰਤ ਵਿੱਚ ਵੀ ਪ੍ਰਭਾਵਕ ਸੀ। ਉਸ ਦੇ ਮੁਕਾਬਲੇ ਵਿੱਚ ਲਿੰਕਨ ਬਦਸੂਰਤ ਸੀ, ਗਰੀਬ ਸੀ ਅਤੇ ਨਾ ਹੀ ਉਸ ਨੂੰ ਆਸ-ਪਾਸ ਦੇ ਆਦਮੀਆਂ ਤੋਂ ਸਿਵਾ ਹੋਰ ਕੋਈ ਜਾਣਦਾ ਵੀ ਨਹੀਂ ਸੀ। ਇਸ ਲਈ ਮੇਰੀ ਟੌਡ ਦਾ ਝੁਕਾਅ ਜ਼ਿਆਦਾ ਡਗਲਸ ਵੱਲ ਸੀ, ਪਰ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਡਗਲਸ ਉਹਦੇ ਅੜਿੱਕੇ ਨਾ ਚੜ੍ਹਿਆ। ਇਸ ਲਈ ਉਹਨੇ ਲਿੰਕਨ ਨੂੰ ਫਾਉਣ ਦਾ ਮਨ ਬਣਾ ਲਿਆ।
ਇੱਕ ਦਿਨ ਸਪਰਿੰਗਫੀਲਡ ਵਿੱਚ ਇੱਕ ਚੋਣ ਸੰਬੰਧੀ ਸੰਮੇਲਨ ਹੋਇਆ, ਜਿਸ ਵਿੱਚ ਲਿੰਕਨ ਨੂੰ ਬੋਲਣ ਦਾ ਮੌਕਾ ਮਿਲਿਆ। ਲਿੰਕਨ ਨੇ ਉਸ ਵਿੱਚ ਇੱਕ ਬੜੀ ਪ੍ਰਭਾਵਸ਼ਾਲੀ ਤਕਰੀਰ ਕੀਤੀ, ਜਿਸ ਦਾ ਸੁਣਨ ਵਾਲਿਆਂ ਦੇ ਮਨ 'ਤੇ ਬੜਾ ਅਸਰ ਹੋਇਆ। ਮੇਰੀ ਟੋਡ ਨੂੰ ਯਕੀਨ ਹੋ ਗਿਆ ਕਿ ਕਿਸੇ ਨਾ ਕਿਸੇ ਦਿਨ ਲਿੰਕਨ ਜ਼ਰੂਰ ਪ੍ਰਧਾਨ ਬਣੇਗਾ, ਇਸ ਲਈ ਉਹਨੇ ਲਿੰਕਨ ਸਾਹਮਣੇ ਉਹਦੇ ਨਾਲ ਵਿਆਹ ਕਰਨ ਦੀ ਤਜਵੀਜ਼ ਰੱਖੀ। ਲਿੰਕਨ ਮੰਨ ਗਿਆ ਅਤੇ ਵਿਆਹ ਦੀ ਤਰੀਕ 1 ਜਨਵਰੀ 1941 ਮੁਕਰਰ ਕੀਤੀ ਗਈ। ਪਰ ਮੇਰੀ ਨੇ ਲਿੰਕਨ ਵੱਲ ਕੁਝ ਐਸਾ ਵਤੀਰਾ ਅਪਣਾਇਆ, ਜਿਸ ਕਾਰਨ ਲਿੰਕਨ ਦਾ ਮਨ ਉਸ ਵੱਲੋਂ ਜਲਦੀ ਹੀ ਖੱਟਾ ਹੋ ਗਿਆ। ਲਿੰਕਨ ਇੱਕ ਅਸਧਾਰਨ ਆਦਮੀ ਸੀ। ਉਹ ਆਪਣੇ ਲਿਬਾਸ ਅਤੇ ਰਹਿਣੀ ਬਹਿਣੀ ਵੱਲੋਂ ਬਿਲਕੁਲ ਲਾਪਰਵਾਹ ਸੀ। ਉੱਚ ਸਮਾਜ ਵਿੱਚ ਇਹਨਾਂ ਚੀਜ਼ਾਂ ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਮੇਰੀ ਟੋਡ ਚਾਹੁੰਦੀ ਸੀ ਕਿ ਉਹਦਾ ਮੰਗੇਤਰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੇ, ਇਸ ਲਈ ਉਹ ਲਿੰਕਨ ਦੀ ਉਹਦੇ ਮੂੰਹ 'ਤੇ ਹੀ ਨੁਕਤਾਚੀਨੀ ਕਰਦੀ ਰਹਿੰਦੀ ਸੀ। ਜਲਦੀ ਹੀ ਲਿੰਕਨ ਇਸ ਨੁਕਤਾਚੀਨੀ ਤੋਂ ਬੜਾ ਤੰਗ ਆ ਗਿਆ ਅਤੇ ਉਹਨੇ ਵਿਆਹ ਬਾਰੇ ਨੀਅਤ ਕੀਤੇ ਸਮੇਂ ਤੋਂ ਪਹਿਲਾਂ ਹੀ ਉਹਦਾ ਮਨ ਮੈਰੀ ਟੋਡ ਵੱਲੋਂ ਉਚਾਟ ਹੋ ਗਿਆ। ਉਹਨੂੰ ਯਕੀਨ ਹੋ ਗਿਆ ਕਿ ਮੈਰੀ ਟੋਡ ਨਾਲ ਗੁਜ਼ਾਰਾ ਨਹੀਂ ਹੋ ਸਕਣਾ, ਇਸ ਲਈ ਉਹਨੇ ਮੈਰੀ ਟੋਡ ਨਾਲ ਮੰਗਣੀ ਛੁਡਾਉਣ ਦਾ ਮਨ ਬਣਾ ਲਿਆ। ਪਰ ਲਿੰਕਨ ਬੜਾ ਨੇਕ ਦਿਲ ਬੰਦਾ ਸੀ। ਉਹ ਕਦੀ ਕਿਸੇ ਦਾ ਦਿਲ ਦੁਖਾ ਕੇ ਰਾਜ਼ੀ ਨਹੀਂ ਸੀ। ਉਹਨੂੰ ਹੌਸਲਾ ਨਹੀਂ ਸੀ ਪੈਂਦਾ ਕਿ ਉਹ ਮੰਗਣੀ ਤੋੜਨ ਦੀ ਗੱਲ ਮੈਰੀ ਨੂੰ ਜਾ ਕਹੇ। ਲਿੰਕਨ ਨੂੰ ਜਕੋ ਤੱਕੋ ਵਿੱਚ ਵਸਿਆ ਵੇਖ ਕੇ ਉਹਦੇ ਮਿੱਤਰ ਸਪੀਡ ਨੇ ਉਹਨੂੰ ਸਲਾਹ ਦਿੱਤੀ, ਜੇ ਤੂੰ ਮੇਰੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਤਾਂ ਹਿੰਮਤ ਕਰਕੇ ਉਸਨੂੰ ਸਾਫ਼-ਸਾਫ਼ ਜਾ ਕੇ ਦੱਸ ਦੇ, ਪਰ ਵੇਖੀ ਉੱਥੇ ਬਹੁਤਾ ਚਿਰ ਨਾ ਠਹਿਰੀ ਅਤੇ ਗੱਲ ਕਹਿ ਕੇ ਉੱਥੋਂ ਵਾਪਸ ਮੁੜਨ ਦੀ ਕਰੀ। ਸਪੀਡ ਦੇ ਹੱਲਾਸ਼ੇਰੀ ਦੇਣ 'ਤੇ ਲਿੰਕਨ ਤਿਆਰ ਹੋਇਆ ਅਤੇ ਮੈਰੀ ਨੂੰ ਮਿਲਣ ਲਈ ਤੁਰ ਪਿਆ। ਸਪੀਡ ਬੈਠਾ ਉਹਦੀ ਵਾਪਸੀ ਦੀ ਉਡੀਕ ਕਰਦਾ ਰਿਹਾ। ਉਹਦਾ ਖਿਆਲ ਸੀ ਕਿ ਗੱਲ ਕਹਿ ਕੇ ਉਹ ਅੱਧੇ ਘੰਟੇ ਦੇ ਅੰਦਰ ਅੰਦਰ ਮੁੜ ਆਏਗਾ, ਪਰ ਲਿੰਕਨ ਪੂਰੇ 2.5 ਘੰਟਿਆਂ ਪਿੱਛੋਂ ਘਰ ਪਹੁੰਚਿਆ। ਸਪੀਡ ਨੇ ਪੁੱਛਿਆ ਕਿ ਉਹਨੂੰ ਗੱਲ ਸਾਫ਼-ਸਾਫ਼ ਕਹਿਣ ਦਿੱਤੀ ਹੋ? ਲਿੰਕਨ ਨੇ ਉੱਤਰ ਦਿੱਤਾ, ਗੱਲ ਕੀ ਕਹਿਣੀ ਸੀ? ਉਹ ਤਾਂ ਸੁਣਦਿਆਂ ਹੀ ਫੁੱਟ-ਫੁੱਟ ਕੇ ਰੋਣ ਲੱਗ ਪਈ। ਮੈਥੋਂ ਉਹਦਾ ਦੁੱਖ ਬਰਦਾਸ਼ਤ ਨਾ ਹੋਇਆ ਅਤੇ ਮੈਨੂੰ ਮਜਬੂਰਨ ਆਪਣੀ ਗੱਲ ਵਾਪਸ ਲੈਣੀ ਪਈ। ਲਿੰਕਨ ਮੇਰੀ ਨੂੰ ਹਾਂ ਤਾਂ ਕਰ ਆਇਆ, ਪਰ ਇਸ ਘਟਨਾ ਦਾ ਉਸ 'ਤੇ ਬੁਰਾ ਪ੍ਰਭਾਵ ਪਿਆ। ਉਹ ਸਾਰਾ ਦਿਨ ਇਸੇ ਸੋਚ ਵਿੱਚ ਸੋਚਦਾ ਰਹਿੰਦਾ। ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਉਹ ਆਤਮਘਾਤ ਕਰਨ ਦੀਆਂ ਵਿਉਂਤਾਂ ਬਣਾਉਣ ਲੱਗ ਪਿਆ, ਜਿਸ ਤੋਂ ਉਹਦੇ ਮਿੱਤਰਾਂ ਨੇ ਉਹਨੂੰ ਬੜੀ ਮੁਸ਼ਕਲ ਨਾਲ ਰੋਕਿਆ। ਵਿਆਹ ਲਈ ਨੀਅਤ ਕੀਤੇ ਦਿਨ ਮੈਰੀ ਟੋਡ ਦੇ ਘਰ ਸਭ ਤਿਆਰੀਆਂ ਹੋ ਗਈਆਂ। ਢੁਕਾ ਦਾ ਸਮਾਂ ਆਇਆ, ਪਰ ਲਿੰਕਨ ਉੱਥੇ ਨਾ ਆਪੜਿਆ। ਸਾਰਾ ਦਿਨ ਅਤੇ ਸਾਰੀ ਰਾਤ ਉਹਦੀ ਭਾਲ ਹੁੰਦੀ ਰਹੀ, ਪਰ ਉਹ ਕਿਤੇ ਨਾ ਲੱਭਾ। ਅੰਤੋਂ ਸਵੇਰ ਆਪਣੇ ਦਫ਼ਤਰ ਵਿੱਚ ਨੀਮ ਪਾਗਲਾਂ ਵਾਂਗ ਆਪਣੇ ਆਪ ਨਾਲ ਗੱਲਾਂ ਕਰਦਿਆਂ ਵੇਖਿਆ ਗਿਆ। 2 ਸਾਲ ਤੱਕ ਲਿੰਕਨ ਫਿਰ ਮੈਰੀ ਟੋਡ ਨੂੰ ਨਾ ਮਿਲਿਆ। ਲਿੰਕਨ ਦੇ ਰਵੱਈਏ ਤੋਂ ਮੈਰੀ ਟੋਡ ਨੂੰ ਸਖਤ ਨਮੋਸ਼ੀ ਹੋਈ ਸੀ। ਉਹਨੇ ਵੀ ਫੈਸਲਾ ਕਰ ਲਿਆ ਕਿ ਉਹ ਲਿੰਕਨ ਨਾਲ ਵਿਆਹ ਕਰਾ ਕੇ ਹੀ ਛੱਡੇਗੀ। ਇੱਕ ਦਿਨ ਇੱਕ ਸਾਂਝੇ ਮਿੱਤਰ ਦੇ ਘਰ ਮੈਰੀ ਟੋਡ ਅਤੇ ਲਿੰਕਨ ਦੀ ਅਚਾਨਕ ਮੁਲਾਕਾਤ ਹੋ ਗਈ। ਮੈਰੀ ਟੋਡ ਨੇ ਲਿੰਕਨ ਕੋਲੋਂ ਪੁਰਾਣੀਆਂ ਭੁੱਲਾਂ ਦੀ ਮੁਆਫ਼ੀ ਕੀਤੀ। ਲਿੰਕਨ ਦਾ ਮਨ ਇੱਕ ਵਾਰ ਫਿਰ ਪਸੀਜ ਗਿਆ ਅਤੇ ਉਹਨੇ ਮੈਰੀ ਟੋਡ ਨਾਲ ਵਿਆਹ ਕਰਨਾ ਪਿਆ। ਮੈਰੀ ਟੋਡ ਬੜੀ ਜ਼ਿੱਦੀ ਇਸਤਰੀ ਸੀ। ਉਹਦੀ ਜ਼ਿੱਦ ਕਾਰਨ ਘਰ ਵਿੱਚ ਹਮੇਸ਼ਾ ਬਖੇੜਾ ਪਿਆ ਰਹਿੰਦਾ ਸੀ। ਜੇ ਲਿੰਕਨ ਕੋਈ ਆਮ ਆਦਮੀ ਹੁੰਦਾ ਤਾਂ ਉਹ ਇਹੋ ਜਿਹੀ ਹੱਠ ਧਰਮ ਅਤੇ ਬੜ ਬੋਲੀ ਇਸਤਰੀ ਨਾਲ ਇੱਕ ਦਿਨ ਵੀ ਨਾ ਕੱਟ ਸਕਦਾ, ਪਰ ਉਹ ਸੰਤ ਸੁਭਾਅ ਬੰਦਾ ਸੀ। ਉਹ ਮੈਰੀ ਟੋਡ ਦੇ ਕੋੜੇ ਬਚਨਾਂ ਅਤੇ ਹੱਠ ਧਰਮੀ ਨੂੰ ਸਾਰੀ ਉਮਰ ਖਿੜੇ ਮੱਥੇ ਚੱਲਦਾ ਰਿਹਾ। ਇੱਕ ਵਾਰ ਮੈਰੀ ਟੋਡ ਸਵੇਰ ਦੇ ਨਾਸ਼ਤੇ ਸਮੇਂ ਲਿੰਕਨ ਨਾਲ ਖੈਬੜ ਪਈ ਅਤੇ ਉੱਬਲ ਗਰਮ ਪਾਣੀ ਦਾ ਭਰਿਆ ਪਿਆਲਾ ਚੁੱਕ ਕੇ ਲਿੰਕਨ ਦੇ ਮੂੰਹ 'ਤੇ ਮਾਰਿਆ, ਪਰ ਲਿੰਕਨ ਸਿਰ ਥੱਲੇ ਸੁੱਟੀ ਚੁੱਪਚਾਪ ਬੈਠਾ ਰਿਹਾ। ਕਈ ਵਾਰ ਉਹ ਗੁੱਸੇ ਵਿੱਚ ਆਪੇ ਤੋਂ ਇਤਨੀ ਬਾਹਰ ਹੋ ਜਾਂਦੀ ਸੀ ਕਿ ਉਹਨਾਂ ਦੇ ਆਪਸ ਵਿੱਚ ਲੜਾਈ ਝਗੜੇ ਦਾ ਰੌਲਾ ਬਾਹਰ ਸੜਕ 'ਤੇ ਜਾ ਰਹੇ ਲੋਕਾਂ ਤੱਕ ਪਹੁੰਚ ਜਾਂਦਾ ਸੀ। ਉਹ ਹਮੇਸ਼ਾ ਲਿੰਕਨ ਦੀ ਨੁਕਤਾਚੀਨੀ ਕਰਦੀ ਰਹਿੰਦੀ ਸੀ ਅਤੇ ਕਹਿੰਦੀ ਰਹਿੰਦੀ ਸੀ ਕਿ ਉਹਨੂੰ ਕੱਪੜੇ ਪਾਉਣ ਦਾ ਵੱਲ ਨਹੀਂ, ਉਹ ਠੀਕ ਤਰ੍ਹਾਂ ਨਹੀਂ ਤੁਰਦਾ, ਕੁੱਬਾ ਬਣਿਆ ਰਹਿੰਦਾ ਹੈ, ਫਰਸ਼ 'ਤੇ ਲੇਟ ਕੇ ਅਤੇ ਲੱਤਾਂ ਕੁਰਸੀ 'ਤੇ ਜਾਂ ਸੋਫੇ ਨਾਲ ਟਿਕਾ ਕੇ ਪੜ੍ਹਦਾ ਹੈ ਅਤੇ ਪੜ੍ਹਨ ਵੇਲੇ ਬੜਾ ਰੌਲਾ ਪਾਉਂਦਾ ਹੈ। ਮੈਰੀ ਟੋਡ ਇਹ ਵੀ ਕਈ ਵਾਰ ਸ਼ਿਕਾਇਤ ਕਰਦੀ ਸੀ ਕਿ ਲਿੰਕਨ ਆਪਣੇ ਬੱਚਿਆਂ ਨੂੰ ਬੜਾ ਮਛਰਾ ਦਿੰਦਾ ਹੈ। ਕਹਿੰਦੇ ਹਨ ਕਿ ਇੱਕ ਵਾਰ ਲਿੰਕਨ ਸੁਪਰੀਮ ਕੋਰਟ ਦੇ ਇੱਕ ਜੱਜ ਨਾਲ ਬੈਠਾ ਸ਼ਤਰੰਜ ਖੇਡ ਰਿਹਾ ਸੀ। ਉਹਦੇ ਵੱਡੇ ਲੜਕੇ ਰਾਬਰਟ ਨੇ ਲਿੰਕਨ ਨੂੰ ਆ ਕੇ ਇਤਲਾਹ ਦਿੱਤੀ ਕਿ ਖਾਣਾ ਤਿਆਰ ਹੈ। ਲਿੰਕਨ ਅੱਛਾ ਕਹਿ ਕੇ ਫਿਰ ਖੇਡ ਵਿੱਚ ਰੁੱਝ ਗਿਆ। ਇਹ 3 ਵਾਰ ਇਸ ਤਰ੍ਹਾਂ ਹੋਇਆ। ਚੌਥੀ ਵਾਰ ਲੜਕੇ ਨੇ ਖਿੱਚ ਕੇ ਸ਼ਤਰੰਜ ਦੇ ਫੱਟੇ ਨੂੰ ਇਤਨੀ ਜ਼ੋਰ ਨਾਲ ਦੀ ਠੁੱਡ ਲਟਕਾਇਆ ਕਿ ਮੋਹਰੇ ਤੇ ਕੀ ਸ਼ਤਰੰਜ ਦਾ ਫੱਟਾ ਦੋਹਾਂ ਖਿਡਾਰੀਆਂ ਦੇ ਸਿਰਾਂ ਤੋਂ ਉੱਡਦੇ ਹੋਏ ਸਾਰੇ ਕਮਰੇ ਵਿੱਚ ਜਾ ਖਿਲਰੇ। ਲਿੰਕਨ ਨੇ ਅੱਗੋਂ ਜੱਜ ਨੂੰ ਮੁਸਕਰਾ ਕੇ ਕਿਹਾ, ਮੇਰਾ ਖਿਆਲ ਹੈ ਜੱਜ ਸਾਹਿਬ, ਇਹ ਖੇਡ ਸਾਨੂੰ ਫੇਰ ਕਿਸੇ ਵੇਲੇ ਮੁਕਾਉਣੀ ਪਵੇਗੀ। ਕਈ ਵਾਰ ਐਤਵਾਰ ਵਾਲੇ ਦਿਨ ਉਹ ਆਪਣੇ ਲੜਕਿਆਂ ਨੂੰ ਆਪਣੇ ਦਫ਼ਤਰ ਵਿੱਚ ਲੈ ਜਾਂਦਾ ਸੀ। ਉਹ ਉੱਥੇ ਇਤਨੀ ਉੱਧੜ ਧੁੰਮੀ ਮਚਾਉਂਦੇ ਸਨ ਕਿ ਇਹ ਪਛਾਣਿਆ ਨਹੀਂ ਸੀ ਜਾ ਸਕਦਾ ਹੈ ਕਿ ਇਹ ਦਫ਼ਤਰ ਹੈ ਜਾਂ ਕਬਾੜਖਾਨਾ। ਵੈਸੇ ਤਾਂ ਲਿੰਕਨ ਦੀ ਵਹੁਟੀ ਬੜੀ ਸੰਜਮੀ ਇਸਤਰੀ ਸੀ, ਪਰ ਜਿੱਥੇ ਵਿਕਾਵੇ ਦੀ ਗੱਲ ਆ ਜਾਂਦੀ ਸੀ ਤਾਂ ਉੱਥੇ ਉਹ ਖਰਚ ਕਰਨ ਲੱਗਿਆ ਅੱਗਾ ਪਿੱਛਾ ਨਹੀਂ ਸੀ ਵੇਖਦੀ। ਜਿਸ ਘਰ ਵਿੱਚ ਉਹ ਰਹਿੰਦੇ ਸਨ ਉਹਨਾਂ ਲਈ ਕਾਫੀ ਸੀ, ਪਰ ਲਿੰਕਨ ਦੀ ਵਹੁਟੀ ਨੂੰ 1-2 ਮੰਜ਼ਲਾ ਹੋਰ ਉੱਚਾ ਕਰਨਾ ਚਾਹੁੰਦੀ ਸੀ। ਲਿੰਕਨ ਪਾਸ ਇਤਨੇ ਪੈਸੇ ਨਹੀਂ ਸਨ ਕਿ ਉਹ ਇਸ ਉਸਾਰੀ 'ਤੇ ਹੋਰ ਰਕਮ ਖਰਚ ਕਰ ਸਕਦਾ। ਮਜਬੂਰ ਹੋ ਕੇ ਉਹਨੇ ਇੱਕ ਠੇਕੇਦਾਰ ਨੂੰ ਖਰਚ ਦਾ ਅੰਦਾਜ਼ਾ ਲਾਉਣ ਲਈ ਕਿਹਾ। ਖਰਚ ਇਤਨਾ ਜ਼ਿਆਦਾ ਸੀ ਕਿ ਨਾ ਕੇਵਲ ਲਿੰਕਨ ਬਲਕਿ ਉਹਦੀ ਵਹੁਟੀ ਵੀ ਘਬਰਾ ਗਈ। ਲਿੰਕਨ ਦਾ ਖਿਆਲ ਸੀ ਕਿ ਇਸ ਨਾਲ ਉਹਦੀ ਵਹੁਟੀ ਚੁੱਪ ਕਰ ਜਾਏਗੀ।
ਜਦੋਂ ਕੁਝ ਹਫ਼ਤਿਆਂ ਪਿੱਛੋਂ ਦੌਰੇ ਤੋਂ ਵਾਪਸ ਆਇਆ ਤਾਂ ਉਹਦੀ ਵਹੁਟੀ ਨੇ ਆਪਣੇ ਮਨਸ਼ੇ ਅਨੁਸਾਰ ਮਕਾਨ ਨੂੰ ਉੱਚਾ ਕਰਵਾ ਲਿਆ ਸੀ। ਮਕਾਨ ਇਤਨਾ ਸ਼ਾਨਦਾਰ ਬਣ ਗਿਆ ਸੀ ਕਿ ਲਿੰਕਨ ਉਹਨੂੰ ਪਛਾਣ ਵੀ ਨਾ ਸਕਿਆ। ਇਤਨਾ ਕਰਜ਼ਾ ਸਿਰ 'ਤੇ ਚੜ੍ਹਿਆ ਵੇਖ ਕੇ ਲਿੰਕਨ ਬਹੁਤ ਹੀ ਉਦਾਸ ਹੋ ਗਿਆ। ਜਦ ਉਹਨੇ ਮੈਰੀ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਅੱਗੋਂ ਬੜੇ ਰੋਹਬ ਨਾਲ ਬੋਲੀ, ਤੈਨੂੰ ਨਾ ਹੀ ਪੈਸੇ ਦੀ ਕਦਰ ਹੈ ਅਤੇ ਨਾ ਹੀ ਖਰਚ ਕਰਨ ਦਾ ਢੰਗ ਆਉਂਦਾ ਹੈ। ਜੇ ਤੂੰ ਆਪਣੇ ਗਾਹਕਾਂ ਕੋਲੋਂ ਇਤਨੀ ਘੱਟ ਫੀਸ ਨਾ ਲਵੇਂ ਤਾਂ ਤੂੰ ਵੀ ਬਾਕੀਆਂ ਵਾਂਗ ਪੈਸਿਆਂ 'ਚ ਨਾ ਖੇਡੇ। ਗੱਲ ਵੀ ਠੀਕ ਸੀ। ਨਾ ਕੇਵਲ ਉਹ ਗਰੀਬਾਂ ਦੇ ਮੁਕੱਦਮੇ ਬਿਨਾਂ ਫੀਸ ਹੀ ਲਿਆ ਕਰਦਾ ਸੀ, ਬਲਕਿ ਉਹ ਝੂਠੇ ਮੁਕੱਦਮੇ ਲੈਣੋਂ ਵੀ ਨਾ ਕਰ ਦਿੰਦਾ ਸੀ। ਇੱਕ ਵਾਰੀ ਇਹਨੇ ਇੱਕ ਗਾਹਕ ਦਾ ਮੁਕੱਦਮਾ ਲੈਣੋਂ ਇਹ ਕਹਿ ਕੇ ਨਾ ਕਰ ਦਿੱਤੀ, ਤੇਰਾ ਮੁਕੱਦਮਾ ਠੀਕ ਹੈ, ਜੇ ਮੇਰੀ ਥਾਂ ਕੋਈ ਹੋਰ ਵਕੀਲ ਹੁੰਦਾ ਤਾਂ ਉਹ ਤੈਨੂੰ ਇਹ ਜਿੱਤ ਵੀ ਦਿੰਦਾ, ਪਰ ਮੈਂ ਇਹ ਮੁਕੱਦਮਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਤੈਨੂੰ ਜਿਤਾ ਨਹੀਂ ਸਕਾਂਗਾ। ਇਹ ਮੁਕੱਦਮਾ ਝੂਠਾ ਹੈ। ਜਦ ਮੈਂ ਇਸ ਦੀ ਹਮਾਇਤ ਵਿੱਚ ਜੱਜ ਸਾਹਮਣੇ ਬਹਿਸ ਕਰਾਂਗਾ ਤਾਂ ਮੇਰਾ ਮਨ ਮੈਨੂੰ ਅੰਦਰੋਂ ਅੰਦਰ ਕੋਸ ਰਿਹਾ ਹੋਵੇਗਾ। ਲੇਕਿਨ ਲਿੰਕਨ, ਇਹ ਮੁਕੱਦਮਾ ਝੂਠਾ ਹੈ। ਹੋ ਸਕਦਾ ਹੈ ਕਿ ਬਹਿਸ ਕਰਦਿਆਂ ਇਹ ਗੱਲ ਮੈਂ ਉੱਚੀ ਸਾਰੀ ਕਹਿ ਬੈਠਾਂ ਤਾਂ ਫਿਰ ਉਹਦੇ ਬਹੁਤ ਸਾਰੇ ਸਾਥੀ ਵਕੀਲ ਵੀ ਘੱਟ ਫੀਸ ਲੈਣ 'ਤੇ ਉਹਨੂੰ ਕੋਸਦੇ ਰਹਿੰਦੇ ਸਨ। ਕਈ ਵਾਰੀ ਤਾਂ ਉਹ ਵਿੱਚ ਪੈ ਕੇ ਲੋਕਾਂ ਦੀ ਬਾਹਰੋਂ ਬਾਹਰ ਹੀ ਸੁਲ੍ਹਾ ਸਫਾਈ ਕਰਵਾ ਦਿੰਦਾ ਸੀ। ਮੇਰੀ ਲਿੰਕਨ ਦੇ ਕਿਸੇ ਵੀ ਸਾਕ ਸੰਬੰਧੀ ਨੂੰ ਵੇਖ ਨਹੀਂ ਸੀ ਸਿਖਾਉਂਦੀ। ਲਿੰਕਨ ਦੇ ਵਿਆਹ ਤੋਂ ਲੈ ਕੇ ਉਹਦੀ ਮੌਤ ਤੱਕ ਲਿੰਕਨ ਦੀ ਮਾਤਾ ਦਾ ਇੱਕ ਵਾਰ ਵੀ ਉਹਦੇ ਘਰ ਆਉਣ ਦਾ ਹੀਆ ਨਾ ਪਿਆ। ਉਹ ਸਪਰਿੰਗਫੀਲਡ ਤੋਂ 70 ਮੀਲ ਦੂਰ ਰਹਿੰਦੀ ਸੀ ਅਤੇ ਲਿੰਕਨ ਆਪ ਉਹਨੂੰ ਕਦੀ ਕਦੀ ਮਿਲਣ ਲਈ ਚਲਾ ਜਾਂਦਾ ਸੀ। ਕੋਈ ਵੀ ਨੌਕਰ ਲਿੰਕਨ ਦੇ ਘਰ ਸਾਲ 6 ਮਹੀਨੇ ਤੋਂ ਵੱਧ ਨਹੀਂ ਸੀ ਕੱਟਦਾ। ਕੇਵਲ ਇੱਕ ਨੌਕਰਾਨੀ ਹੀ ਉਸਦੇ ਪਾਸ 2 ਸਾਲ ਟਿਕੀ ਰਹੀ। ਇਸ 'ਤੇ ਉਹਦੇ ਗੁਆਂਢੀ ਬੜੇ ਹੈਰਾਨ ਹੋਏ। ਕਾਰਨ ਇਹ ਸੀ ਕਿ ਲਿੰਕਨ ਨੇ ਉਹਨੂੰ ਇੱਕ ਧਾਸੇ ਬੁਲਾ ਕੇ ਸਮਝਾ ਦਿੱਤਾ ਹੋਇਆ ਸੀ ਕਿ ਉਹਦੀ ਵਹੁਟੀ ਬੜੀ ਲੜਾਕੀ ਹੈ ਅਤੇ ਉਹ ਉਹਦੀ ਗਾਲੀ ਗਲੋਚ ਤੋਂ ਘਬਰਾਏ ਨਾ। ਆਪਣੀ ਵਹੁਟੀ ਦੀਆਂ ਝਿੜਕਾਂ ਅਤੇ ਗਾਲਾਂ ਦੇ ਹਰਜਾਨੇ ਵਿੱਚ ਉਹਨੇ ਨੌਕਰਾਨੀ ਨੂੰ $4 ਪ੍ਰਤੀ ਮਹੀਨਾ ਵੱਧ ਦੇਣ ਦਾ ਕੀਤਾ ਹੋਇਆ ਸੀ। ਪਰ ਇਸ ਗੱਲ ਵਿੱਚ ਜ਼ਰਾ ਜਿੰਨਾ ਸ਼ੱਕ ਨਹੀਂ ਸੀ ਕਿ ਜੇ ਲਿੰਕਨ ਦਾ ਐਨ ਰਟਲੇਜ ਨਾਲ ਵਿਆਹ ਹੋ ਜਾਂਦਾ ਤਾਂ ਉਹਦਾ ਜੀਵਨ ਸੁਖੀ ਤਾਂ ਜ਼ਰੂਰ ਹੋ ਜਾਂਦਾ, ਪਰ ਉਹ ਕਦੀ ਵੀ ਪ੍ਰਧਾਨ ਨਾ ਬਣ ਸਕਦਾ। ਉਹਦੇ ਪ੍ਰਧਾਨ ਬਣਨ ਵਿੱਚ ਬਹੁਤ ਵੱਡਾ ਹਿੱਸਾ ਮੈਰੀ ਦਾ ਹੈ। ਉਹਨੇ ਲਿੰਕਨ ਨੂੰ ਕਾਂਗਰਸ ਦੀ ਚੋਣ ਵਿੱਚ ਖੜਾ ਹੋਣ ਲਈ ਕਿਹਾ। ਪਹਿਲੀ ਵਾਰ ਤਾਂ ਉਹ ਹਾਰ ਗਿਆ, ਪਰ ਦੂਜੀ ਵਾਰ ਉਹਨੂੰ ਜਿੱਤ ਪ੍ਰਾਪਤ ਹੋਈ। ਇਸ ਜਿੱਤ ਪਿੱਛੋਂ ਉਹ ਅਮਰੀਕਾ ਦੀ ਰਾਜਧਾਨੀ ਵਿੱਚ ਜਾ ਕੇ ਰਹਿਣ ਲੱਗ ਪਿਆ। ਪਰ ਕਿਉਂਕਿ ਲਿੰਕਨ ਪਾਸ ਪੈਸਾ ਨਹੀਂ ਸੀ, ਇਸ ਲਈ ਮੈਰੀ ਨੂੰ ਵਾਸ਼ਿੰਗਟਨ ਦੀ ਉੱਚ ਸੁਸਾਇਟੀ ਵਿੱਚ ਪੈਰ ਰੱਖਣ ਵਿੱਚ ਬੜੀ ਦਿੱਕਤ ਪੇਸ਼ ਆਈ। ਰਾਜਨੀਤੀ। ਅਮਰੀਕਾ ਵਿੱਚ 2 ਧੜੇ ਸਨ। ਉੱਥੋਂ ਦੀ ਦੱਖਣੀ ਰਿਆਸਤਾਂ ਗੁਲਾਮੀ ਦੇ ਪੱਖ ਵਿੱਚ ਸਨ ਅਤੇ ਉੱਤਰੀ ਰਿਆਸਤਾਂ ਗੁਲਾਮੀ ਦੇ ਵਿਰੁੱਧ ਸਨ। ਦੱਖਣੀ ਰਿਆਸਤਾਂ ਨੇ ਜ਼ੋਰ ਪਾ ਕੇ ਅਮਰੀਕਾ ਦੀ ਮੈਕਸੀਕੋ ਨਾਲ ਲੜਾਈ ਛੇੜੀ ਹੋਈ ਸੀ। ਮੈਕਸੀਕੋ 'ਤੇ ਇਹ ਲੜਾਈ ਠੋਸਣਾ ਅਮਰੀਕਾ ਦੀ ਸਰਾਸਰ ਵਧੀਕੀ ਸੀ। ਲਿੰਕਨ ਨੇ ਕਾਂਗਰਸ ਵਿੱਚ ਇਸ ਦਾ ਵਿਰੋਧ ਕੀਤਾ, ਇਸ ਲਈ ਲੋਕ ਲਿੰਕਨ ਦੇ ਵਿਰੁੱਧ ਭੜਕ ਉੱਠੇ। ਇਸ ਦਾ ਲਿੰਕਨ ਦੀ ਰਾਜਸੀ ਭਵਿੱਖ 'ਤੇ ਬੜਾ ਬੁਰਾ ਅਸਰ ਪਿਆ ਅਤੇ ਉਹਨੂੰ ਮਜਬੂਰਨ ਸਪਰਿੰਗਫੀਲਡ ਵਿੱਚ ਜਾ ਕੇ ਵਕਾਲਤ ਸ਼ੁਰੂ ਕਰਨੀ ਪਈ। ਆਪਣੀ ਇਸ ਗਲਤੀ 'ਤੇ ਲਿੰਕਨ ਨੂੰ ਬੜਾ ਪਛਤਾਵਾ ਲੱਗਾ ਅਤੇ ਉਹ ਕਈ ਸਾਲ ਬੜਾ ਹੀ ਉਦਾਸ ਰਿਹਾ। ਪਰ 6 ਸਾਲਾਂ ਬਾਅਦ ਇੱਕ ਐਸੀ ਘਟਨਾ ਵਾਪਰੀ ਜਿਸ ਨੇ ਉਹਦਾ ਹਨੇਰਾ ਭਵਿੱਖਤ ਮੁੜ ਉਜਾਲਾ ਕਰ ਦਿੱਤਾ। ਕੁਝ ਸਮਾਂ ਹੋਇਆ ਦੱਖਣੀ ਅਤੇ ਉੱਤਰੀ ਰਿਆਸਤਾਂ ਵਿੱਚ ਇੱਕ ਸਮਝੌਤਾ ਹੋਇਆ ਸੀ ਜਿਸ ਨੂੰ ਮਿਸੂਰੀ ਦਾ ਸਮਝੌਤਾ ਕਿਹਾ ਜਾਂਦਾ ਹੈ। ਇਸ ਅਨੁਸਾਰ ਮਿਸਿਸਿਪੀ ਨਦੀ ਦੇ ਦੱਖਣੀ ਕੰਢੇ ਤੱਕ ਗੁਲਾਮੀ ਦੇ ਵਪਾਰ ਦੀ ਹੱਦ ਬੰਨ੍ਹ ਦਿੱਤੀ ਗਈ। ਪਰ ਲਿੰਕਨ ਦੇ ਵਿਰੋਧੀ ਡਗਲਸ ਨੇ ਅਗਲੀ ਚੋਣ ਲਈ ਵੋਟਾਂ ਹਾਸਲ ਕਰਨ ਲਈ ਇਸ ਸਮਝੌਤੇ ਨੂੰ ਕਾਂਗਰਸ ਕੋਲੋਂ ਤੁੜਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ, ਜਿਸ ਵਿੱਚ ਉਹ ਸਫਲ ਹੋ ਗਿਆ ਅਤੇ ਮਿਸਿਸਿਪੀ ਦਾ ਪੱਛਮੀ ਇਲਾਕਾ ਵੀ ਗੁਲਾਮੀ ਦੇ ਵਪਾਰ ਲਈ ਖੁੱਲ੍ਹ ਗਿਆ। ਇਸ ਦੀ ਉੱਤਰੀ ਰਿਆਸਤਾਂ ਨੇ ਬੜੀ ਨਿਖੇਧੀ ਕੀਤੀ ਅਤੇ ਡਗਲਸ ਉਹਨਾਂ ਦੀਆਂ ਅੱਖਾਂ ਵਿੱਚ ਡਿੱਗ ਪਿਆ। ਡਗਲਸ ਦੇ ਵਿਰੁੱਧ ਇਸ ਤੂਫਾਨ ਦੇ ਉੱਠਣ ਦਾ ਲਿੰਕਨ ਨੂੰ ਬੜਾ ਲਾਭ ਹੋਇਆ। ਮੈਰੀ ਨੂੰ, ਜੋ ਲਿੰਕਨ ਦੀ ਪਹਿਲੀ ਗਲਤੀ 'ਤੇ ਬੜੀ ਨਾਰਾਜ਼ ਸੀ, ਫਿਰ ਆਪਣੇ ਪਤੀ ਦੇ ਪ੍ਰਧਾਨ ਬਣਨ ਦੀ ਆਸ ਹੋ ਗਈ। ਇੱਕ ਦਿਨ ਇੱਕ ਹਬਸ਼ੀ ਔਰਤ ਲਿੰਕਨ ਦੇ ਵਕਾਲਤ ਵਾਲੇ ਦਫ਼ਤਰ ਵਿੱਚ ਆਈ ਅਤੇ ਉਹਨੇ ਲਿੰਕਨ ਨੂੰ ਦੱਸਿਆ ਕਿ ਉਹਦੇ ਪੁੱਤਰ ਨੇ ਸੇਂਟ ਲੂਈ ਵਿੱਚ ਜਾ ਕੇ ਮਿਸਿਸਿਪੀ ਨਦੀ ਵਿੱਚ ਚੱਲਣ ਵਾਲੇ ਇੱਕ ਜਹਾਜ਼ ਵਿੱਚ ਨੌਕਰੀ ਕਰ ਲਈ। ਜਦੋਂ ਨਿਊ ਆਰਲੀਅਨਜ਼ ਵਿੱਚ ਪਹੁੰਚਿਆ ਤਾਂ ਉਹਨੂੰ ਗੁਲਾਮ ਹੋਣ ਦੀ ਹੈਸੀਅਤ ਵਿੱਚ ਗ੍ਰਿਫਤਾਰ ਕਰਕੇ ਨਿਲਾਮੀ ਵਿੱਚ ਵੇਚਿਆ ਜਾ ਰਿਹਾ ਹੈ ਤਾਂ ਜੋ ਕੈਦ ਦਾ ਖਰਚ ਉਗਰਾਇਆ ਜਾ ਸਕੇ। ਲਿੰਕਨ ਨੂੰ ਇਸ ਬੇਇਨਸਾਫੀ 'ਤੇ ਬੜਾ ਕ੍ਰੋਧ ਆਇਆ ਅਤੇ ਉਹ ਇਸ ਬੇਇਨਸਾਫੀ ਨੂੰ ਦੂਰ ਕਰਨ ਲਈ ਗਵਰਨਰ ਪਾਸ ਬੇਨਤੀ ਕਰਨ ਗਿਆ। ਗਵਰਨਰ ਨੇ ਆਪਣੀ ਮਜਬੂਰੀ ਦੱਸ ਕੇ ਇਸ ਵਿੱਚ ਦਖਲ ਦੇਣ ਤੋਂ ਨਾ ਕਰ ਦਿੱਤੀ। ਲਿੰਕਨ ਨੇ ਗਵਰਨਰ ਤੋਂ ਵਿਦਾ ਹੋਣ ਸਮੇਂ ਬੜੇ ਜਜ਼ਬੇ ਭਰੇ ਸ਼ਬਦਾਂ ਵਿੱਚ ਕਿਹਾ, ਗਵਰਨਰ ਸਾਹਿਬ, ਤੁਹਾਨੂੰ ਕਾਨੂੰਨੀ ਤੌਰ 'ਤੇ ਇਸ ਅਨਿਆਂ ਨੂੰ ਦੂਰ ਕਰਨ ਦੀ ਸ਼ਕਤੀ ਨਹੀਂ, ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਦੇਸ਼ ਦੀ ਗੁਲਾਮੀ ਦੀਆਂ ਜੜ੍ਹਾਂ ਉਖਾੜ ਕੇ ਹੀ ਛੱਡਾਂਗਾ। ਇਸ ਵੇਲੇ ਲਿੰਕਨ ਦੀ ਉਮਰ 49 ਸਾਲ ਸੀ। ਵਪਾਰ ਵਿੱਚ, ਵਿਆਹ ਵਿੱਚ ਅਤੇ ਰਾਜਨੀਤੀ ਵਿੱਚ ਉਹ ਬੜਾ ਅਸਫਲ ਰਿਹਾ ਸੀ। ਕੇਵਲ ਵਕਾਲਤ ਵਿੱਚ ਉਸਨੇ ਥੋੜ੍ਹੀ ਬਹੁਤੀ ਸਫਲਤਾ ਪ੍ਰਾਪਤ ਕੀਤੀ ਸੀ। ਪਰ ਅਗਲੇ 7 ਸਾਲ ਉਹਦੇ ਜੀਵਨ ਦੇ ਮਹੱਤਵਪੂਰਨ ਸਾਲ ਸਨ। ਇਹਨਾਂ ਸਾਲਾਂ ਵਿੱਚ ਉਹ ਇੱਕ ਮਾਮੂਲੀ ਵਕੀਲ ਤੋਂ ਜਗਤ ਪ੍ਰਸਿੱਧ ਵਿਅਕਤੀ ਬਣ ਗਿਆ ਅਤੇ ਉਹਦੀ ਯਾਦ ਰਹਿੰਦੀ ਦੁਨੀਆ ਤੱਕ ਤਾਜ਼ੀ ਰਹੇਗੀ।
ਲਿੰਕਨ ਦਾ ਵੱਡਾ ਰਾਜਸੀ ਵਿਰੋਧੀ ਡਗਲਸ ਹੀ ਸੀ। ਭਾਵੇਂ ਪਿੱਛੇ ਜੇ ਉਹ ਬੜੀ ਦੁਰਗਤ ਹੋਈ ਸੀ, ਪਰ ਜਲਦੀ ਹੀ ਉਹ ਸੰਭਲ ਗਿਆ ਸੀ। ਕੰਸਾਸ ਦਾ ਇਲਾਕਾ ਅਮਰੀਕਾ ਨਾਲ ਇੱਕ ਗੁਲਾਮ ਪੱਖੀ ਰਿਆਸਤ ਦੇ ਰੂਪ ਵਿੱਚ ਮਿਲਣਾ ਚਾਹੁੰਦਾ ਸੀ, ਪਰ ਉੱਥੇ ਨਿਰਪੱਖ ਚੋਣਾਂ ਨਹੀਂ। ਗੁਲਾਮੀ ਪੱਖੀ ਲੋਕਾਂ ਨੇ ਵੋਟਾਂ ਡਰਾ ਧਮਕਾ ਕੇ ਲਈਆਂ ਸਨ। ਇਸ ਲਈ ਡਗਲਸ ਨੇ ਮੰਗ ਕੀਤੀ ਕਿ ਜਦ ਤੱਕ ਚੋਣਾਂ ਨਿਰਪੱਖ ਨਹੀਂ ਹੁੰਦੀਆਂ, ਉਤਨਾ ਚਿਰ ਤੱਕ ਕੰਸਾਸ ਨੂੰ ਅਮਰੀਕਾ ਵਿੱਚ ਰਲਾਉਣ ਦਾ ਫੈਸਲਾ ਪਿੱਛੇ ਪਾ ਦਿੱਤਾ ਜਾਏ। ਇਹ ਮੰਗ ਵਾਜਬੀ ਤੇ ਠੀਕ ਸੀ, ਪਰ ਉਸ ਸਮੇਂ ਦੇ ਗੁਲਾਮੀ ਪੱਖੀ ਪ੍ਰਧਾਨ ਜੌਨ ਬਕਨਨ ਨੇ ਅਤੇ ਉਹਦੇ ਸਾਥੀਆਂ ਨੇ, ਜੋ ਡਗਲਸ ਦੀ ਆਪਣੀ ਹੀ ਡੈਮੋਕ੍ਰੈਟਿਕ ਪਾਰਟੀ ਦੇ ਸਨ, ਡਗਲਸ ਦਾ ਵਿਰੋਧ ਕੀਤਾ। ਡਗਲਸ ਦੇ ਇਸ ਵਤੀਰੇ ਕਾਰਨ ਭਾਵੇਂ ਉਹ ਨਾ ਕੇਵਲ ਆਪਣੇ ਇਲਾਕੇ ਵਿੱਚ ਬਲਕਿ ਦੇਸ਼ ਭਰ ਵਿੱਚ ਹਰਮਨ ਪਿਆਰਾ ਬਣ ਗਿਆ, ਉਹਦੀ ਆਪਣੀ ਪਾਰਟੀ ਵਿੱਚ ਸਖਤ ਫੁੱਟ ਪੈ ਗਈ। ਇਹਨਾਂ ਦਿਨਾਂ ਵਿੱਚ ਰਾਸ਼ਟਰੀ ਸੈਨੇਟ ਦੀ ਇੱਕ ਜ਼ਿਮਨੀ ਚੋਣ ਆ ਗਈ। ਇਸ ਲਈ ਡੈਮੋਕ੍ਰੈਟਿਕ ਪਾਰਟੀ ਨੇ ਡਗਲਸ ਨੂੰ ਆਪਣਾ ਉਮੀਦਵਾਰ ਖੜਾ ਕੀਤਾ ਤੇ ਰਿਪਬਲਿਕਨ ਪਾਰਟੀ ਨੇ ਲਿੰਕਨ ਨੂੰ। ਕਈ ਦਿਨ ਥਾਂ-ਥਾਂ ਵੱਡੇ ਜਲਸੇ ਹੁੰਦੇ ਰਹੇ ਤੇ ਗਰਮਾ-ਗਰਮ ਤਕਰੀਰਾਂ ਤੇ ਬਹਿਸਾਂ ਹੁੰਦੀਆਂ ਰਹੀਆਂ। ਲਿੰਕਨ ਦਾ ਕੱਦ 6 ਫੁੱਟ 4 ਇੰਚ ਸੀ ਤੇ ਡਗਲਸ ਉਹਦੇ ਮੋਢਿਆਂ ਤੱਕ ਅੱਪੜਦਾ ਸੀ। ਲਿੰਕਨ ਵੇਖਣ ਨੂੰ ਬੇਡੋਲ ਤੇ ਬਦਸ਼ਕਲ ਲੱਗਦਾ ਸੀ। ਡਗਲਸ ਬੜਾ ਸਜੀਲਾ ਤੇ ਸੁੰਦਰ ਸੀ। ਡਗਲਸ ਦੀ ਆਵਾਜ਼ ਭਾਰੀ ਅਤੇ ਪ੍ਰਭਾਵਕ ਸੀ। ਲਿੰਕਨ ਦੀ ਰੁੱਖੀ ਤੇ ਕੁਰਖਤ ਸੀ। ਡਗਲਸ ਦੀ ਮਸ਼ਹੂਰੀ ਦੂਰ-ਦੂਰ ਤੱਕ ਫੈਲੀ ਹੋਈ ਸੀ। ਲਿੰਕਨ ਨੂੰ ਉਹਦੇ ਆਪਣੇ ਇਲਾਕੇ ਤੋਂ ਬਾਹਰ ਘੱਟ ਲੋਕ ਹੀ ਜਾਣਦੇ ਸਨ। ਇਸ ਚੋਣ ਵਿੱਚ ਲਿੰਕਨ ਨੇ ਦਿਨ ਰਾਤ ਇੱਕ ਕਰ ਦਿੱਤਾ, ਪਰ ਜਿੱਤ ਡਗਲਸ ਦੀ ਹੀ ਹੋਈ। ਲਿੰਕਨ ਦੇ ਮਨ ਤੇ ਇਸ ਹਾਰ ਦਾ ਬੜਾ ਧੱਕਾ ਲੱਗਾ। 5-6 ਮਹੀਨੇ ਚੋਣਾਂ ਵਿੱਚ ਰੁੱਝੇ ਰਹਿਣ ਕਰਕੇ ਉਸਨੇ ਆਪਣੇ ਕੰਮ ਨੂੰ ਬੜਾ ਨੁਕਸਾਨ ਪਹੁੰਚਿਆ ਤੇ ਉਹਦਾ ਸਾਰਾ ਪੈਸਾ ਧੇਲਾ ਖਤਮ ਹੋ ਗਿਆ। ਉਹ ਨਿਰਾਸ਼ ਹੋ ਕੇ ਮੁੜ ਵਕਾਲਤ ਕਰਨ ਲੱਗ ਪਿਆ। ਇਸ ਤੋਂ 2 ਸਾਲ ਪਿੱਛੋਂ 1860 ਦੀ ਪ੍ਰਧਾਨਗੀ ਦੀ ਚੋਣ ਸਿਰ ਤੇ ਆ ਗਈ। ਇਸ ਵਿੱਚ ਕਿਸਮਤ ਨੇ ਲਿੰਕਨ ਦਾ ਸਾਥ ਦਿੱਤਾ। ਕਾਰਨ ਇਹ ਸੀ ਕਿ ਇੱਕ ਤਾਂ ਡੈਮੋਕ੍ਰੈਟਿਕ ਪਾਰਟੀ ਵਿੱਚ ਫੁੱਟ ਪਈ ਹੋਈ ਸੀ, ਦੂਜੇ ਉਹਦੇ ਇਸ ਚੋਣ ਲਈ ਇੱਕ ਥਾਂ 3 ਉਮੀਦਵਾਰ ਖੜੇ ਕੀਤੇ। ਉਧਰ ਲਿੰਕਨ ਦੀ ਰਿਪਬਲਿਕਨ ਪਾਰਟੀ ਨੇ ਸੇਵਰਡ ਨੂੰ ਖੜਾ ਕਰਨਾ ਸੀ, ਪਰ ਉਹਦੀ ਆਪਣੀ ਇੱਕ ਗਰੀਲੀ ਨਾਂ ਦੇ ਹਮਾਇਤੀ ਨਾਲ, ਜੋ ਬੜਾ ਰਸੂਖ ਵਾਲਾ ਬੰਦਾ ਸੀ, ਝਗੜਾ ਹੋ ਗਿਆ। ਉਹਨੇ ਖਾਰ ਵਿੱਚ ਆ ਕੇ ਸੇਵਰਡ ਦਾ ਬੜਾ ਵਿਰੋਧ ਕੀਤਾ ਤੇ ਲਿੰਕਨ ਨੂੰ ਨਾਮਜ਼ਦਗੀ ਲਈ ਉਹਦੇ ਵਿਰੁੱਧ ਖੜਾ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਪ੍ਰਧਾਨਗੀ ਦੀ ਚੋਣ ਲਈ ਰਿਪਬਲਿਕਨ ਪਾਰਟੀ ਨੇ ਲਿੰਕਨ ਨੂੰ ਆਪਣਾ ਉਮੀਦਵਾਰ ਚੁਣ ਲਿਆ। ਇਹ ਲਿੰਕਨ ਦੀ ਸਭ ਤੋਂ ਵੱਡੀ ਪਹਿਲੀ ਜਿੱਤ ਸੀ। ਜਦ ਲਿੰਕਨ ਨੂੰ ਇਹ ਖੁਸ਼ਖਬਰੀ ਮਿਲੀ ਤਾਂ ਲਿੰਕਨ ਆਪਣੇ ਵਕਾਲਤ ਵਾਲੇ ਦਫ਼ਤਰ ਵਿੱਚ ਬੈਠਾ ਸੀ। ਉਹ ਬੜਾ ਖੁਸ਼ ਹੋਇਆ। ਉਹਦੇ ਦਫ਼ਤਰ ਦੇ ਬਾਹਰ ਲੋਕਾਂ ਨੇ ਇਤਨੀ ਭੀੜ ਲਾਈ ਹੋਈ ਸੀ ਕਿ ਉਹਦਾ ਉੱਥੋਂ ਘਰ ਤੱਕ ਜਾਣਾ ਅਸੰਭਵ ਹੋ ਗਿਆ। ਉਹਦੇ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ, 8 ਨੰਬਰ ਗਲੀ ਵਿੱਚ ਇੱਕ ਨਿੱਕੀ ਜਿਹੀ ਇਸਤਰੀ ਮੇਰੀ ਟੋਡ ਇਹ ਖਬਰ ਬੜੀ ਉਤਾਵਲੀ ਹੋ ਕੇ ਉਡੀਕ ਰਹੀ ਹੋਣੀ ਹੈ ਕਿ ਮੈਨੂੰ ਕਿਰਪਾ ਕਰਕੇ ਘਰ ਜਾਣ ਲਈ ਰਾਹ ਦਿਓ। ਇਸ ਤੋਂ ਪਿੱਛੋਂ ਲਿੰਕਨ ਦੇ ਵਿਰੋਧੀ ਡਗਲਸ ਨੇ ਆਪਣੀ ਪਾਰਟੀ ਵਿੱਚ ਫੁੱਟ ਪਾ ਦੇਣ ਕਰਕੇ ਲਿੰਕਨ ਪ੍ਰਧਾਨਗੀ ਦੀ ਚੋਣ ਵੀ ਜਿੱਤ ਗਿਆ, ਪਰ ਇਸ ਵਿੱਚ ਜਿੱਤ ਦੇ ਨਾਲ ਹੀ ਉਹਦੀਆਂ ਮੁਸ਼ਕਲਾਂ ਆਰੰਭ ਹੋ ਗਈਆਂ, ਜਿਨ ਕਾਰਨ ਅੰਤ ਵਿੱਚ ਉਹਨੂੰ ਆਪਣੇ ਜੀਵਨ ਤੋਂ ਵੀ ਹੱਥ ਧੋਣੇ ਪਏ। ਉਨੀ ਦਿਨੀ ਉੱਤਰੀ ਰਿਆਸਤਾਂ ਵਿੱਚ ਗੁਲਾਮੀ ਦੇ ਵਿਰੁੱਧ ਇੱਕ ਜ਼ਬਰਦਸਤ ਲਹਿਰ ਸ਼ੁਰੂ ਹੋ ਗਈ ਸੀ, ਜਿਸ ਦਾ ਮੁੱਖ ਉਦੇਸ਼ ਸੀ ਕਿ ਗੁਲਾਮੀ ਦੇਸ਼ ਵਿੱਚੋਂ ਬਿਲਕੁਲ ਖਤਮ ਕਰ ਦਿੱਤੀ ਜਾਵੇ। ਇਸ ਲਹਿਰ ਦੇ ਆਗੂਆਂ ਨੇ ਦੱਖਣੀ ਰਿਆਸਤਾਂ 'ਤੇ ਬੜਾ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਉਹਨਾਂ ਵਿੱਚ ਗੁਲਾਮਾਂ 'ਤੇ ਕੀਤੇ ਗਏ ਅਤਿਆਚਾਰਾਂ ਨੂੰ ਇਤਨਾ ਵਧਾ ਚੜ੍ਹਾ ਕੇ ਦੱਸਿਆ ਗਿਆ ਸੀ ਕਿ ਉੱਤਰ ਦੇ ਲੋਕਦਾਨ ਦਾ ਮਨ ਦੱਖਣੀ ਰਿਆਸਤਾਂ ਦੇ ਲੋਕਾਂ ਦੇ ਵਿਰੁੱਧ ਭੜਕ ਉੱਠਿਆ। ਨਫ਼ਰਤ ਦਾ ਨਤੀਜਾ ਸਦਾ ਨਫ਼ਰਤ ਹੁੰਦਾ ਹੈ। ਇਸ ਨਫ਼ਰਤ ਦਾ ਅਸਰ ਦੱਖਣੀ ਰਿਆਸਤਾਂ 'ਤੇ ਇਹ ਹੋਇਆ ਕਿ ਉਹਨਾਂ ਵਿੱਚ ਵੀ ਦੇਸ਼ ਤੋਂ ਅਲੱਗ ਹੋਣ ਦੀ ਇੱਕ ਜ਼ਬਰਦਸਤ ਲਹਿਰ ਚੱਲ ਪਈ। ਲਿੰਕਨ ਦੀ ਜਿੱਤ 'ਤੇ ਉਸ ਦਾ ਯਕੀਨ ਹੋਰ ਵੀ ਪੱਕਾ ਹੋ ਗਿਆ ਕਿ ਗੁਲਾਮ ਪੱਖੀਆਂ ਦਾ ਕੋਈ ਭਵਿੱਖ ਨਹੀਂ। ਇਸ ਲਈ ਉਹਨਾਂ ਨੇ ਲਿੰਕਨ 'ਤੇ ਆਪਣੀ ਤਾਕਤ ਫੜਨ ਤੋਂ ਪਹਿਲਾਂ ਦੇਸ਼ ਤੋਂ ਅਲੱਗ ਹੋ ਜਾਣ ਦੇ ਕਦਮ ਚੁੱਕਣੇ ਚਾਹੀਦੇ ਹਨ। ਲਿੰਕਨ ਦੀ ਚੋਣ ਤੋਂ 6 ਮਹੀਨੇ ਪਿੱਛੋਂ ਹੀ ਸਾਊਥ ਕੈਰੋਲੀਨਾ ਦੀ ਅਗਵਾਈ ਹੇਠ 8 ਰਿਆਸਤਾਂ ਨੇ ਬਗਾਵਤ ਕਰ ਦਿੱਤੀ ਤੇ ਲੜਾਈ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਆਪਣਾ ਵੱਖਰਾ ਪ੍ਰਧਾਨ ਵੀ ਚੁਣ ਲਿਆ। ਲਿੰਕਨ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਜੇਕਰ ਦੇਸ਼ ਦੀ ਏਕਤਾ ਕਾਇਮ ਰੱਖਣੀ ਹੈ ਤਾਂ ਯੁੱਧ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ। ਅਹੁਦਾ ਸੰਭਾਲਣ ਲਈ ਉਹਨੂੰ ਦੇਸ਼ ਦੀ ਰਾਜਨੀਤੀ ਵਾਸ਼ਿੰਗਟਨ ਵਿੱਚ ਪਹੁੰਚਣ ਲਈ ਬਗਾਵਤ ਕਰਨ ਵਾਲੀ ਗੁਲਾਮੀ ਪੱਖੀ ਇੱਕ ਰਿਆਸਤ ਚਾਰਲਸਟਨ ਵਿੱਚੋਂ ਲੰਘਣਾ ਪੈਣਾ ਸੀ। ਇਸ ਲਈ ਉਹਦੀ ਜਾਨ 'ਤੇ ਹਮਲੇ ਦਾ ਸਖਤ ਖਤਰਾ ਸੀ। ਵਾਸ਼ਿੰਗਟਨ ਜਾਣ ਤੋਂ ਪਹਿਲਾਂ ਉਹ ਆਪਣੀ ਬੁੱਢੀ ਮਾਤਾ ਨੂੰ ਮਿਲਣ ਲਈ ਗਿਆ ਤਾਂ ਉਹ ਉਹਨੂੰ ਭਰੇ ਦਿਲ ਨਾਲ ਆਖਣ ਲੱਗੀ, ਬੇਟਾ ਤੂੰ ਪ੍ਰਧਾਨ ਬਣ ਕੇ ਕੀ ਲੈਣਾ ਸੀ? ਮੇਰੇ ਮਨ ਅੰਦਰੋਂ ਆਵਾਜ਼ ਆ ਰਹੀ ਹੈ ਕਿ ਤੈਨੂੰ ਜ਼ਰੂਰ ਕੁਝ ਨਾ ਕੁਝ ਹੋ ਜਾਣਾ ਹੈ ਤੇ ਸ਼ਾਇਦ ਇਹ ਸਾਡੀ ਆਖਰੀ ਮੁਲਾਕਾਤ ਹੋਵੇ। ਸੋ ਖਤਰੇ ਨੂੰ ਮੁੱਖ ਰੱਖਦਿਆਂ ਹੋਇਆਂ ਲਿੰਕਨ ਦੇ ਦੋਸਤਾਂ ਨੇ ਉਹਨੂੰ ਮਜਬੂਰ ਕੀਤਾ ਸੀ ਕਿ ਉਹ ਭੇਸ ਵਟਾ ਕੇ ਸਫ਼ਰ ਕਰੇ। ਸਫ਼ਰ 'ਤੇ ਜਾਣ ਲੱਗਿਆਂ ਉਹਦੇ ਪਾਸ ਇਤਨੇ ਪੈਸੇ ਵੀ ਨਹੀਂ ਸਨ ਕਿ ਉਹ ਸਫ਼ਰ ਲਈ ਟਿਕਟ ਵੀ ਖਰੀਦ ਸਕਦਾ। ਉਹਨੂੰ ਆਪਣੇ ਦੋਸਤਾਂ ਕੋਲੋਂ ਪੈਸੇ ਉਧਾਰ ਲੈਣੇ ਪਏ। ਲੋਕ ਵਰਦੇ ਮੀਂਹ ਵਿੱਚ ਉਹਨੂੰ ਗੱਡੀ ਚੜ੍ਹਾਉਣ ਆਏ। ਭੀੜ ਇਤਨੀ ਸੀ ਕਿ ਸਟੇਸ਼ਨ 'ਤੇ ਤਿਲ ਭਰ ਥਾਂ ਵੀ ਨਹੀਂ ਸੀ ਲੱਭਦੀ। ਆਪਣੇ ਯਾਰਾਂ ਦੋਸਤਾਂ ਤੋਂ ਵਿਛੜਨ ਕਰਕੇ ਲਿੰਕਨ ਬੜਾ ਉਦਾਸ ਸੀ। ਉਹਦਾ ਮਨ ਇਤਨਾ ਭਰਿਆ ਹੋਇਆ ਸੀ ਕਿ ਵਿਦਾਇਗੀ ਦੇ ਸਮੇਂ ਉਹ ਕੋਈ ਤਕਰੀਰ ਨਾ ਕਰ ਸਕਿਆ
ਫਿਰ ਵੀ ਉਹਨੇ ਦੋਸਤਾਂ ਦੇ ਕਹਿਣ 'ਤੇ 2-4 ਅੱਖਰ ਬੋਲੇ ਜਿਹੜੇ ਵਲਵਲਾ ਭਰਪੂਰ ਹਨ। ਉਹਨੇ ਕਿਹਾ, ਮਿੱਤਰੋ, ਮੈਨੂੰ ਤੁਹਾਥੋਂ ਵਿਛੜਨ ਦਾ ਜਿਹੜਾ ਦੁੱਖ ਹੈ ਉਹ ਮੈਂ ਦੱਸ ਨਹੀਂ ਸਕਦਾ। ਇਹ ਜੋ ਇੱਜ਼ਤ ਅਤੇ ਮਾਣ ਮੈਨੂੰ ਮਿਲਿਆ ਹੈ, ਇਹ ਸਭ ਤੁਹਾਡੀ ਖੈਰਾਇਤ ਹੈ। ਇੱਥੇ ਮੈਂ 25 ਸਾਲ ਤੋਂ ਰਿਹਾ ਹਾਂ। ਇੱਥੇ ਹੀ ਮੇਰੀ ਜਵਾਨੀ ਦੇ ਦਿਨ ਲੰਘੇ ਅਤੇ ਬੁਢੇਪਾ ਆਇਆ। ਇੱਥੇ ਹੀ ਬੱਚੇ ਜੰਮੇ ਪਲੇ ਅਤੇ ਉਹਨਾਂ ਵਿੱਚੋਂ ਇੱਕ ਗੁਜ਼ਰ ਵੀ ਗਿਆ। ਹੁਣ ਮੈਂ ਤੁਹਾਥੋਂ ਵਿਛੜ ਰਿਹਾ ਹਾਂ। ਫਿਰ ਪਤਾ ਨਹੀਂ ਕਦੋਂ ਮੇਲੇ ਹੋਣ, ਕਿਉਂਕਿ ਮੇਰੇ ਮੋਢਿਆਂ 'ਤੇ ਉਸ ਤੋਂ ਵੀ ਜ਼ਿਆਦਾ ਭਾਰ ਹੈ ਜੋ ਵਾਸ਼ਿੰਗਟਨ ਨੂੰ ਚੁੱਕਣਾ ਪਿਆ ਸੀ। ਪਰਮਾਤਮਾ ਦੀ ਸਹਾਇਤਾ ਤੋਂ ਬਿਨਾਂ ਮੈਂ ਸਫਲ ਨਹੀਂ ਹੋ ਸਕਦਾ, ਪਰ ਜੇ ਉਹਦੀ ਸਹਾਇਤਾ ਮਿਲੀ ਤਾਂ ਮੈਨੂੰ ਯਕੀਨ ਹੈ ਕਿ ਮੈਂ ਅਸਫਲ ਨਹੀਂ ਰਹਾਂਗਾ। ਉਸ ਰੱਬ ਵਿੱਚ ਵਿਸ਼ਵਾਸ ਰੱਖਦਿਆਂ ਹੋਇਆਂ ਮੇਰੇ ਨਾਲ ਵੀ ਜਾ ਸਕਦਾ ਸੀ। ਇਹ ਤੁਹਾਡੇ ਕੋਲ ਵੀ ਰਹਿ ਗਿਆ ਹੈ, ਫਿਰ ਹਰ ਥਾਂ ਮੌਜੂਦ ਹੀ ਰਹਿੰਦਾ ਹੈ। ਸਾਨੂੰ ਪੂਰਨ ਆਸ ਹੈ ਕਿ ਸਭ ਕਾਰਜ ਰਾਸ ਹੋਣਗੇ। ਜਿਵੇਂ ਮੈਨੂੰ ਆਸ ਹੈ ਕਿ ਤੁਸੀਂ ਮੇਰੇ ਲਈ ਸ਼ੁਭ ਇਛਾਵਾਂ ਮੰਗਦੇ ਹੋਵੋਗੇ, ਮੈਂ ਵੀ ਤੁਹਾਡੇ ਲਈ ਸ਼ੁਭ ਇਛਾਵਾਂ ਮੰਗਦਾ ਹੋਇਆ ਤੁਹਾਥੋਂ ਪਿਆਰ ਸਹਿਤ ਆਗਿਆ ਲੈਂਦਾ ਹਾਂ। ਇਹ ਦੱਸਿਆ ਗਿਆ ਹੈ ਕਿ ਲਿੰਕਨ ਹੈਰਿਸਬਰਗ ਦੇ ਸਟੇਸ਼ਨ 'ਤੇ ਇੱਕ ਤਕਰੀਰ ਕਰੇਗਾ ਅਤੇ ਰਾਤ ਉੱਥੇ ਹੀ ਕੱਟਣ ਪਿੱਛੋਂ ਸਵੇਰੇ ਵਾਸ਼ਿੰਗਟਨ ਵੱਲ ਚੱਲ ਪਵੇਗਾ। ਉਹਨੇ ਤਕਰੀਰ ਪ੍ਰੋਗਰਾਮ ਅਨੁਸਾਰ ਹੀ ਕੀਤੀ, ਪਰ ਰਾਤ ਹੈਰਿਸਬਰਗ ਵਿੱਚ ਠਹਿਰਨ ਦੀ ਥਾਂ ਉਹ ਸਟੇਸ਼ਨ ਦੇ ਪਿਛਲੇ ਬੂਹੇ ਰਾਹੀਂ ਪੇਸ ਬਦਲਾ ਕੇ ਰਾਤ ਦੇ ਹਨੇਰੇ ਵਿੱਚ ਉੱਥੋਂ ਅਲੋਪ ਹੋ ਗਿਆ ਅਤੇ ਇੱਕ ਹੋਰ ਗੱਡੀ ਵਿੱਚ ਬੈਠ ਕੇ ਬਿਨਾਂ ਕਿਸੇ ਨੂੰ ਪਤਾ ਲੱਗਿਆ ਵਾਸ਼ਿੰਗਟਨ ਵਿੱਚ ਪਹੁੰਚ ਗਿਆ। ਸਭ ਲੋਕ ਹੈਰਾਨ ਸਨ ਕਿ ਲਿੰਕਨ ਬਚ ਕੇ ਕਿਵੇਂ ਨਿਕਲ ਗਿਆ ਹੈ। ਵਾਸ਼ਿੰਗਟਨ ਵਿੱਚ ਪਹੁੰਚ ਕੇ ਆਪਣਾ ਅਹੁਦਾ ਸੰਭਾਲਦਿਆਂ ਹੀ ਉਹਨੂੰ 2 ਵੱਡੀਆਂ ਔਕੜਾਂ ਨਾਲ ਨਜਿੱਠਣਾ ਪਿਆ। ਇੱਕ ਤਾਂ ਨੌਕਰੀਆਂ ਲੈਣ ਵਾਲੇ ਹੱਥ ਧੋ ਕੇ ਉਹਦੇ ਮਗਰ ਪੈ ਗਏ, ਇੱਥੋਂ ਤੱਕ ਕਿ ਉਹਨਾਂ ਨੇ ਉਹਦਾ ਜਿਊਣਾ ਵੀ ਹਰਾਮ ਕਰ ਦਿੱਤਾ। ਦੂਜੇ, ਫੋਰਟ ਸਮੋਟਰ ਵਿੱਚ ਘਿਰੀ ਹੋਈ ਫੌਜ ਦੀ ਖੁਰਾਕ ਦਾ ਜ਼ਖੀਰਾ ਬਿਲਕੁਲ ਖਤਮ ਹੋ ਗਿਆ ਸੀ ਅਤੇ ਉਹਦੇ ਲਈ ਹਥਿਆਰ ਸੁੱਟਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ। ਲਿੰਕਨ ਦੇ ਕਈ ਸਲਾਹਕਾਰਾਂ ਨੇ ਸਲਾਹ ਦਿੱਤੀ ਕਿ ਹਥਿਆਰ ਸੁੱਟ ਦੇਣੇ ਚਾਹੀਦੇ ਹਨ, ਕਿਉਂਕਿ ਜੇ ਉਹਨਾਂ ਨੂੰ ਖੁਰਾਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਖੁੱਲ੍ਹਮ ਖੁੱਲ੍ਹਾ ਲੜਾਈ ਦਾ ਐਲਾਨ ਸਮਝਿਆ ਜਾਵੇਗਾ। ਪਰ ਲਿੰਕਨ ਨੇ ਦੇਸ਼ ਦੀ ਏਕਤਾ ਕਾਇਮ ਰੱਖਣ 'ਤੇ ਸਿਰ ਧੜ ਦੀ ਬਾਜੀ ਲਾਈ ਹੋਈ ਸੀ, ਇਸ ਲਈ ਉਹਨੇ ਕਿਲ੍ਹੇ ਦੀ ਫੌਜ ਨੂੰ ਰਸਦ ਪਹੁੰਚਾਉਣ ਦਾ ਹੁਕਮ ਦੇ ਦਿੱਤਾ। ਉੱਧਰ ਵਿਰੋਧੀਆਂ ਨੇ ਆਪਣੀਆਂ ਸਫਾਂ ਵਿੱਚ ਜੋਸ਼ ਦਾ ਜਜ਼ਬਾ ਵਧਾਉਣ ਲਈ ਕਿਲ੍ਹੇ ਦੇ ਤੋਪਖਾਨੇ ਵਿੱਚ ਗੋਲਾਬਾਰੀ ਦਾ ਹੁਕਮ ਦੇ ਦਿੱਤਾ। ਇਸ ਗੋਲਾਬਾਰੀ ਨਾਲ ਭਾਵੇਂ ਕੋਈ ਆਦਮੀ ਵੀ ਨਾ ਮਰਿਆ, ਪਰ ਇਸ ਦਾ ਅਸਰ ਇਹ ਹੋਇਆ ਕਿ ਰਸਦੇ ਪਹੁੰਚਣ ਤੋਂ ਪਹਿਲਾਂ ਹੀ ਘਿਰੀ ਹੋਈ ਉੱਤਰੀ ਫੌਜ ਨੇ ਦੱਖਣੀ ਫੌਜ ਸਾਹਮਣੇ ਹਥਿਆਰ ਸੁੱਟ ਦਿੱਤੇ। ਇਸ ਘਟਨਾ ਨਾਲ ਦੋਹਾਂ ਪਾਸਿਆਂ ਦਾ ਜ਼ੋਰਾਂ ਸ਼ੋਰਾਂ ਨਾਲ ਉਭਾਰ ਆਇਆ ਅਤੇ ਕਰੋਗੀ ਯੁੱਧ ਦਾ ਮੁੱਢ ਬੱਝ ਗਿਆ। ਕਰੋਗੀ ਯੁੱਧ। ਲਿੰਕਨ ਨੇ ਭਰਤੀ ਦਾ ਹੁਕਮ ਜਾਰੀ ਕਰ ਦਿੱਤਾ। ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਭਰਤੀ ਹੋਣੇ ਸ਼ੁਰੂ ਹੋ ਗਏ, ਪਰ ਬਦਕਿਸਮਤੀ ਦੀ ਗੱਲ ਇਹ ਸੀ ਕਿ ਲੜਨ ਲਈ ਸਿਪਾਹੀ ਤਾਂ ਬੜੇ ਸਨ, ਪਰ ਦੱਖਣੀ ਜਰਨੈਲ ਰਾਬਰਟ ਲੀ ਦੇ ਮੁਕਾਬਲੇ ਦਾ ਉੱਤਰ ਵਿੱਚ ਕੋਈ ਯੋਗ ਜਰਨੈਲ ਨਹੀਂ ਸੀ ਲੱਭਦਾ। ਹੋਰ ਕੋਈ ਚੰਗਾ ਜਰਨੈਲ ਨਾ ਲੱਭਣ ਕਰਕੇ ਲਿੰਕਨ ਨੇ ਆਖਰ ਫੌਜ ਦੀ ਕਮਾਨ ਵਿਨਫੀਲਡ ਸਕਾਟ ਨੂੰ ਸੌਂਪ ਦਿੱਤੀ। ਇਹਨੇ ਜਵਾਨੀ ਵਿੱਚ ਕਈ ਜਿੱਤਾਂ ਤਾਂ ਜ਼ਰੂਰ ਕੀਤੀਆਂ ਸਨ, ਪਰ ਹੁਣ ਇਹ ਬਿਰਧ ਹੋ ਚੁੱਕਾ ਸੀ। ਇਹਦੇ ਲਈ ਦਰਦਾਂ ਦੇ ਕਾਰਨ ਬਿਸਤਰੇ ਤੋਂ ਉੱਤਰ ਕੇ 2-4 ਕਦਮ ਚੱਲਣੇ ਵੀ ਔਖੇ ਸਨ। ਭਾਵੇਂ 70-80 ਹਜ਼ਾਰ ਜਵਾਨ ਭਰਤੀ ਹੋ ਚੁੱਕੇ ਸਨ, ਪਰ ਫੌਜ ਨੂੰ ਲੜਾਈ ਦੇ ਯੋਗ ਬਣਾਉਣ ਲਈ ਕੁਝ ਨਾ ਕੁਝ ਸਮਾਂ ਵੀ ਚਾਹੀਦਾ ਸੀ। ਪਰ ਲੋਕ ਇਸ ਗੱਲ ਤੋਂ ਬੇਖਬਰ ਸਨ। ਉਹ ਲੜਾਈ ਸ਼ੁਰੂ ਕਰਨ ਲਈ ਕਾਹਲੇ ਪਏ ਹੋਏ ਸਨ। ਲਿੰਕਨ ਨੂੰ ਉਹਨਾਂ ਦੇ ਦਬਾਅ ਥੱਲੇ ਅਲੂਈ ਫੌਜ ਨੇ ਹੀ ਅਗਾਂਹ ਧੱਕਣਾ ਪਿਆ। ਸਿਖਲਾਈ ਨਾ ਹੋਣ ਕਰਕੇ ਸਿਪਾਹੀਆਂ ਨੂੰ ਪਤਾ ਹੀ ਨਹੀਂ ਸੀ ਕਿ ਲੜਾਈ ਕਿਸ ਬਲਾ ਨੂੰ ਕਹਿੰਦੇ ਹਨ। ਉਹ ਰਣ ਭੂਮੀ ਵੱਲ ਇਉਂ ਜਾ ਰਹੇ ਸਨ ਜਿਵੇਂ ਕਿ ਖੇਡ ਦੇ ਮੈਦਾਨ ਵੱਲ ਜਾਈਦਾ ਹੈ। ਕਈ ਲੋਕ ਤਾਂ ਖਾਣ ਪੀਣ ਦਾ ਸਮਾਨ, ਆਪਣੀਆਂ ਇਸਤਰੀਆਂ ਅਤੇ ਬੱਚੇ ਵੀ ਨਾਲ ਹੀ ਤਮਾਸ਼ਾ ਵੇਖਣ ਲਈ ਲੈ ਗਏ। ਪਰ ਜਦ ਉਹਨਾਂ ਵਿੱਚੋਂ ਕਈਆਂ ਨੇ ਗੋਲਿਆਂ ਦੇ ਫਟਣ ਤੇ ਆਕਾਸ਼ ਨੂੰ ਗੁੰਜਾਉਣ ਵਾਲੇ ਧਮਾਕੇ ਸੁਣੇ ਤੇ ਸ਼ੀਂਹ ਵਰਗੇ ਜਵਾਨ ਅੱਖਾਂ ਸਾਹਮਣੇ ਡਿੱਗਦੇ ਵੇਖੇ ਤਾਂ ਉਹਨਾਂ ਦੇ ਹੋਸ਼ ਉੱਡ ਗਏ ਤੇ ਉਹ ਦੁਮ ਦਬਾ ਕੇ ਪਿਛਾਂਹ ਨੂੰ ਨੱਸ ਉੱਠੇ। ਫਿਰ ਵੀ ਤਜਰਬਾਕਾਰ ਫੌਜੀ ਚੰਗੀ ਜਾਨ ਤੋੜ ਕੇ ਲੜੇ। ਕੁਝ ਘੰਟੇ ਤਾਂ ਦੋਵੇਂ ਪਾਸੇ ਲੜਾਈ ਦਾ ਜ਼ੋਰ ਇੱਕੋ ਜਿਹਾ ਰਿਹਾ, ਪਰ ਦੱਖਣੀ ਫੌਜ ਨੇ ਜਦ ਲੜਾਈ ਵਿੱਚ ਆਪਣੀ ਤਾਜ਼ਾ ਦਮ ਫੌਜ ਪਾ ਦਿੱਤੀ ਤਾਂ ਉੱਤਰੀ ਫੌਜਾਂ ਦੇ ਪੈਰ ਉਖੜ ਗਏ ਤੇ ਉਹਨਾਂ ਨੂੰ ਭਾਜੜ ਪੈ ਗਈ। ਦੱਖਣੀ ਫੌਜਾਂ ਨੇ ਪਿੱਛਾ ਕੀਤਾ ਤੇ ਉਹਨਾਂ ਦੀਆਂ ਤੋਪਾਂ ਦੀ ਆਵਾਜ਼ 20 ਮੀਲ ਦੂਰ ਤੱਕ ਇੱਕ ਗਿਰਜੇ ਘਰ ਵਿੱਚ ਬੈਠੇ ਲਿੰਕਨ ਦੇ ਕੰਨਾਂ ਤੱਕ ਪਹੁੰਚਣ ਲੱਗ ਗਈ। ਜਦ ਲਿੰਕਨ ਘਬਰਾ ਕੇ ਬੁੱਢੇ ਜਰਨੈਲ ਸਕਾਟ ਦੇ ਹੈੱਡਕੁਆਰਟਰ ਵੱਲ ਲੜਾਈ ਤੋਂ ਆਈਆਂ ਤਾਜ਼ੀਆਂ ਖਬਰਾਂ ਬਾਰੇ ਪੁੱਛਣ ਲਈ ਗਿਆ ਤਾਂ ਉਹ ਸੁੱਤਾ ਪਿਆ ਸੀ। ਉਹ ਉਬਾਸੀਆਂ ਲੈਂਦਾ ਹੋਇਆ ਉੱਠਿਆ ਤੇ ਲੜਾਈ ਤੋਂ ਆਈਆਂ ਫੌਜਾਂ 1-2 ਤਾਰਾਂ ਮੇਜ਼ਾਂ ਨੂੰ ਤੋਂ ਪੜ੍ਹ ਕੇ ਲਿੰਕਨ ਨੂੰ ਕਹਿਣ ਲੱਗਾ, ਫਿਕਰ ਵਾਲੀ ਕੋਈ ਗੱਲ ਨਹੀਂ, ਸਭ ਕੁਝ ਠੀਕ ਹੈ। ਇਹ ਕਹਿ ਕੇ ਉਹ ਫਿਰ ਸੌਂ ਗਿਆ। ਉੱਧਰ ਰਾਤ ਵੇਲੇ ਬਚੀ ਖੁਚੀ ਫੌਜ ਬੜੀ ਮੁਸ਼ਕਲ ਨਾਲ ਜਾਨ ਬਚਾਉਂਦੀ ਹੋਈ ਵਾਸ਼ਿੰਗਟਨ ਵਿੱਚ ਪਹੁੰਚੀ। ਲਿੰਕਨ ਨੇ ਘਬਰਾਏ ਹੋਏ ਸਿਪਾਹੀਆਂ ਨੂੰ ਬੜਾ ਦਮ ਦਿਲਾਸਾ ਦਿੱਤਾ। ਹੁਣ ਲਿੰਕਨ ਨੂੰ ਪਤਾ ਲੱਗ ਗਿਆ ਕਿ ਲੜਾਈ ਬੜੀ ਲੰਮੀ ਹੋ ਜਾਣੀ ਹੈ, ਇਸ ਲਈ ਉਹਨੇ ਹੋਰ 4 ਲੱਖ ਸਿਪਾਹੀਆਂ ਦੀ ਭਰਤੀ ਦਾ ਹੁਕਮ ਜਾਰੀ ਕਰ ਦਿੱਤਾ। ਕੁਝ ਦਿਨਾਂ ਪਿੱਛੋਂ ਮੈਕਕਲੀਲੈਂਡ
ਨਾਮੀ ਇੱਕ ਜਵਾਨ ਜਰਨੈਲ ਨੇ ਦੱਖਣੀ ਰਿਆਸਤ ਵੈਸਟ ਵਰਜੀਨੀਆ 'ਤੇ ਇੱਕ ਛੋਟਾ ਜਿਹਾ ਹਮਲਾ ਕਰਕੇ ਕੁਝ ਦੱਖਣੀ ਦਸਤਿਆਂ ਨੂੰ ਚੰਗੀ ਤਰ੍ਹਾਂ ਫੈਂਟਾ ਚਾੜਿਆ। ਇਹ ਇੱਕ ਮਾਮੂਲੀ ਜਿਹੀ ਜਿੱਤ ਸੀ, ਪਰ ਇਸ ਨਾਲ ਉੱਤਰ ਵਾਲਿਆਂ ਦੇ ਢਾਏ ਹੋਏ ਹੌਸਲੇ ਫੇਰ ਬੁਲੰਦ ਹੋ ਗਏ ਅਤੇ ਸਭ ਥਾਂ ਮੈਕਕਲੀਲੈਂਡ ਦੇ ਕਾਰਨਾਮਿਆਂ ਨੂੰ ਵਧਾ ਚੜ੍ਹਾ ਕੇ ਦੱਸਿਆ ਗਿਆ ਅਤੇ ਉਹਦੀਆਂ ਹਰ ਥਾਂ ਧੁੰਮਾਂ ਪੈ ਗਈਆਂ। ਇਸ ਲਿੰਕਨ ਨੂੰ ਉਹਨੂੰ ਫੌਜ ਦਾ ਸੈਨਾਪਤੀ ਮੁਕਰਰ ਕਰ ਦਿੱਤਾ। ਮੈਕਕਲੀਲੈਂਡ ਅਸਲ ਵਿੱਚ ਇੱਕ ਨੁਮਾਇਸ਼ੀ ਜਰਨੈਲ ਸੀ ਜੋ ਫੜਾਂ ਬਹੁਤੀਆਂ ਮਾਰਦਾ ਸੀ, ਪਰ ਲੜਨ ਲਈ ਜਰਾ ਵੀ ਗੁਰਦਾ ਨਹੀਂ ਸੀ ਰੱਖਦਾ। ਉਹਦੀ ਸੈਨਾ ਲੜਨ ਲਈ ਤਿਆਰ ਸੀ। ਲੋਕ ਵੀ ਰੌਲਾ ਪਾ ਰਹੇ ਸਨ ਕਿ ਇੱਕ ਜ਼ੋਰਦਾਰ ਹਮਲਾ ਕਰਕੇ ਲੜਾਈ ਨੂੰ ਖਤਮ ਕਰ ਦਿੱਤਾ ਜਾਏ, ਪਰ ਮੈਕਕਲੀਨ ਟਾਲ ਮਟੋਲੇ ਕਰੀ ਜਾਂਦਾ ਸੀ। ਇੱਥੋਂ ਤੱਕ ਕਿ ਉਹ ਲਿੰਕਨ ਦੀ ਬੇਇੱਜ਼ਤੀ ਕਰਨ ਤੋਂ ਵੀ ਨਹੀਂ ਸੰਕੋਚ ਕਰਦਾ ਸੀ। ਆਖਰ ਮਜਬੂਰਨ ਮੈਕਕਲੀਲੈਂਡ ਨੂੰ 2 ਸਾਲ ਦੀ ਜੱਕੋ-ਤੱਕੀ ਪਿੱਛੋਂ ਹਮਲਾ ਕਰਨਾ ਹੀ ਪਿਆ, ਪਰ ਇਹ ਹਮਲਾ ਉਸਨੇ ਘਬਰਾਹਟ ਵਿੱਚ ਕੀਤਾ ਸੀ। ਭਾਵੇਂ ਉਹਦੀ ਫੌਜ ਵਿਆਰੀ ਨਾਲ ਕਿਤੇ ਵੱਧ ਸੀ, ਫਿਰ ਵੀ ਦੱਖਣੀ ਜਰਨੈਲ ਦੇ ਛੱਕੇ ਉਹਨੇ ਛੁਡਾ ਦਿੱਤੇ ਅਤੇ ਉਹਨੇ 15,000 ਆਦਮੀ ਮਾਰੇ ਗਏ। ਇਸ ਭਾਰੀ ਨੁਕਸਾਨ ਦਾ ਲਿੰਕਨ ਨੂੰ ਇਤਨਾ ਦੁੱਖ ਹੋਇਆ ਕਿ ਉਹਦੇ ਅੱਥਰੂ ਨਿਕਲ ਆਏ। ਮੈਕਕਲੀਨ ਪਿੱਛੋਂ ਉਹਨੇ ਹੋਰ ਜਰਨੈਲਾਂ ਦੇ ਫੌਜ ਦੀ ਕਮਾਂਡ ਸੌਂਪੀ, ਪਰ ਇਹ ਸਭ ਦਾ ਇਹੀ ਹਾਲ ਹੋਇਆ ਜਿਹੜਾ ਮੈਕਕਲੀਲੈਂਡ ਦਾ ਹੋਇਆ ਸੀ ਅਤੇ ਹਾਰ ਹੁੰਦੀ ਰਹੀ। ਲਿੰਕਨ ਨੂੰ ਇਸ ਨਾਕਾਮੀ 'ਤੇ ਬੜੀ ਘਬਰਾਹਟ ਹੋਈ, ਇੱਥੋਂ ਤੱਕ ਕਿ ਉਹਨੂੰ ਰਾਤ ਭਰ ਨੀਂਦ ਵੀ ਨਹੀਂ ਸੀ ਆਉਂਦੀ। ਉਹ ਸਾਰੀ ਰਾਤ ਆਪਣੇ ਕਮਰੇ ਵਿੱਚ ਇੱਧਰ ਉੱਧਰ ਟਹਿਲਦਾ ਅਤੇ ਸੋਚਦਾ ਰਹਿੰਦਾ ਸੀ ਕਿ ਇਸ ਲੜਾਈ ਦਾ ਬਣੇਗਾ ਕੀ। ਇਹਨਾਂ ਦਿਨਾਂ ਵਿੱਚ ਹੀ ਉਹਦੇ ਲੜਕੇ ਵਿਲੀ ਦੀ ਅਚਾਨਕ ਮੌਤ ਹੋ ਗਈ। ਉਹ ਆਪਣੇ ਲੜਕਿਆਂ ਨੂੰ ਜਾਨ ਤੋਂ ਵੱਧ ਪਿਆਰ ਕਰਦਾ ਸੀ, ਭਾਵੇਂ ਜਿੰਨਾ ਮਰਜ਼ੀ ਵੀ ਖਰੂਦ ਕਿਉਂ ਨਾ ਕਰਨ, ਉਹ ਉਹਨਾਂ ਨੂੰ ਕਦੀ ਕੁਝ ਨਹੀਂ ਸੀ ਕਹਿੰਦਾ। ਉਹ ਮੰਤਰੀ ਮੰਡਲ ਦੀ ਬੈਠਕ ਵਿੱਚ ਭਾਗ ਲੈ ਰਿਹਾ ਹੁੰਦਾ ਸੀ ਅਤੇ ਉਹ ਅੰਦਰ ਇਹ ਦੱਸਣ ਲਈ ਆ ਜਾਂਦੇ ਸਨ ਕਿ ਪੜਛੱਤੀ ਵਿੱਚ ਬਿੱਲੀ ਨੇ ਬੱਚੇ ਦਿੱਤੇ ਹਨ। ਇੱਕ ਵਾਰ ਜਦੋਂ ਆਪਣੇ ਅੰਦਰ ਇੱਕ ਮੰਤਰੀ ਨਾਲ ਬਹੁਤ ਹੀ ਜ਼ਰੂਰੀ ਗੱਲਬਾਤ ਕਰ ਰਿਹਾ ਸੀ ਤਾਂ ਵਿਲੀ ਅੰਦਰ ਆ ਗਿਆ ਅਤੇ ਲਿੰਕਨ ਦੇ ਮੋਢਿਆਂ 'ਤੇ ਚੜ੍ਹ ਕੇ ਬੈਠ ਗਿਆ। ਉਸ ਮੰਤਰੀ ਨੂੰ ਸਖਤ ਗੁੱਸਾ ਚੜ੍ਹਿਆ, ਪਰ ਲਿੰਕਨ ਨੇ ਵਿਲੀ ਨੂੰ ਕੁਝ ਵੀ ਨਾ ਕਿਹਾ। ਲਿੰਕਨ ਦੇ ਮਨ 'ਤੇ ਵਿਲੀ ਦੀ ਮੌਤ ਦੀ ਸਖਤ ਸੱਟ ਵੱਜੀ। ਉਹ ਇੱਕ ਤਾਂ ਲੜਾਈ ਵਿੱਚ ਹਾਰਾਂ ਅਤੇ ਦੂਜੇ ਲੜਕੇ ਦੇ ਗਮ ਵਿੱਚ ਡੁੱਬਾ ਰਹਿੰਦਾ ਸੀ। ਇਹ ਡਰ ਸੀ ਕਿ ਉਹ ਕਿਤੇ ਆਪਣੀ ਸੋਚਣ ਸ਼ਕਤੀ ਹੀ ਨਾ ਗਵਾ ਬੈਠੇ। ਉਹਦੇ ਸਾਰੇ ਮੰਤਰੀ ਸਾਂਟਨ, ਸ਼ਰਮਨ, ਚੇਜ਼, ਸੈਵਰਡ ਉਹਦੀ ਨਿਖੇਧੀ ਕਰਨ ਲੱਗ ਪਏ। ਉਹ ਕਹਿੰਦੇ ਸਨ ਕਿ ਲਿੰਕਨ ਨੇ ਆਪਣੀ ਸਾਰੀ ਉਮਰ ਵਿੱਚ ਇੱਕੋ ਇੱਕ ਕੰਮ ਕੀਤਾ ਸੀ ਅਤੇ ਉਹ ਸੀ ਉਸਦੀ ਨਿਊ ਸੈਲਮ ਵਿੱਚ ਦੁਕਾਨ, ਜਿਸ ਦਾ ਉਹਨੇ ਦਿਵਾਲਾ ਕਢਵਾ ਦਿੱਤਾ ਸੀ ਅਤੇ ਹੁਣ ਦੇਸ਼ ਦਾ ਦਿਵਾਲਾ ਕੱਢਣ 'ਤੇ ਤੁਲਿਆ ਹੋਇਆ ਹੈ। ਉਹ ਕਹਿੰਦੇ ਸਨ ਕਿ ਲਿੰਕਨ ਨੂੰ ਵੇਲਾ ਕੋਇਲਾ ਵੀ ਨਹੀਂ ਪਛਾਣਦਾ ਅਤੇ ਜ਼ਰੂਰੀ ਕੰਮਾਂ ਨੂੰ ਛੱਡ ਕੇ ਉਹ ਜੱਟ ਲੋਕਾਂ ਕੋਲੋਂ ਹਾਸੇ ਮਖੌਲ ਦੀਆਂ ਕਹਾਣੀਆਂ ਸੁਣਨ ਲੱਗ ਪੈਂਦਾ ਹੈ। ਇੱਕ ਦਿਨ ਸਪਰਿੰਗਫੀਲਡ ਤੋਂ ਇੱਕ ਬੁੱਢਾ ਕਿਸਾਨ ਉਹਨੂੰ ਇੱਕ ਕਹਾਣੀ ਸੁਣਾਉਣ ਲਈ ਆਇਆ। ਲਿੰਕਨ ਦੇ ਦਰਬਾਰ ਨੇ ਉਹਨੂੰ ਅੰਦਰ ਜਾਣੋਂ ਮਨ੍ਹਾ ਕਰ ਦਿੱਤਾ, ਕਿਉਂਕਿ ਉਸ ਵੇਲੇ ਮੰਤਰੀ ਮੰਡਲ ਦੀ ਇੱਕ ਜ਼ਰੂਰੀ ਬੈਠਕ ਹੋ ਰਹੀ ਸੀ। ਕਿਸਾਨ ਨੇ ਕਿਹਾ, ਕੋਈ ਡਰ ਨਹੀਂ, ਤੂੰ ਬਸ ਉਹਨੂੰ ਅੰਦਰ ਜਾ ਕੇ ਕਹਿ ਦੇ ਕਿ ਔਰਲੈਂਡੋ ਕੈਲੋਗ ਤੈਨੂੰ ਥੱਦੇ ਜੱਜ ਦੀਆਂ ਕਹਾਣੀਆਂ ਸੁਣਾਉਣ ਆਇਆ ਹੈ। ਲਿੰਕਨ ਨੇ ਉਹਨੂੰ ਉਸੇ ਵੇਲੇ ਅੰਦਰ ਸੱਦ ਲਿਆ ਅਤੇ ਬੜੇ ਪਿਆਰ ਨਾਲ ਹੱਥ ਮਿਲਾਇਆ। ਫਿਰ ਆਪਣੇ ਬਾਕੀ ਮੰਤਰੀਆਂ ਨਾਲ ਉਹਦੀ ਮੁਲਾਕਾਤ ਕਰਾਉਂਦਿਆਂ ਕਹਿਣ ਲੱਗਾ, ਇਹ ਮੇਰਾ ਪੁਰਾਣਾ ਬੇਲੀ ਔਰਲੈਂਡੋ ਕੈਲੋਗ ਹੈ। ਇਹ ਤੁਹਾਨੂੰ ਥੱਥੇ ਜੱਜ ਦੀ ਕਹਾਣੀ ਸੁਣਾਉਣ ਆਇਆ ਹੈ। ਇਹ ਬੜੀ ਸ਼ਾਨਦਾਰ ਕਹਾਣੀ ਹੈ। ਪਹਿਲਾਂ ਕਹਾਣੀ ਸੁਣ ਲਈਏ, ਬਾਕੀ ਕੰਮ ਫੇਰ ਕਰ ਲਵਾਂਗੇ। ਲਿੰਕਨ ਕਹਾਣੀ ਸੁਣ ਕੇ ਖੂਬ ਖਿੜਖਿੜਾ ਕੇ ਹੱਸਦਾ ਰਿਹਾ ਅਤੇ ਉਹਦੇ ਮੰਤਰੀ ਹੈਰਾਨੀ ਅਤੇ ਗੁੱਸੇ ਵੱਲ 'ਚ ਵੇਖਦੇ ਰਹੇ ਕਿ ਕਹਾਣੀ ਸੁਣਨ ਦੇ ਚਾਅ ਵਿੱਚ ਜ਼ਰੂਰੀ ਕੰਮ ਕਿਵੇਂ ਭੁੱਲਾ ਬੈਠਾ ਹੈ। ਲਿੰਕਨ ਆਪਣੇ ਨਿਸ਼ਾਨੇ 'ਤੇ ਆਪਣ ਲਈ ਜੇ ਬੇਇੱਜ਼ਤੀ ਵੀ ਸਹਾਰਨੀ ਪਵੇ ਤਾਂ ਸਹਾਰ ਲੈਂਦਾ ਸੀ। ਇੱਕ ਵਾਰੀ ਉਹਨੇ ਕੁਝ ਪਲਟਨਾਂ ਦੀ ਇੱਕ ਥਾਂ ਤੋਂ ਦੂਜੀ ਥਾਂ ਤਬਦੀਲੀ ਕਰਨ ਦਾ ਹੁਕਮ ਦਿੱਤਾ। ਜਦ ਇਹ ਹੁਕਮ ਉਹਦੇ ਮੰਤਰੀ ਸਟੈਂਟਨ ਪਾਸ ਗਿਆ ਤਾਂ ਉਹਨੇ ਇਸ ਹੁਕਮ ਨੂੰ ਬਿਲਕੁਲ ਨਾਵਾਜਬ ਸਮਝ ਕੇ ਰੋਕ ਲਿਆ। ਉਹ ਆਦਮੀ ਜੋ ਇਹ ਹੁਕਮ ਲੈ ਕੇ ਗਿਆ ਸੀ ਸਟੈਂਟਨ ਨੂੰ ਕਹਿਣ ਲੱਗਾ, ਤੈਨੂੰ ਪਤਾ ਨਹੀਂ ਇਹ ਹੁਕਮ ਪ੍ਰਧਾਨ ਵੱਲੋਂ ਹੈ। ਸਟੈਂਟਨ ਨੇ ਉੱਤਰ ਦਿੱਤਾ, ਜੇ ਪ੍ਰਧਾਨ ਨੇ ਇਹ ਹੁਕਮ ਲਿਖਿਆ ਹੈ ਤਾਂ ਉਹ ਪਰਲੇ ਦਰਜੇ ਦਾ ਮੂਰਖ ਹੈ। ਉਸ ਆਦਮੀ ਨੇ ਇਹ ਗੱਲ ਜਾ ਕੇ ਲਿੰਕਨ ਨੂੰ ਦੱਸੀ। ਉਹਨੂੰ ਆਸ ਸੀ ਕਿ ਲਿੰਕਨ ਸਟੈਂਟਨ ਨੂੰ ਮੰਤਰੀ ਮੰਡਲ ਵਿੱਚੋਂ ਕੱਢ ਦੇਵੇਗਾ, ਪਰ ਲਿੰਕਨ ਨੇ ਅੱਗੋਂ ਉੱਤਰ ਦਿੱਤਾ, ਜੇ ਸਟੈਂਟਨ ਸਮਝਦਾ ਹੈ ਕਿ ਮੈਂ ਮੂਰਖ ਹਾਂ ਤਾਂ ਮੈਂ ਜ਼ਰੂਰ ਮੂਰਖ ਹੀ ਹੋਵਾਂਗਾ। ਉਹਦੀ ਗੱਲ ਕਦੀ ਗਲਤ ਨਹੀਂ ਹੁੰਦੀ। ਇਸ ਪਿੱਛੋਂ ਉਹ ਸਿੱਧਾ ਸਟੈਂਟਨ ਪਾਸ ਗਿਆ। ਸਟੈਂਟਨ ਨੇ ਉਹਨੂੰ ਯਕੀਨ ਕਰਵਾ ਦਿੱਤਾ ਕਿ ਉਹਦਾ ਹੁਕਮ ਨਾਵਾਜਬ ਹੈ। ਇਸ 'ਤੇ ਲਿੰਕਨ ਨੇ ਉਹਦਾ ਹੁਕਮ ਵਾਪਸ ਲੈ ਲਿਆ। ਲਿੰਕਨ ਤੇ ਸਟੈਂਟਨ ਦੀ ਗੱਲ ਇਸ ਲਈ ਮੰਨ ਲਈ ਸੀ ਕਿਉਂਕਿ ਉਹਨੂੰ ਪੂਰਾ ਯਕੀਨ ਸੀ ਕਿ ਸਟੈਂਟਨ ਇੱਕ ਐਸਾ ਆਦਮੀ ਹੈ ਜਿਹੜਾ ਉਹਦੇ ਆਪਣੇ ਵਾਂਗ ਹੀ ਗੁਲਾਮੀ ਦਾ ਜਾਨੀ ਦੁਸ਼ਮਣ ਹੈ ਅਤੇ ਦੋਹਾਂ ਦਾ ਆਦਰਸ਼ ਇੱਕ ਹੀ ਹੈ। ਪਰ ਕਈ ਮੌਕਿਆਂ 'ਤੇ ਜਦ ਉਹਨੂੰ ਪੂਰਾ ਯਕੀਨ ਹੁੰਦਾ ਸੀ ਕਿ ਜੋ ਕੁਝ ਉਹ ਕਹਿ ਰਿਹਾ ਹੈ ਬਿਲਕੁਲ ਠੀਕ ਅਤੇ ਕੌਮ ਅਤੇ ਦੇਸ਼ ਦੇ ਭਲੇ ਲਈ ਹੈ, ਤਾਂ ਉਹ ਕਿਸੇ ਦੀ ਨਹੀਂ ਸੀ ਮੰਨਦਾ ਅਤੇ ਕਹਿ ਦਿੰਦਾ ਸੀ, ਮੇਰਾ ਵਿਚਾਰ ਹੈ ਕਿ ਇਹ ਤੁਹਾਨੂੰ ਕਰਨਾ ਹੀ ਪੈਣਾ ਹੈ। ਉਹ ਇਹਨਾਂ ਸ਼ਬਦਾਂ ਅੱਗੇ ਸਿਰ ਝੁਕਾ ਦਿੰਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਹ ਸ਼ਬਦ ਜੋ ਉੱਪਰੋਂ ਬੜੇ ਨਰਮ ਜਾਪਦੇ ਹਨ, ਪੱਥਰ 'ਤੇ ਲਕੀਰ ਹਨ। ਉਸ ਨਵੀਂ ਸਥਿਤੀ ਜਿਸ ਦਾ ਲਿੰਕਨ ਨੂੰ ਸਾਹਮਣਾ ਕਰਨਾ ਪਿਆ ਇਹ ਸੀ ਕਿ ਫਰਾਂਸ ਅਤੇ ਬਰਤਾਨਵੀ ਸਰਕਾਰਾਂ ਗੁਲਾਮ ਪੱਖੀ ਦੱਖਣੀ ਰਿਆਸਤਾਂ ਨੂੰ ਸਹਾਇਤਾ ਦੇਣੀ ਚਾਹੁੰਦੀਆਂ ਸਨ।
ਉੱਤਰੀ ਜਹਾਜ਼ਾਂ ਨੇ ਇਹਨਾਂ ਦੀ ਬੰਦਰਗਾਹਾਂ ਦੀ ਮੁਕੰਮਲ ਨਾਕਾਬੰਦੀ ਕੀਤੀ ਹੋਈ ਸੀ, ਇਸ ਲਈ ਨਾ ਹੀ ਉਹ ਬਾਹਰੋਂ ਸਮਾਨ ਮੰਗਵਾ ਸਕਦੀਆਂ ਸਨ, ਨਾ ਹੀ ਆਪਣਾ ਸਮਾਨ ਬਾਹਰ ਭੇਜ ਸਕਦੀਆਂ ਸਨ। ਇਸ ਲਈ ਉਹਨਾਂ ਨੇ ਫਰਾਂਸ ਦਾ ਅਤੇ ਬਰਤਾਨੀਆ ਨੂੰ ਇਸ ਸ਼ਰਤ 'ਤੇ ਕਪਾਹ ਵਿੱਚ ਨਹੀਂ ਕੀਤੀ ਕਿ ਉਹ ਨਾਕਾਬੰਦੀ ਤੋੜ ਕੇ ਉਹਨੂੰ ਜੰਗਲੀ ਸਮਾਨ ਪਹੁੰਚਾਉਣ। ਲਿੰਕਨ ਕੋਈ ਐਸਾ ਕਦਮ ਚੁੱਕਣਾ ਚਾਹੁੰਦਾ ਸੀ ਜਿਸ ਨਾਲ ਫਰਾਂਸ ਅਤੇ ਬਰਤਾਨੀਆ ਅਮਰੀਕਾ ਦੇ ਘਰੋਗੀ ਯੁੱਧ ਵਿੱਚ ਦਖਲ ਦੇਣ ਤੋਂ ਰੁਕ ਜਾਣ। ਉਹ ਸੀ ਦੇਸ਼ ਦੇ 35 ਲੱਖ ਹਬਸ਼ੀਆਂ ਨੂੰ ਆਜ਼ਾਦੀ ਅਤੇ ਸਮਾਨਤਾ ਦੇਣ ਦਾ ਫਰਮਾਨ ਜਾਰੀ ਕਰਨਾ। ਉਸ ਦਾ ਖਿਆਲ ਸੀ ਕਿ ਮਨੁੱਖੀ ਸਮਾਨਤਾ ਦੇ ਉਦੇਸ਼ ਦੇ ਵਿਰੁੱਧ ਯੂਰਪ ਦੇ ਲੋਕ ਲੜਨੋਂ ਸੰਕੋਚ ਕਰਨਗੇ। ਸੋ ਉਹਨੇ ਮੰਤਰੀ ਮੰਡਲ ਦੇ ਸਹਿਯੋਗ ਨਾਲ 1 ਜਨਵਰੀ 1863 ਨੂੰ ਇਹ ਫਰਮਾਨ ਜਾਰੀ ਕਰ ਦਿੱਤਾ, ਪਰ ਉਹਦੇ ਆਪਣੇ ਲੋਕਾਂ ਨੇ ਇਸ ਦਾ ਬੜਾ ਵਿਰੋਧ ਕੀਤਾ ਅਤੇ ਇਸ ਨਾਲ ਉਹਨਾਂ ਦੀ ਆਪਣੀ ਪਾਰਟੀ ਵਿੱਚ ਫੁੱਟ ਪੈ ਗਈ। ਉਧਰ ਦੱਖਣੀ ਫੌਜ ਹਾਲੀ ਵੀ ਬਚਾਅ ਦੀਆਂ ਲੜਾਈਆਂ ਲੜਦੀ ਰਹੀ ਸੀ ਅਤੇ ਉਹਨੂੰ ਆਪਣੀਆਂ ਲਗਾਤਾਰ ਜਿੱਤਾਂ ਕਾਰਨ ਹੋਰ ਵੀ ਆਤਮ ਵਿਸ਼ਵਾਸ ਹੋ ਗਿਆ ਅਤੇ ਉਹਦੇ ਜਰਨੈਲ ਨੇ ਉੱਤਰ ਦੇ ਇਲਾਕੇ 'ਤੇ ਚੜ੍ਹਾਈ ਕਰ ਦਿੱਤੀ। ਗੈਟਿਸਬਰਗ ਦੇ ਮੈਦਾਨ 'ਤੇ ਇੱਕ ਬੜੀ ਜ਼ਬਰਦਸਤ ਅਤੇ ਇਤਿਹਾਸਿਕ ਲੜਾਈ ਹੋਈ। ਪਹਿਲੇ 2 ਦਿਨਾਂ ਵਿੱਚ ਉੱਤਰੀ ਫੌਜ ਦੇ 20,000 ਆਦਮੀ ਕੰਮ ਆਏ। ਹੁਣ ਤੱਕ ਦੱਖਣੀ ਸਿਪਾਹੀਆਂ ਮੋਰਚਿਆਂ ਪਿੱਛੇ ਲੜਦੇ ਰਹੇ ਸਨ। ਹੁਣ ਜਰਨੈਲ ਲੀ ਨੇ ਫੌਜ ਨੂੰ ਖੁੱਲ੍ਹੇ ਮੈਦਾਨ ਵਿੱਚ ਉੱਤਰੀ ਫੌਜ ਦੀਆਂ ਸਫਾਂ ਵਿੱਚ ਜਾ ਕੇ ਲੜਨ ਦਾ ਹੁਕਮ ਦਿੱਤਾ। ਉਹਦੇ ਕਈ ਜਰਨੈਲਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ, ਪਰ ਜਰਨੈਲ ਲੀ ਆਪਣੇ ਫੈਸਲੇ 'ਤੇ ਅੜਿਆ ਰਿਹਾ। ਇਹ ਇੱਕ ਗਲਤ ਫੈਸਲਾ ਸੀ। ਇਸ ਹਮਲੇ ਨਾਲ ਦੋਵੇਂ ਪਾਸੇ ਖੂਨ ਦੀਆਂ ਨਦੀਆਂ ਬਹਿ ਗਈਆਂ, ਪਰ ਲੀ ਦੀ ਫੌਜ ਉੱਤਰੀ ਫੌਜ ਦੀਆਂ ਸਫਾਂ ਨਾ ਤੋੜ ਸਕੀ। ਇਹ ਹਮਲਾ ਅਸਫਲ ਰਿਹਾ ਅਤੇ ਲੀ ਨੂੰ ਪਿਛਾਂਹ ਨੱਸਣਾ ਪਿਆ। ਪਿੱਛੇ ਮੀਂਹ ਕਾਰਨ ਦਰਿਆ ਪੋਟੋਮੈਕ ਚੜ੍ਹਿਆ ਹੋਇਆ ਸੀ। ਸਾਹਮਣੇ ਉੱਤਰੀ ਫੌਜਾਂ ਦਬਾਅ ਪਾ ਰਹੀਆਂ ਸਨ। ਲੀ ਦੋਹਾਂ ਪਾਸਿਆਂ ਤੋਂ ਘਿਰ ਗਿਆ। ਜੇ ਇਸ ਵੇਲੇ ਉੱਤਰੀ ਫੌਜਾਂ ਦੀ ਕਮਾਨ ਕਿਸੇ ਜਾਨਬਾਜ਼ ਜਰਨੈਲ ਦੇ ਹੱਥ ਹੁੰਦੀ ਤਾਂ ਦੱਖਣੀ ਫੌਜਾਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਂਦਾ ਅਤੇ ਯੁੱਧ ਖਤਮ ਹੋ ਜਾਂਦਾ। ਪਰ ਜਰਨੈਲ ਮੀਡ ਨੂੰ ਦੱਖਣੀ ਫੌਜਾਂ 'ਤੇ ਹਮਲਾ ਕਰਨ ਦਾ ਹੌਸਲਾ ਨਾ ਪਿਆ। ਲਿੰਕਨ ਨੇ ਉਹਨੂੰ ਬਥੇਰੀ ਹੱਲਾਸ਼ੇਰੀ ਦਿੱਤੀ, ਪਰ ਉਹ ਡਰਦਾ ਹੀ ਰਿਹਾ ਅਤੇ ਹੱਥ ਆਇਆ ਸ਼ਿਕਾਰ ਉਹਦੇ ਪੰਜੇ ਵਿੱਚੋਂ ਨਿਕਲ ਗਿਆ। ਇਸ ਲਈ ਲੜਾਈ ਵਿੱਚ 6,000 ਸਿਪਾਹੀ ਮਾਰੇ ਗਏ ਅਤੇ 27,000 ਜ਼ਖਮੀ ਹੋਏ। ਲੋਥਾਂ ਨੂੰ ਦਬਾਇਆ ਗਿਆ। ਇਸ ਮੌਕੇ 'ਤੇ ਲਿੰਕਨ ਨੂੰ ਤਕਰੀਰ ਕਰਨ ਲਈ ਸੱਦਾ ਦਿੱਤਾ ਗਿਆ। ਇਹ ਤਕਰੀਰ ਕੁੱਲ 10 ਫਿਕਰਿਆਂ ਦੀ ਹੈ, ਪਰ ਇਹ ਦੁਨੀਆ ਦੀਆਂ ਵੱਡੀਆਂ ਤਕਰੀਰਾਂ ਵਿੱਚੋਂ ਗਿਣੀ ਜਾਂਦੀ ਹੈ। ਇਹ ਕੇਵਲ ਇੱਕ ਤਕਰੀਰ ਹੀ ਨਹੀਂ, ਬਲਕਿ ਇੱਕ ਮਹਾਨ ਕਵਿਤਾ ਹੈ ਅਤੇ ਦੁੱਖਾਂ ਨਾਲ ਮਾਂਝੇ ਹੋਏ ਇੱਕ ਉੱਤਮ ਹਿਰਦੇ ਦੀ ਆਵਾਜ਼ ਹੈ। ਅੱਜ ਤੋਂ 87 ਸਾਲ ਪਹਿਲਾਂ ਇਸ ਦੇਸ਼ ਵਿੱਚ ਸਾਡੇ ਵੱਡੇ ਵਡੇਰਿਆਂ ਨੇ ਕਦਮ ਰੱਖਿਆ ਅਤੇ ਉਹਨਾਂ ਨੇ ਇੱਕ ਐਸੀ ਆਜ਼ਾਦ ਕੌਮ ਨੂੰ ਜਨਮ ਦਿੱਤਾ, ਮਨੁੱਖੀ ਸਮਾਨਤਾ ਦਾ, ਜਿਸ ਦਾ ਬੜਾ ਵੱਡਾ ਆਦਰਸ਼ ਹੈ। ਇਸ ਵੇਲੇ ਪਰਖਣ ਲਈ ਕਿ ਇਸ ਆਦਰਸ਼ ਦੀਆਂ ਨੀਹਾਂ 'ਤੇ ਖੜਾ ਦੇਸ਼ ਕਾਇਮ ਰਹਿ ਸਕਦਾ ਹੈ ਕਿ ਨਹੀਂ, ਅਸੀਂ ਇੱਕ ਘਰੇਲੂ ਯੁੱਧ ਲੜ ਰਹੇ ਹਾਂ। ਇਸ ਰਣ ਭੂਮੀ ਦਾ ਇੱਕ ਛੋਟਾ ਜਿਹਾ ਹਿੱਸਾ ਅਸੀਂ ਉਹਨਾਂ ਸ਼ਹੀਦਾਂ ਨੂੰ ਅਰਪਣ ਕਰ ਰਹੇ ਹਾਂ ਜਿਨ੍ਹਾਂ ਨੇ ਦੇਸ਼ ਨੂੰ ਸੁਰਜੀਤ ਰੱਖਣ ਲਈ ਆਪਣੀਆਂ ਜਾਨਾਂ ਤੱਕ ਵਾਰਨ ਤੋਂ ਸੰਕੋਚ ਨਹੀਂ ਕੀਤਾ। ਇਸ ਤਰ੍ਹਾਂ ਕਰਨਾ ਵਾਜਬ ਅਤੇ ਉਚਿਤ ਹੈ, ਪਰ ਜੇ ਵਿਸਥਾਰਪੂਰਵਕ ਵੇਖਿਆ ਜਾਏ ਤਾਂ ਅਸੀਂ ਉਹਨਾਂ ਨੂੰ ਇਹ ਅਰਪਣ ਨਹੀਂ ਕਰ ਸਕਦੇ, ਕਿਉਂਕਿ ਉਹ ਯੋਧੇ ਜੋ ਹਾਲੀ ਸਾਡੇ ਵਿੱਚ ਮੌਜੂਦ ਹਨ ਜਾਂ ਜੋ ਆਪਾ ਵਾਰ ਗਏ ਹਨ, ਆਪਣੇ ਕਾਰਨਾਮਿਆਂ ਨਾਲ ਪਹਿਲਾਂ ਹੀ ਇਸ ਭੂਮੀ ਨੂੰ ਪਵਿੱਤਰ ਕਰ ਗਏ ਹਨ। ਜੋ ਕੁਝ ਅਸੀਂ ਇੱਥੇ ਕਰ ਰਹੇ ਹਾਂ ਜਾਂ ਕਹਿ ਰਹੇ ਹਾਂ, ਇਹਨੂੰ ਦੁਨੀਆ ਜਲਦੀ ਹੀ ਭੁਲਾ ਦੇਵੇਗੀ, ਪਰ ਜੋ ਕਾਰਨਾਮੇ ਉਹਨਾਂ ਯੋਧਿਆਂ ਨੇ ਕੀਤੇ ਹਨ ਉਹ ਸਦਾ ਸਦਾ ਲਈ ਯਾਦ ਰਹਿਣਗੇ। ਸਗੋਂ ਸਾਡਾ ਜੋ ਪਿਛਾਂਹ ਜਿਉਂਦੇ ਰਹਿ ਗਏ ਤਾਂ ਫਰਜ਼ ਬਣਦਾ ਹੈ ਕਿ ਅਸੀਂ ਉਸ ਕੰਮ ਨੂੰ ਤੋੜ ਨਿਭਾਈਏ ਜਿਹੜਾ ਉਹਨਾਂ ਯੋਧਿਆਂ ਨੇ ਆਪਾ ਵਾਰ ਕੇ ਕਾਮਯਾਬੀ ਦੀ ਇਸ ਮੰਜ਼ਿਲ ਤੱਕ ਪਹੁੰਚਾਇਆ, ਅਤੇ ਅਸੀਂ ਉਸ ਆਦਰਸ਼ ਨੂੰ ਪ੍ਰਾਪਤ ਕਰਨ ਲਈ ਇਹਨਾਂ ਸ਼ਹੀਦਾਂ ਦੀ ਯਾਦ ਤੋਂ ਉਤਸ਼ਾਹ ਲਈਏ ਜਿਨ੍ਹਾਂ ਨੇ ਆਪਣਾ ਵਾਰਨ ਤੋਂ ਸੰਕੋਚ ਵੀ ਨਹੀਂ ਕੀਤਾ, ਅਤੇ ਦ੍ਰਿੜ ਇਰਾਦਾ ਕਰੀਏ ਕਿ ਇਹਨਾਂ ਸ਼ਹੀਦਾਂ ਦੀ ਸ਼ਹੀਦੀ ਸਫਲ ਨਹੀਂ ਜਾਏਗੀ। ਅਸੀਂ ਪ੍ਰਾਰਥਨਾ ਕਰੀਏ ਕਿ ਰੱਬ ਦੀ ਦੇਖ ਰੇਖ ਹੇਠ ਇਸ ਕੌਮ ਨੂੰ ਆਜ਼ਾਦੀ ਦਾ ਨਵਾਂ ਜਨਮ ਮਿਲੇ, ਅਤੇ ਲੋਕਾਂ ਦੀ ਪ੍ਰਤੀਨਿਧ ਸਰਕਾਰ ਲੋਕਾਂ ਵੱਲੋਂ ਬਣਾਈ ਅਤੇ ਲੋਕਾਂ ਲਈ ਹੀ ਕਾਇਮ ਕੀਤੀ ਜਾਵੇ। ਸਾਰੀ ਸਰਕਾਰ ਦੁਨੀਆ ਵਿੱਚ ਅਟਲ ਰਹੇ। ਇੱਕ ਛੋਟੀ ਜਿਹੀ ਲੜਕੀ ਪਹਿਲੀ ਵਾਰੀ ਇਕੱਲੀ ਗੱਡੀ 'ਤੇ ਸਫ਼ਰ 'ਤੇ ਜਾ ਰਹੀ ਸੀ। ਗੱਡੀ ਆ ਗਈ, ਪਰ ਸਮਾਨ ਚੁੱਕਣ ਵਾਲਾ ਕੁੱਲੀ ਨਾ ਪਹੁੰਚਿਆ। ਲੜਕੀ ਗੱਡੀ ਤੋਂ ਰਹਿ ਜਾਣ ਦੇ ਡਰ ਕਰਕੇ ਰੋਣ ਲੱਗ ਪਈ। ਲਿੰਕਨ ਨੂੰ ਜੋ ਕੋਲੋਂ ਹੀ ਲੰਘ ਰਿਹਾ ਸੀ, ਉਸ 'ਤੇ ਬੜਾ ਤਰਸ ਆਇਆ ਅਤੇ ਉਹ ਆਪ ਉਹਦਾ ਸਮਾਨ ਚੁੱਕ ਕੇ ਉਸ ਨੂੰ ਗੱਡੀ 'ਤੇ ਚੜ੍ਹਾ ਆਇਆ। ਜਰਨੈਲ ਗ੍ਰਾਂਟ। ਲਿੰਕਨ ਦੀ ਕਿਸਮਤ ਇੰਨੀ ਚੰਗੀ ਸੀ, ਜਿਸ ਚੀਜ਼ ਦੀ ਉਹਨੂੰ ਸਖਤ ਲੋੜ ਸੀ ਉਹ ਉਸ ਨੂੰ ਆਖਰ ਮਿਲ ਹੀ ਗਈ। ਇਹ ਸੀ ਫੌਜ ਲਈ ਯੋਗ ਜਰਨੈਲ ਜਿਸ ਦਾ ਨਾਂ ਗ੍ਰਾਂਟ ਸੀ। ਇਹਨੂੰ ਇਹਦੇ ਮਾਤਾ ਪਿਤਾ ਨੇ ਬਿਲਕੁਲ ਉਜੜ ਤੇ ਨਿਕੰਮਾ ਸਮਝਦੇ ਸਨ। ਇਹਨੂੰ ਛੋਟੇ ਹੁੰਦਿਆਂ ਕਿਤੇ ਵੀ ਕੋਈ ਨੌਕਰੀ ਨਹੀਂ ਸੀ ਮਿਲਦੀ। ਹੋਰ ਲਈ ਕੰਮ ਕਰਨ ਕਰਕੇ ਇਹਨੇ ਫੌਜੀ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰ ਲਈ। ਭਾਵੇਂ ਇਹ ਫੌਜੀ ਨੌਕਰੀ ਨੂੰ ਬੜਾ ਬੁਰਾ ਸਮਝਦਾ ਸੀ, ਫਿਰ ਵੀ ਇਹ ਭੁੱਖ ਨੰਗ ਤੋਂ ਬਚਣ ਲਈ ਘਰੋਗੀ ਯੁੱਧ ਸਮੇਂ ਫੌਜ ਵਿੱਚ ਭਰਤੀ ਹੋ ਗਿਆ। ਕਿਸਮਤ ਨੇ ਇਸ ਦਾ ਸਾਥ ਦਿੱਤਾ ਅਤੇ ਜਲਦੀ ਹੀ ਇਹ ਬ੍ਰਿਗੇਡੀਅਰ ਬਣ ਗਿਆ। ਇਹਨੇ ਇਹ ਅਹੁਦਾ ਸੰਭਾਲਦਿਆਂ ਹੀ ਇੱਕ ਹਮਲੇ ਵਿੱਚ ਇੱਕ ਕਿਲ੍ਹਾ ਜਿੱਤ ਲਿਆ ਅਤੇ ਦੁਸ਼ਮਣ ਦੇ 15,000 ਸਿਪਾਹੀ ਕੈਦੀ ਬਣਾ ਲਏ। ਇਹ ਬੜੀ ਸ਼ਾਨਦਾਰ ਜਿੱਤ ਸੀ। ਇਸ ਜਿੱਤ 'ਤੇ ਉਸਦੀ
ਸਾਰੇ ਦੇਸ਼ ਵਿੱਚ ਧੁੰਮਾਂ ਪੈ ਗਈਆਂ। ਇਸ 'ਤੇ ਵੱਡੇ ਜਰਨੈਲਾਂ ਨੂੰ ਬੜਾ ਸਾੜਾ ਲੱਗਾ ਅਤੇ ਉਹ ਲਿੰਕਨ ਸਾਹਮਣੇ ਗ੍ਰਾਂਟ ਦੀ ਬਦਖੋਈ ਕਰਨ ਲੱਗ ਪਏ। ਲਿੰਕਨ ਨੇ ਅੱਗੋਂ ਉੱਤਰ ਦਿੱਤਾ, ਮੈਨੂੰ ਤਾਂ ਲੜਨ ਵਾਲਾ ਜਰਨੈਲ ਚਾਹੀਦਾ ਹੈ ਅਤੇ ਉਹ ਕੇਵਲ ਗ੍ਰਾਂਟ ਹੀ ਹੈ। ਕਿਸੇ ਨੇ ਕਿਹਾ ਕਿ ਉਹ ਬੜਾ ਸ਼ਰਾਬੀ ਹੈ। ਲਿੰਕਨ ਨੇ ਉਸ ਤੋਂ ਪੁੱਛਿਆ, ਉਹ ਕਿਹੜੇ ਕਿਸਮ ਦੀ ਸ਼ਰਾਬ ਪੀਂਦਾ ਹੈ ਤਾਂ ਜੋ ਮੈਂ ਬਾਕੀ ਜਰਨੈਲਾਂ ਨੂੰ ਲੜਾਕਾ ਬਣਾਉਣ ਲਈ ਉਹੀ ਸ਼ਰਾਬ ਪਿਆਵਾਂ। ਜਲਦੀ ਹੀ ਗ੍ਰਾਂਟ ਨੇ ਇੱਕ ਹੋਰ ਵੱਡੀ ਜਿੱਤ ਪ੍ਰਾਪਤ ਕੀਤੀ, ਜਿਸ ਨਾਲ ਦੁਸ਼ਮਣ ਦੀ ਫੌਜ 2 ਹਿੱਸਿਆਂ ਵਿੱਚ ਵੰਡੀ ਗਈ। ਇਸ ਜਿੱਤ ਕਾਰਨ ਉਹਨੂੰ ਸਾਰੀ ਫੌਜ ਦਾ ਸੈਨਾਪਤੀ ਬਣਾ ਦਿੱਤਾ ਗਿਆ। ਲਿੰਕਨ ਨੂੰ ਪੂਰਾ ਯਕੀਨ ਸੀ ਕਿ ਹੁਣ ਲੜਾਈ ਜਲਦੀ ਹੀ ਜਿੱਤੀ ਜਾਏਗੀ, ਪਰ ਇਹ ਗੱਲ ਗਲਤ ਸਾਬਤ ਹੋਈ। ਗ੍ਰਾਂਟ ਨੇ 1.25 ਲੱਖ ਦੀ ਫੌਜ ਨਾਲ ਨਾਰਥ ਵਰਜੀਨੀਆ ਦੇ ਜੰਗਲਾਂ ਵਿੱਚ ਡੇਰਾ ਲਾਈ ਬੈਠੀ ਜਰਨੈਲ ਲੀ ਦੀ ਫੌਜ 'ਤੇ ਹਮਲਾ ਕਰ ਦਿੱਤਾ। ਬੜਾ ਖੂਨ ਖਰਾਬਾ ਹੋਇਆ, ਪਰ ਗ੍ਰਾਂਟ ਨੇ ਫੈਸਲਾ ਕਰ ਲਿਆ ਕਿ ਨੁਕਸਾਨ ਜਿੰਨਾ ਮਰਜ਼ੀ ਹੋਏ ਉਹ ਪਿਛਾਂਹ ਬਿਲਕੁਲ ਨਹੀਂ ਹਟੇਗਾ। ਉਹਦੇ ਅੱਧੀ ਫੌਜ ਦਾ ਸਫਾਇਆ ਹੋ ਗਿਆ। ਲੋਕਾਂ ਵਿੱਚ ਗੁੱਸੇ ਅਤੇ ਗਮ ਦੀ ਲਹਿਰ ਦੌੜ ਗਈ। ਲੋਕ ਲਿੰਕਨ ਨੂੰ ਵੀ, ਜੋ ਕਿ ਗ੍ਰਾਂਟ ਨੂੰ ਸਲਾਹੁੰਦਾ ਸੀ, ਗਾਲਾਂ ਕੱਢਣ ਲੱਗ ਪਏ। ਇੱਥੋਂ ਤੱਕ ਕਿ ਉਹਦੀ ਪਾਰਟੀ ਦੇ ਲੋਕ ਵੀ ਉਹਨੂੰ ਅਗਲੀ ਵਾਰ ਪ੍ਰਧਾਨ ਬਣਾਉਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਲਿੰਕਨ ਨੇ ਅੱਗੋਂ ਕਿਹਾ, ਮੈਂ ਆਪਣੇ ਸਾਰੇ ਤਨ ਮਨ ਨਾਲ ਲੜਾਈ ਜਿੱਤਣ ਦੀ ਕੋਸ਼ਿਸ਼ ਕਰਾਂਗਾ, ਭਾਵੇਂ ਇਹ ਸਾਰੇ ਮਿੱਤਰ ਮੇਰਾ ਸਾਥ ਛੱਡ ਦੇਣ, ਅਤੇ ਆਪਣੇ ਕਰਤੱਵ ਅਤੇ ਸੱਚਾਈ 'ਤੇ ਡਟਿਆ ਰਹਾਂਗੇ। ਆਖਰ ਲੜਾਈ ਦੇ ਚੌਥੇ ਸਾਲ ਦੱਖਣੀ ਫੌਜਾਂ ਥੱਕ ਟੁੱਟ ਗਈਆਂ ਸਨ। ਭਾਵੇਂ ਲੜਾਈ ਵਿੱਚ ਇਤਨੀ ਤਬਾਹੀ ਹੋਈ, ਫਿਰ ਵੀ ਲਿੰਕਨ ਦੇ ਮਨ ਵਿੱਚ ਦੱਖਣ ਵਾਲਿਆਂ ਲਈ ਜ਼ਰਾ ਜਿੰਨੀ ਵੀ ਕੁੜੱਤਣ ਨਹੀਂ ਸੀ। ਉਹ ਕਹਿੰਦਾ ਸੀ ਕਿ ਵਿਰੋਧੀ ਨੂੰ ਜੱਜ ਕਰਦਿਆਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਅਸੀਂ ਉਹਦੀ ਥਾਂ ਹੁੰਦੇ ਤਾਂ ਸ਼ਾਇਦ ਅਸੀਂ ਵੀ ਉਸੇ ਵਾਂਗ ਹੀ ਕਰਦੇ। ਇਸ ਲਈ ਇਨਸਾਨੀਅਤ ਕਹਿੰਦੀ ਹੈ ਕਿ ਹਾਰੇ ਹੋਏ ਵੈਰੀ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ। ਅਸੀਂ ਬਦਲੇ ਨਾਲ ਨਹੀਂ, ਬਲਕਿ ਪਿਆਰ ਨਾਲ ਹਰ ਹੀ ਵੈਰੀ ਦਾ ਮਨ ਜਿੱਤ ਸਕਦੇ ਹਾਂ। ਲੜਾਈ ਖਤਮ ਹੋਣ ਤੋਂ 4 ਮਹੀਨੇ ਪਿੱਛੋਂ ਉਹਨੇ ਕਾਂਗਰਸ ਸਾਹਮਣੇ ਇੱਕ ਤਕਰੀਰ ਕੀਤੀ, ਜਿਹੜੀ ਦੱਸਦੀ ਹੈ ਕਿ ਲਿੰਕਨ ਆਪਣੇ ਆਲੇ ਦੁਆਲੇ ਦੇ ਮਨੁੱਖਾਂ ਤੋਂ ਕਿੰਨਾ ਉੱਚਾ ਅਤੇ ਸੁੱਚਾ ਸੀ। ਕ੍ਰੋਧ ਅਤੇ ਨਫ਼ਰਤ, ਲੋਭ ਅਤੇ ਹੰਕਾਰ, ਜੋ ਇੱਕ ਵੱਡੇ ਤੋਂ ਵੱਡੇ ਮਨੁੱਖ ਨੂੰ ਵੀ ਆ ਘਿਰਦੇ ਸਨ, ਉਹਦੇ ਲਾਗੇ ਤੱਕ ਵੀ ਨਹੀਂ ਫੜਕਦੇ ਸਨ। ਉਹਨੇ ਕਿਹਾ, ਸਾਡੀ ਦਿਲੀ ਖਾਹਿਸ਼ ਹੈ ਅਤੇ ਅਸੀਂ ਇਸ ਲਈ ਤਨੋ ਮਨੋ ਪ੍ਰਾਰਥਨਾ ਕਰਦੇ ਹਾਂ, ਇਹ ਇੱਕ ਭਿਆਨਕ ਯੁੱਧ ਜਲਦੀ ਤੋਂ ਜਲਦੀ ਸਮਾਪਤ ਹੋ ਜਾਏ। ਪਰ ਜੇ ਪਰਮਾਤਮਾ ਨੂੰ ਇਹੀ ਮਨਜ਼ੂਰ ਹੈ ਕਿ ਉਹ ਉਸ ਸਮੇਂ ਤੱਕ ਜਾਰੀ ਰਹੇ ਜਦ ਤੱਕ ਗੁਲਾਮਾਂ ਦੀ 250 ਸਾਲ ਦੀ ਬਿਨਾਂ ਮੁਆਵਜ਼ਾ ਮੁਸ਼ੱਕਤ ਤੋਂ ਪੈਦਾ ਹੋਈ ਦੌਲਤ ਖਤਮ ਨਾ ਹੋ ਜਾਏ, ਅਤੇ ਗੁਲਾਮਾਂ ਨੂੰ ਪਈਆਂ ਚਾਬਕਾਂ ਤੋਂ ਡੁੱਲੇ ਲਹੂ ਦਾ ਬਦਲਾ ਤਲਵਾਰ ਤੋਂ ਵਗਿਆ ਪਰ ਪੂਰੀ ਤਰ੍ਹਾਂ ਨਾਲ ਲੈ ਜਾਏ, ਤਾਂ ਅਸੀਂ ਉਹਨਾਂ ਦੀ ਸ਼ਬਦਾਂ ਵਿੱਚ ਕਰਾਂਗੇ ਜਿਹੜੇ ਅਸੀਂ ਅੱਜ ਤੋਂ 3000 ਸਾਲ ਪਹਿਲਾਂ ਕਹੇ ਸਨ, ਰੱਬ ਦਾ ਨਿਆਂ ਸਦਾ ਸੱਚਾ ਅਤੇ ਅਟਲ ਹੁੰਦਾ ਹੈ। ਘਿਰਨਾ ਨੂੰ ਮਨ ਵਿੱਚੋਂ ਤਿਆਗਦਿਆਂ, ਹਰ ਇੱਕ ਲਈ ਪਿਆਰ ਅਤੇ ਸਤਿਕਾਰ ਦਾ ਜਜ਼ਬਾ ਰੱਖਦਿਆਂ ਅਤੇ ਰੱਬ ਵੱਲੋਂ ਮਿਲੀ ਰੌਸ਼ਨੀ ਅਨੁਸਾਰ ਪ੍ਰਾਪਤ ਹੋਏ ਸੱਚ ਵਿੱਚ ਦ੍ਰਿੜ ਵਿਸ਼ਵਾਸ ਰੱਖਦੇ ਹਾਂ, ਆਓ ਅਸੀਂ ਉਸ ਕੰਮ ਨੂੰ ਤੋੜ ਨਿਭਾਈਏ ਜਿਹੜਾ ਸਿਰ 'ਤੇ ਆ ਪਿਆ ਹੈ। ਕੌਮ ਦੇ ਜ਼ਖਮਾਂ 'ਤੇ ਪੱਟੀ ਬੰਨੀਏ, ਰਣ ਭੂਮੀ ਵਿੱਚ ਕਾਲਾਂ ਕਰਨ ਵਾਲਿਆਂ ਦੀ ਅਤੇ ਉਹਨਾਂ ਯਤੀਮਾਂ ਅਤੇ ਵਿਧਵਾਵਾਂ ਦੀ ਜੋ ਪਿੱਛੇ ਛੱਡ ਗਏ ਨੇ ਦੇਖਭਾਲ ਕਰੀਏ, ਅਤੇ ਉਹ ਕਦਮ ਚੁੱਕੀਏ ਜਿਸ ਨਾਲ ਸਾਡਾ ਆਪੋ ਵਿੱਚ ਅਤੇ ਸਾਡੇ ਹੋਰ ਕੌਮਾਂ ਨਾਲ ਸਦੀਵੀ ਅਤੇ ਨਿਆਂਪੂਰਵਕ ਸਤਿਕਾਰ ਅਤੇ ਪ੍ਰੇਮ ਦਾ ਮੁੱਢ ਬੱਝੇ। ਹੌਲੀ ਹੌਲੀ ਦੱਖਣੀ ਫੌਜਾਂ ਦੀ ਹਾਲਤ ਬੜੀ ਪਤਲੀ ਹੁੰਦੀ ਗਈ। ਖੁਰਾਕ ਖਤਮ ਹੋ ਗਈ, ਗੋਲਾ ਬਾਰੂਦ ਦਾ ਜ਼ਖੀਰਾ ਮੁੱਕ ਗਿਆ ਅਤੇ ਸਿਪਾਹੀ ਹਜ਼ਾਰਾਂ ਦੀ ਗਿਣਤੀ ਵਿੱਚ ਭਗੌੜੇ ਹੋਣ ਲੱਗ ਪਏ। ਅਪ੍ਰੈਲ 1865 ਵਿੱਚ ਜਰਨੈਲ ਲੀ ਰਿਚਮੰਡ ਸ਼ਹਿਰ ਨੂੰ ਸਾਫ਼ ਕਰਕੇ ਰਾਤੋਂ ਰਾਤ ਉੱਥੋਂ ਨਿਕਲ ਗਿਆ। ਜਰਨੈਲ ਗ੍ਰਾਂਟ ਦੀ 70,000 ਸੈਨਾ ਨੇ ਉਹਦਾ ਪਿੱਛਾ ਕੀਤਾ ਅਤੇ 80 ਮੀਲ ਦੂਰ ਪਹੁੰਚ ਕੇ ਭੱਜਦੀ ਸੈਨਾ ਨੂੰ ਜਾ ਘੇਰਿਆ। ਜਰਨੈਲ ਗ੍ਰਾਂਟ ਨੂੰ ਸਖਤ ਸਿਰਦਰਦ ਹੋ ਰਹੀ ਸੀ ਅਤੇ ਉਹ ਆਪਣੀ ਫੌਜ ਦੇ ਇੱਕ ਪਿਛਲੇ ਦਸਤੇ ਨਾਲ ਇੱਕ ਕਿਸਾਨ ਦੀ ਹਵੇਲੀ ਵਿੱਚ ਠਹਿਰਿਆ ਹੋਇਆ ਸੀ। ਜਦ ਉਹਨੂੰ ਇਹ ਖਬਰ ਮਿਲੀ ਕਿ ਜਰਨੈਲ ਲੀ ਨੇ ਹਥਿਆਰ ਛੁੱਟਣ ਦਾ ਫੈਸਲਾ ਕਰ ਲਿਆ ਹੈ, ਤਾਂ ਉਹ ਸੁਣਦਿਆਂ ਹੀ ਉਸਦੀ ਸਿਰਦਰਦ ਦੂਰ ਹੋ ਗਈ। ਉਹ ਉਸੇ ਵੇਲੇ ਤਿਆਰ ਹੋ ਗਿਆ ਅਤੇ ਦੋਹਾਂ ਜਰਨੈਲਾਂ ਦੀ ਮੁਲਾਕਾਤ ਵਿੱਚ ਇੱਕ ਝੁੰਗੀ ਵਿੱਚ ਹੋਈ। ਦੋਵੇਂ ਜਣੇ ਪੁਰਾਣੇ ਮਿੱਤਰ ਸਨ। ਉਹ ਕਿੰਨਾ ਚਿਰ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦੇ ਰਹੇ। ਫਿਰ ਹਥਿਆਰ ਸੁੱਟਣ ਦੀਆਂ ਸ਼ਰਤਾਂ 'ਤੇ ਦਸਤਖਤ ਕੀਤੇ। ਲਿੰਕਨ ਨੇ ਇਹ ਹਦਾਇਤ ਲਿਖ ਭੇਜੀ ਸੀ ਕਿ ਸ਼ਰਤਾਂ ਬਿਲਕੁਲ ਨਰਮ ਹੋਣ ਅਤੇ ਇਹਨਾਂ ਵਿੱਚ ਜਰਾ ਵੀ ਗੁੱਸੇ ਅਤੇ ਨਫ਼ਰਤ ਦੀ ਬੋ ਨਾ ਹੋਵੇ। ਇਹ ਸ਼ਰਤਾਂ ਐਨ ਲਿੰਕਨ ਦੀ ਹਦਾਇਤ ਅਨੁਸਾਰ ਸਨ। ਲਿੰਕਨ ਦੀ ਮੌਤ। ਲਿੰਕਨ ਦੇ ਬੇਅੰਤ ਵੈਰੀ ਸਨ, ਖਾਸ ਕਰਕੇ ਦੱਖਣੀ ਰਿਆਸਤਾਂ ਵਿੱਚ, ਕਿਉਂਕਿ ਲਿੰਕਨ ਗੁਲਾਮੀ ਦਾ ਵਿਰੋਧੀ ਸੀ ਅਤੇ ਉਹ ਗੁਲਾਮੀ ਦੇ ਹਾਮੀ ਸਨ। ਉਹਨਾਂ ਵੱਲੋਂ ਕਈ ਵਾਰ ਲਿੰਕਨ ਨੂੰ ਜਾਨੋਂ ਮਾਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਰਹੀਆਂ ਸਨ, ਪਰ ਕੋਈ ਵੀ ਸਾਜ਼ਿਸ਼ ਸਿਰੇ ਨਾ ਚੜ੍ਹ ਸਕੀ। ਅੰਤ ਵਿੱਚ ਜਿਸ ਆਦਮੀ ਦੇ ਹੱਥੋਂ ਲਿੰਕਨ ਦੀ ਮੌਤ ਹੋਈ, ਉਹ ਨਾ ਕੇਵਲ ਉਹਦਾ ਵੈਰੀ ਸੀ ਅਤੇ ਨਾ ਹੀ ਗੁਲਾਮੀ ਦਾ ਹਾਮੀ। ਉਹਨੇ ਲਿੰਕਨ ਨੂੰ ਕੇਵਲ ਮਸ਼ਹੂਰੀ ਖੱਟਣ ਲਈ ਹੀ ਮਾਰਿਆ। ਲਿੰਕਨ ਦਾ ਕਾਤਲ ਇੱਕ ਐਕਟਰ ਸੀ ਅਤੇ ਉਹਦਾ ਨਾਂ ਸੀ ਜੌਨ ਵਿਲਕਿਸ ਬੂਥ। ਲੋਕ ਇਹਦਾ ਕੰਮ ਬੜਾ ਪਸੰਦ ਕਰਦੇ ਸਨ ਅਤੇ ਉਹ ਵੇਖਣ ਨੂੰ ਸੋਹਣਾ ਸਜੀਲਾ ਜਵਾਨ ਸੀ। ਉਹਦੀ ਉਮਰ ਉਸ ਵਕਤ ਕੋਈ 26 ਸਾਲ ਦੀ ਸੀ। ਲੜਾਈ ਦੇ ਦੌਰਾਨ ਵਿੱਚ ਉਹ ਲਿੰਕਨ ਨੂੰ ਅਗਵਾ ਕਰਕੇ ਦੱਖਣੀ ਇਲਾਕੇ ਵਿੱਚ ਲੈ ਜਾਣ ਦੇ ਮਨਸੂਬੇ ਘੜਦਾ ਰਿਹਾ, ਪਰ ਉਹਨੂੰ ਕੋਈ ਚੰਗਾ ਮੌਕਾ ਹੱਥ ਨਾ ਲੱਗਾ। ਲੜਾਈ ਖਤਮ ਹੋਣ ਪਿੱਛੋਂ ਉਹਨੇ ਲਿੰਕਨ ਨੂੰ ਜਾਨੋਂ ਮਾਰਨ ਦਾ ਫੈਸਲਾ ਕਰ ਲਿਆ ਅਤੇ ਇਹ ਮੌਕਾ ਉਹਨੂੰ
ਛੇਤੀ ਹੀ ਮਿਲ ਗਿਆ। ਉਹਨੂੰ ਪਤਾ ਲੱਗਾ ਕਿ ਲਿੰਕਨ ਸ਼ੁੱਕਰਵਾਰ ਵਾਲੇ ਦਿਨ ਜੈਕੇਟ ਨਾਂ ਦਾ ਨਾਟਕ ਵੇਖਣ ਲਈ ਥੀਏਟਰ ਵਿੱਚ ਆ ਰਿਹਾ ਹੈ। ਜਿਸ ਬਕਸ ਵਿੱਚ ਲਿੰਕਨ ਨੇ ਬੈਠਣਾ ਸੀ, ਬੂਥ ਨੇ ਉਸ ਵਿੱਚ ਕੁਰਸੀਆਂ ਦੀ ਥਾਂ ਟਿਕਾਣੇ ਰਖਵਾ ਦਿੱਤੀਆਂ। ਅੰਦਰ ਝਾਤੀ ਮਾਰਨ ਲਈ ਬੂਹੇ ਵਿੱਚ ਇੱਕ ਨਿੱਕਾ ਜਿਹਾ ਛੇਕ ਵੀ ਕਰਵਾ ਲਿਆ। ਫਿਰ ਉਹਨੇ ਇੱਕ ਚਿੱਠੀ ਲਿਖੀ ਜਿਸ ਵਿੱਚ ਉਸਨੇ ਇਸ ਕਤਲ ਨੂੰ ਇੱਕ ਦੇਸ਼ ਸੇਵਾ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਤੇ ਦੌੜਨ ਲਈ ਇੱਕ ਤੇਜ਼ ਰਫ਼ਤਾਰ ਘੋੜੇ ਦਾ ਵੀ ਪ੍ਰਬੰਧ ਕਰ ਲਿਆ। ਪ੍ਰਧਾਨ ਦੇ ਸਵਾਗਤ ਲਈ ਸ਼ਹਿਰ ਬੜਾ ਸਜਾਇਆ ਗਿਆ ਸੀ ਤੇ ਹਰ ਥਾਂ ਚਹਿਲ ਪਹਿਲ ਸੀ। ਥੀਏਟਰ ਵੀ ਖਚਾ ਖਚ ਭਰਿਆ ਹੋਇਆ ਸੀ। ਲਿੰਕਨ ਅਤੇ ਉਹਦੇ ਸਾਥੀ ਰਾਤ ਦੇ 9 ਵੱਜਣ ਵਿੱਚ 20 ਮਿੰਟ 'ਤੇ ਥੀਏਟਰ ਵਿੱਚ ਪਹੁੰਚੇ। ਉਸ ਦੇ ਨਾਲ ਹੀ ਉਸਦੀ ਵਹੁਟੀ ਮੇਜਰ ਰਾਥਮੋਨ ਤੇ ਉਹਦੀ ਮੰਗੇਤਰ ਵੀ ਸਨ। 10:10 'ਤੇ ਬੂਥ ਥੀਏਟਰ ਵਿੱਚ ਪਹੁੰਚਿਆ ਤੇ ਹੌਲੀ ਹੌਲੀ ਲਿੰਕਨ ਦੇ ਬਕਸ ਦੇ ਬੂਹੇ ਕੋਲ ਗਿਆ। ਉਹਨੇ ਛੇਕ ਵਿੱਚੋਂ ਅੰਦਰ ਨੂੰ ਝਾਤੀ ਮਾਰ ਕੇ ਵੇਖ ਲਿਆ ਸੀ ਕਿ ਕੌਣ ਕਿਸ ਥਾਂ 'ਤੇ ਬੈਠਾ ਹੈ। ਫਿਰ ਪਿਸਤੌਲ ਕੱਢ ਕੇ ਉਹ ਹੌਲੀ ਜਿਹੀ ਬਕਸ ਵਿੱਚ ਅੰਦਰ ਦਾਖਲ ਹੋਇਆ ਤੇ ਪਿਸਤੌਲ ਦਾ ਮੂੰਹ ਲਿੰਕਨ ਦੇ ਸਿਰ ਕੋਲ ਰੱਖ ਕੇ ਘੋੜਾ ਦਬਾ ਦਿੱਤਾ ਤੇ ਉੱਪਰੋਂ ਹੀ ਸਟੇਜ ਤੋਂ ਛਾਲ ਮਾਰ ਕੇ ਉੱਥੋਂ ਨੱਸ ਗਿਆ। ਗੋਲੀ ਲੱਗਦਾ ਹੈ ਲਿੰਕਨ ਗੁੱਛਾ ਹੋ ਕੇ ਕੁਰਸੀ ਦੇ ਇੱਕ ਪਾਸੇ ਉਛਲ ਗਿਆ ਤੇ ਇੱਕ ਔਰਤ ਦੀ ਚੀਕ ਸੁਣਾਈ ਦਿੱਤੀ ਤੇ ਮੇਜਰ ਰਾਥਮੋਨ ਨੇ ਰੌਲਾ ਪਾ ਦਿੱਤਾ, ਜਲਦੀ ਕਰੋ, ਫੜੋ, ਇਹਨੇ ਪ੍ਰਧਾਨ ਨੂੰ ਕਤਲ ਕਰ ਦਿੱਤਾ ਹੈ। ਸਾਰੀ ਥੀਏਟਰ ਵਿੱਚ ਹਫੜਾ ਦਫੜੀ ਤੇ ਸਭ ਲੋਕਾਂ ਵਿੱਚ ਘਬਰਾਹਟ, ਗਮ ਤੇ ਗੁੱਸੇ ਦੀ ਇੱਕ ਜ਼ਬਰਦਸਤ ਲਹਿਰ ਦੌੜ ਗਈ। ਸਟੈਂਟਨ ਨੇ ਫੌਰਨ ਫੌਜ ਦੇ ਇੱਕ ਬ੍ਰਿਗੇਡ ਨੂੰ ਕਾਤਲ ਦਾ ਪਿੱਛਾ ਕਰਨ ਦਾ ਹੁਕਮ ਦਿੱਤਾ। ਉੱਧਰ ਲਿੰਕਨ ਨੂੰ ਲਾਗੇ ਹੀ ਇੱਕ ਦਰਜੀ ਦੇ ਮਕਾਨ ਵਿੱਚ ਲੈ ਜਾ ਕੇ ਲਿਟਾ ਦਿੱਤਾ ਗਿਆ। ਗੋਲੀ ਉਹਦੇ ਖੱਬੇ ਕੰਨ ਵਿੱਚ ਲੱਗੀ ਸੀ ਤੇ ਦਿਮਾਗ ਵਿੱਚ ਲੰਘਦੀ ਹੋਈ ਸੱਜੀ ਅੱਖ ਪਾਸੇ ਜਾ ਰੁਕੀ ਸੀ। ਲਿੰਕਨ ਜਾਨ ਦਾ ਤਕੜਾ ਸੀ, ਇਸ ਲਈ ਇਤਨੇ ਜ਼ਬਰਦਸਤ ਜ਼ਖਮ ਦੇ ਬਾਵਜੂਦ ਵੀ ਉਹ 9 ਘੰਟੇ ਹੋਰ ਕੱਟ ਗਿਆ, ਪਰ ਉਹ ਸਾਰੀ ਰਾਤ ਪੀੜ ਨਾਲ ਕੁਰਲਾਉਂਦਾ ਰਿਹਾ। ਲਿੰਕਨ ਦੀ ਵਹੁਟੀ ਆਪਣੇ ਪਿਤਾ ਦੀ ਇਹ ਹਾਲਤ ਵੇਖ ਕੇ ਪਾਗਲਾਂ ਵਾਂਗ ਚੀਕਾਂ ਮਾਰਦੀ ਰਹੀ। ਸਟੈਂਟਨ ਨੇ ਉਹਨਾਂ ਨੂੰ ਭਜਵਾ ਦਿੱਤਾ। ਡਾਕਟਰ ਸਾਰੀ ਰਾਤ ਲਿੰਕਨ ਦਾ ਸਿਰ ਪੱਟਾਂ 'ਤੇ ਰੱਖ ਕੇ ਬੈਠੀ ਰਿਹਾ ਤੇ ਉਹਨੂੰ ਬਚਾਉਣ ਦੇ ਉਪਰਾਲੇ ਕਰਦਾ ਰਿਹਾ, ਪਰ ਸਵੇਰੇ 7:22 ਉਹਨੇ ਸਵਾਸ ਤਿਆਗ ਦਿੱਤੇ। ਉਸ ਸਮੇਂ ਉਹਦੇ ਚਿਹਰੇ 'ਤੇ ਪੂਰਨ ਸ਼ਾਂਤੀ ਨਜ਼ਰ ਆਉਂਦੀ ਸੀ। ਮੰਤਰੀ ਸਟੈਂਟਨ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਉਹ ਕਹਿਣ ਲੱਗਾ ਕਿ ਇਹੋ ਜਿਹੀ ਮਹਾਨ ਹਸਤੀ ਦੁਨੀਆ ਵਿੱਚ ਘੱਟ ਹੀ ਪੈਦਾ ਹੁੰਦੀ ਏ। ਲਿੰਕਨ ਦੀ ਯਾਦ ਰਹਿੰਦੀ ਦੁਨੀਆ ਤੱਕ ਤਾਜ਼ੀ ਰਹੇਗੀ। ਜਦ ਲਿੰਕਨ ਦੇ ਛੋਟੇ ਲੜਕੇ ਟੈਡ ਨੂੰ ਕਿਸੇ ਨੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉੱਤਰ ਦਿੱਤਾ, ਮੇਰਾ ਪਿਤਾ ਸਵਰਗਾਂ ਵਿੱਚ ਪਹੁੰਚ ਗਿਆ ਹੈ। ਜਦੋਂ ਦੀ ਉਹਦੇ ਨੇ ਪਦਵੀ ਸੰਭਾਲੀ ਹੈ, ਉਹਨੂੰ ਖੁਸ਼ੀ ਦਾ ਕੋਈ ਹੱਕ ਨਹੀਂ, ਆਪਣਾ ਨਸੀਬ ਨਹੀਂ ਸੀ ਹੋਇਆ, ਇਸ ਲਈ ਉਹਦੇ ਲਈ ਠੀਕ ਨਹੀਂ ਸੀ। ਆਖਰ ਮਾਤਮੀ ਜਲੂਸ ਨਿਕਲਿਆ। ਉਸ ਸਮੇਂ ਇਤਨੀ ਭੀੜ ਸੀ ਮਾਨੋ ਮਨੁੱਖਤਾ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਇਹ ਵਾਸ਼ਿੰਗਟਨ ਤੋਂ 1700 ਮੀਲ ਦੂਰ ਥਾਂ ਤੇ ਠਹਿਰਦਾ ਉਹਦੀ ਜਵਾਨੀ ਦੇ ਦਿਨਾਂ ਵਿੱਚ ਸਬੰਧ ਰੱਖਣ ਵਾਲੇ ਸ਼ਹਿਰ ਨਿਊ ਸੈਲਮ ਵਿੱਚ ਹੌਲੀ ਹੌਲੀ ਲਿਆਂਦਾ ਗਿਆ। ਇਸ ਸਫ਼ਰ ਵਿੱਚ ਇਸ ਨੂੰ 12 ਦਿਨ ਲੱਗੇ। ਇਸ ਦੌਰਾਨ ਵਿੱਚ 7 ਲੱਖ ਆਦਮੀਆਂ ਨੇ ਉਸ ਮਹਾਨ ਆਦਮੀ ਦੇ ਦਰਸ਼ਨ ਕੀਤੇ ਜਿਨੇ ਦੇਸ਼ ਨੂੰ ਮਹਾਨ ਬਣਾਉਣ ਅਤੇ ਉਸ ਦੀ ਏਕਤਾ ਕਾਇਮ ਰੱਖਣ ਲਈ ਆਪਣੀ ਸ਼ਹੀਦੀ ਦਿੱਤੀ। ਨਿਊ ਸੈਲਮ ਲਾਗੇ ਇੱਕ ਪਹਾੜੀ ਦੀ ਚੋਟੀ ਤੇ ਉਹਦੇ ਮ੍ਰਿਤਕ ਸਰੀਰ ਨੂੰ ਦਬਾ ਦਿੱਤਾ ਗਿਆ। ਉੱਧਰ ਜਦ ਬੂਥ ਕਾਂਗਰਸ ਵਿੱਚੋਂ ਛਾਲ ਮਾਰ ਕੇ ਸਟੇਜ ਤੇ ਡਿੱਗਾ ਤਾਂ ਉਹਦੀ ਖੱਬੀ ਲੱਤ ਵਿੱਚ ਕਾਰੀ ਚੋਟ ਆਈ, ਪਰ ਉਹ ਪੀੜ ਦੀ ਪਰਵਾਹ ਨਾ ਕਰਦਾ ਹੋਇਆ ਭੱਜਾ ਆਪਣੇ ਬਾਹਰ ਕੜੇ ਘੋੜੇ ਤੇ ਚੜ੍ਹ ਕੇ ਰਾਤ ਦੇ ਹਨੇਰੇ ਵਿੱਚ ਅਲੋਪ ਹੋ ਗਿਆ। ਪੋਟੋਮੈਕ ਨਦੀ ਤੇ ਉਹਦੇ ਲਈ ਕਿਸ਼ਤੀ ਤਿਆਰ ਖੜੀ ਸੀ, ਜਿਸ ਵਿੱਚ ਬੈਠ ਕੇ ਉਸਨੇ ਨਦੀ ਪਾਰ ਕੀਤੀ ਤੇ ਉਹ ਗੈਰਟ ਨਾਂ ਦੇ ਕਿਸਾਨ ਦੀ ਹਵੇਲੀ ਵਿੱਚ ਜਾ ਲੁਕਿਆ। ਪਰ ਫੌਜੀ ਦਸਤੇ ਜੋ ਉਹਦਾ ਲਗਾਤਾਰ ਪਿੱਛਾ ਕਰ ਰਹੇ ਸਨ, ਆਖਰ ਸੂਹ ਲਾਂਦਿਆਂ ਉੱਥੇ ਆ ਪਹੁੰਚੇ ਤੇ ਸਵੇਰ ਦੇ 3 ਵਜੇ ਦੇ ਲਗਭਗ ਉਹਨਾਂ ਉਸ ਹਵੇਲੀ ਨੂੰ ਆਣ ਘੇਰਿਆ। ਸਿਪਾਹੀਆਂ ਨੇ ਬੂਥ ਨੂੰ ਬਾਹਰ ਨਿਕਲਣ ਲਈ ਕਿਹਾ, ਪਰ ਉਹਨੇ ਬੂਹਾ ਨਾ ਖੋਲ੍ਹਿਆ। ਇਸ ਲਈ ਉਹਨਾਂ ਨੇ ਘਾਸ ਫੂਸ ਇਕੱਠਾ ਕਰਕੇ ਹਵੇਲੀ ਨੂੰ ਅੱਗ ਲਾ ਦਿੱਤੀ। ਜਦ ਅੱਗ ਨੇ ਜ਼ੋਰ ਫੜ ਲਿਆ ਤਾਂ ਬੂਥ ਅੱਗ ਤੋਂ ਬਚਣ ਲਈ ਬਾਹਰ ਵੱਲ ਭੱਜਿਆ। ਉਹਨੂੰ ਭੱਜਦਿਆਂ ਵੇਖ ਕੇ ਇੱਕ ਸਿਪਾਹੀ ਨੇ ਉਹਨੂੰ ਗੋਲੀ ਮਾਰ ਦਿੱਤੀ ਤੇ ਉਹ ਘਾਇਲ ਹੋ ਕੇ ਥੱਲੇ ਡਿੱਗ ਪਿਆ। ਉਸ ਤੋਂ 2.5 ਘੰਟਿਆਂ ਪਿੱਛੋਂ ਉਸਨੇ ਦਮ ਤੋੜ ਦਿੱਤਾ। ਇਹ ਸੀ ਲਿੰਕਨ ਬਾਰੇ ਪ੍ਰੇਰਨਾਦਾਇਕ, ਦਿਲਚਸਪ ਤੇ ਸਿੱਖਿਆਦਾਇਕ ਤੱਥ। ਇਸ ਦੇ ਨਾਲ ਹੀ ਲਿੰਕਨ ਦੀਆਂ ਕੁਝ ਕਹਾਣੀਆਂ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦੀ ਹਾਂ। ਇੱਕ ਬਿਰਧ ਔਰਤ ਨੇ ਇੱਕ ਵਾਰੀ ਲਿੰਕਨ ਨੂੰ ਪੁੱਛਿਆ, ਆਪਣੇ ਦੁਸ਼ਮਣ ਨੂੰ ਖਤਮ ਕਰਨਾ ਮਨੁੱਖ ਦਾ ਵੱਡਾ ਕਰਤੱਵ ਹੈ, ਪਰ ਤੂੰ ਤਾਂ ਉਹਨਾਂ ਦੇ ਨਾਲ ਬੜਾ ਦੋਸਤਾਨਾ ਸਲੂਕ ਕਰਦਾ ਹੈ। ਲਿੰਕਨ ਨੇ ਅੱਗੋਂ ਹੌਲੀ ਜਿਹੀ ਉੱਤਰ ਦਿੱਤਾ, ਮੈਂ ਵੀ ਤਾਂ ਇਸੇ ਤਰ੍ਹਾਂ ਹੀ ਕਰਦਾ ਹਾਂ। ਜਦ ਮੈਂ ਉਹਨੂੰ ਮਿੱਤਰ ਬਣਾ ਲੈਂਦਾ ਤਾਂ ਕੀ ਵੈਰ ਖਤਮ ਨਹੀਂ ਹੋ ਜਾਂਦਾ? ਇੱਕ ਵਾਰੀ ਲਿੰਕਨ ਦੇ ਇੱਕ ਮਹਿਮਾਨ ਨੇ ਉਸ ਤੋਂ ਪੁੱਛਿਆ ਕਿ ਦੁਸ਼ਮਣ ਦੀ ਫੌਜ ਦੀ ਗਿਣਤੀ ਕਿਤਨੀ ਕੁ ਹੈ? ਲਿੰਕਨ ਨੇ ਉੱਤਰ ਦਿੱਤਾ, ਤਕਰੀਬਨ 12 ਲੱਖ। ਉਸ ਮਹਿਮਾਨ ਨੇ ਹੈਰਾਨ ਹੋ ਕੇ ਕਿਹਾ, ਹੱਦ ਹੋ ਗਈ ਹੈ, ਐਡੀ ਵੱਡੀ ਫੌਜ, ਤੁਹਾਨੂੰ ਉਹਦੀ ਗਿਣਤੀ ਬਾਰੇ ਕਿਸ ਤਰ੍ਹਾਂ ਪਤਾ ਲੱਗਾ ਹੈ? ਲਿੰਕਨ ਨੇ ਦੱਸਿਆ, ਜਦ ਕਦੀ ਮੇਰੇ ਕਿਸੇ ਜਰਨੈਲ ਨੂੰ ਵੈਰੀ ਫੈਂਟਾ ਚਾੜਦਾ ਹੈ ਤਾਂ ਜਰਨੈਲ ਕਹਿੰਦਾ ਹੈ ਕਿ ਵੈਰੀ ਦੀ ਫੌਜ ਸਾਡੇ ਤੋਂ 3-4 ਗੁਣਾ ਵੱਡੀ ਸੀ। ਸਾਡੀ ਫੌਜ ਕੁੱਲ 4 ਲੱਖ ਹੈ, ਇਸ ਲਈ ਵੈਰੀ ਦੀ ਸੈਨਾ ਜ਼ਰੂਰ 12 ਲੱਖ ਹੀ ਹੋਏਗੀ। ਕਰੋਗੀ ਯੁੱਧ ਦੇ ਦੌਰਾਨ
ਵਿੱਚ ਲਿੰਕਨ ਦੇਸ਼ ਦਾ ਇਤਨਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਵੇਖ ਕੇ ਬੜਾ ਦੁਖੀ ਹੁੰਦਾ ਸੀ। ਫਿਰ ਵੀ ਉਹ ਉਸ ਸਮੇਂ ਹਾਸੇ ਠੱਠੇ ਵਾਲੀਆਂ ਕਹਾਣੀਆਂ ਸੁਣ ਕੇ ਬੜਾ ਹੱਸਦਾ ਤੇ ਦਿਲ ਪਰਚਾਉਂਦਾ ਸੀ। ਉਹ ਕਹਿੰਦਾ ਸੀ, ਮੈਂ ਹੱਸਦਾ ਇਸ ਲਈ ਹਾਂ ਕਿ ਮੇਰਾ ਰੋਣ ਨਾ ਨਿਕਲ ਜਾਏ। ਲਿੰਕਨ ਨੇ ਆਪਣੇ ਦਰਬਾਰ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਉਹਦੇ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਭਾਵੇਂ ਵੱਡੇ ਤੋਂ ਵੱਡਾ ਅਫਸਰ ਕਿਉਂ ਨਾ ਹੋਵੇ, ਪਰ ਪਹਿਲ ਉਸ ਮੁਲਾਕਾਤੀ ਨੂੰ ਦਿੱਤਾ ਜਾਵੇ ਜੋ ਕਿਸੇ ਐਸੇ ਆਦਮੀ ਵੱਲੋਂ ਮੁਆਫ਼ੀ ਦਾ ਬੇਨਤੀ ਪੱਤਰ ਲਿਆਇਆ ਹੋਵੇ ਜਿਸ ਨੂੰ ਮੌਤ ਦੀ ਸਜ਼ਾ ਮਿਲੀ ਹੋਵੇ। ਉਹ ਕਹਿੰਦਾ ਸੀ, ਸਾਡੇ ਕਈ ਜਰਨੈਲ ਸ਼ਿਕਾਇਤ ਕਰਦੇ ਨੇ ਕਿ ਮੈਂ ਮੁਆਫ਼ੀਆਂ ਦੇ ਕੇ ਫੌਜ ਦਾ ਡਿਸਿਪਲਨ ਭੰਗ ਕਰਦਾ ਹਾਂ, ਪਰ ਸਾਰੇ ਦਿਨ ਦੀ ਸਖਤ ਮਿਹਨਤ ਪਿੱਛੋਂ ਜੇ ਮੈਂ ਕਿਸੇ ਦੀ ਜਾਨ ਬਚਾਉਣ ਦਾ ਬਹਾਨਾ ਲੱਭ ਸਕਾਂ ਤਾਂ ਮੈਨੂੰ ਇਹ ਖਿਆਲ ਕਰਕੇ ਸੁੱਖ ਦੀ ਨੀਂਦ ਆਉਂਦੀ ਹੈ ਤੇ ਮੇਰਾ ਨਾਂ ਲੈ ਕੇ ਤੇ ਉਹਦੇ ਟੱਬਰ ਨੂੰ ਕਿੰਨੀ ਖੁਸ਼ੀ ਹੁੰਦੀ ਹੋਏਗੀ। ਲਿੰਕਨ ਦੇ ਖੂਬਸੂਰਤ ਸੁਭਾਅ ਦਾ ਇੱਥੋਂ ਵੀ ਪਤਾ ਲੱਗਦਾ ਹੈ ਕਿ ਇੱਕ ਛੋਟੀ ਜਿਹੀ ਲੜਕੀ ਪਹਿਲੀ ਵਾਰੀ ਇਕੱਲੀ ਗੱਡੀ ਦੇ ਸਫ਼ਰ 'ਤੇ ਜਾ ਰਹੀ ਸੀ। ਗੱਡੀ ਆ ਗਈ ਪਰ ਸਮਾਨ ਚੁੱਕਣ ਵਾਲਾ ਕੁੱਲੀ ਨਾ ਪਹੁੰਚਿਆ। ਲੜਕੀ ਗੱਡੀ ਤੋਂ ਰਹਿ ਜਾਣ ਦੇ ਡਰ ਕਰਕੇ ਰੋਣ ਲੱਗ ਪਈ। ਲਿੰਕਨ ਨੂੰ ਜੋ ਕੋਲੋਂ ਹੀ ਲੰਘ ਰਿਹਾ ਸੀ ਉਸ 'ਤੇ ਬੜਾ ਤਰਸ ਆਇਆ ਤੇ ਉਹ ਆਪ ਉਸਦਾ ਸਮਾਨ ਚੁੱਕ ਕੇ ਗੱਡੀ 'ਤੇ ਚੜ੍ਹਾ ਆਇਆ। ਇਹ ਸੀ ਅਬਰਾਹਮ ਲਿੰਕਨ ਬਾਰੇ ਵਿਸ਼ਾਲ ਤੇ ਪ੍ਰੇਰਨਾਦਾਇਕ ਜਾਣਕਾਰੀ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਸ਼ੁਭ ਇਛਾਵਾਂ ਸਹਿਤ ਧੰਨਵਾਦ। ਹਰਜੀਤ ਮਮਰਾ।